जब लो नहीं पाग लारी उदय तब लो परम ते फिरते बहुतायो कल घोर समुंदर मह बूढ़त थे कब हूँ मिट है नहीं रे पछतायो तत् विचार यह मथुरा जगतार न को अवतार बनायो जपियो जिन अर्जन देव गुरु फिर संकट जोन घर बनाया फिर संकट जोन घर बना आयो किसे आखिया कौमां दी जिंदगी नू कैम रख दे दान ने दानियां दे किसे ताकत तलवार नू धन मन्निया ते किसे फलसफे दसे रूहानियां दे उदां सारियां ही गल्लां चंगियां ने चंगे गुण ने चंगियां निशानियां दे आखर तत सियाणिया कढ छड्डे कौमां जाउंदियां नाल कुर्बानियां दे कौमां जाउंदियां नाल कुर्बानियां दे बिरथा कदे न जावे डुलिया खून शहीदां दा डुलिया खून शहीदां दा एक दिन रंग ले आवे डुलिया खून शहीदां दा बिरथा कदे न जावे डुलिया खून शहीदां दा यारां दे नाल चीरे गए पर सिੱਖੀ सिदक निभाया सिੱਖੀ सिदक निभाया यारां दे नाल चीरे गए पर सिੱਖੀ सिदक निभाया सिੱਖੀ सिदक निभाया उपलदी होई देग दे अंदर बैठ चौकड़ा लाया बैठ चौकड़ा लाया उपलदी होई देग दे अंदर बैठ चौकड़ा लाया बैठ चौकड़ा लाया सुती अणख जगावे सुती अणख जगावे डुलिया खून शहीदां दा एक दिन रंग ले आवे डुलिया खून शहीदां दा बिरथा कदे न जावे डुलिया खून शहीदां दा एक दिन रंग ले आवे डुलिया खून शहीदां दा नी धर्म दी पक्की करन लई नीहां विच खलो गए नीहां विच खलो गए नी धर्म दी पक्की करन लई नीहां विच खलो गए नीहां विच खलो गए कच्ची गड़ी चमकौर दे अंदर
ਚਮਕੌਰ ਦੇ ਅੰਦਰ ਬੇਰਾ ਬੇਰਾ ਹੋ ਗਏ, ਬੇਰਾ ਬੇਰਾ ਹੋ ਗਏ। ਕੱਚੀ ਘੜੀ ਚਮਕੌਰ ਦੇ ਅੰਦਰ ਬੇਰਾ ਬੇਰਾ ਹੋ ਗਏ, ਬੇਰਾ ਬੇਰਾ ਹੋ ਗਏ। ਕੌਮ ਦਾ ਮਾਣ ਵਧਾਵੇ, ਕੌਮ ਦਾ ਮਾਣ ਵਧਾਵੇ, ਡੁੱਲਿਆ ਖੂਨ ਸ਼ਹੀਦਾਂ ਦਾ। ਇੱਕ ਦਿਨ ਰੰਗ ਲਿਆਵੇ, ਡੁੱਲਿਆ ਖੂਨ ਸ਼ਹੀਦਾਂ ਦਾ। ਬਿਰਥਾ ਕਦੇ ਨਾ ਜਾਵੇ, ਡੁੱਲਿਆ ਖੂਨ ਸ਼ਹੀਦਾਂ ਦਾ। ਇੱਕ ਦਿਨ ਰੰਗ ਲਿਆਵੇ, ਡੁੱਲਿਆ ਖੂਨ ਸ਼ਹੀਦਾਂ ਦਾ। ਧਰਮ ਦੀ ਖਾਤਰ ਛਾਤੀਆਂ ਢਾ ਕੇ ਚੱਲਦੇ ਇੰਜਣ ਰੋਕੇ, ਚੱਲਦੇ ਇੰਜਣ ਰੋਕੇ। ਧਰਮ ਦੀ ਖਾਤਰ ਛਾਤੀਆਂ ਢਾ ਕੇ ਚੱਲਦੇ ਇੰਜਣ ਰੋਕੇ, ਚੱਲਦੇ ਇੰਜਣ ਰੋਕੇ। ਓ ਬਾਲਣ ਵਾਂਗੂ ਸਿਦਕੀ ਜੋਦੇ, ਹੋ ਬਾਲਣ ਵਾਂਗੂ ਸਿਦਕੀ ਜੋਦੇ, ਭੱਠੀਆਂ ਦੇ ਵਿੱਚ ਝੋਕੇ, ਭੱਠੀਆਂ ਦੇ ਵਿੱਚ ਝੋਕੇ। ਓ ਬਾਲਣ ਵਾਂਗੂ ਸਿਦਕੀ ਉਹਦੇ, ਭੱਠੀਆਂ ਦੇ ਵਿੱਚ ਝੋਕੇ, ਭੱਠੀਆਂ ਦੇ ਵਿੱਚ ਝੋਕੇ। ਜੀਵਨ ਜਾਚ ਸਿਖਾਵੇ, ਜੀਵਨ ਜਾਚ ਸਿਖਾਵੇ, ਡੁੱਲਿਆ ਖੂਨ ਸ਼ਹੀਦਾਂ ਦਾ। ਇੱਕ ਦਿਨ ਰੰਗ ਲਿਆਵੇ, ਡੁੱਲਿਆ ਖੂਨ ਸ਼ਹੀਦਾਂ ਦਾ। ਬਿਰਥਾ ਕਦੇ ਨਾ ਜਾਵੇ, ਡੁੱਲਿਆ ਖੂਨ ਸ਼ਹੀਦਾਂ ਦਾ। ਇੱਕ ਦਿਨ ਰੰਗ ਲਿਆਵੇ, ਡੁੱਲਿਆ ਖੂਨ ਸ਼ਹੀਦਾਂ ਦਾ। ਇਹ ਇਤਿਹਾਸ ਦੇ ਪੰਨਿਆਂ ਉੱਪਰ ਇਤਿਹਾਸ ਦੇ ਪੰਨਿਆਂ ਉੱਪਰ ਆਪਣੇ ਲਹੂ ਨਾਲ ਅੱਖਰ ਪਾ ਗਏ, ਲਹੂ ਨਾਲ ਅੱਖਰ ਪਾ ਗਏ। ਇਤਿਹਾਸ ਦੇ ਪੰਨਿਆਂ ਉੱਪਰ ਆਪਣੇ ਲਹੂ ਨਾਲ ਅੱਖਰ ਪਾ ਗਏ, ਲਹੂ ਨਾਲ ਅੱਖਰ ਪਾ ਗਏ। ਜਗ ਪੂਜੇ ਚੰਨ ਮਧੂ ਛਾਂਗੀਆ, ਸਿਰ ਦੇ ਸਿਦਕ ਨਿਭਾ ਗਏ, ਸਿਰ ਦੇ ਸਿਦਕ ਨਿਭਾ ਗਏ। ਜਗ ਪੂਜੇ ਚੰਨ ਮਧੂ ਛਾਂਗੀਆ, ਸਿਰ ਦੇ ਸਿਦਕ ਨਿਭਾ ਗਏ, ਸਿਰ ਦੇ ਸਿਦਕ ਨਿਭਾ ਗਏ। ਵਕਤ ਨਾ ਕਦੇ ਗਵਾਵੇ, ਵਕਤ ਨਾ ਕਦੇ ਗਵਾਵੇ, ਡੁੱਲਿਆ ਖੂਨ ਸ਼ਹੀਦਾਂ ਦਾ। ਇੱਕ ਦਿਨ ਰੰਗ ਲਿਆਵੇ, ਡੁੱਲਿਆ ਖੂਨ ਸ਼ਹੀਦਾਂ ਦਾ। ਬਿਰਥਾ ਕਦੇ ਨਾ ਜਾਵੇ, ਡੁੱਲਿਆ ਖੂਨ ਸ਼ਹੀਦਾਂ ਦਾ। ਗੁਰੂ ਪਿਆਰੇ ਗੁਰੂ ਖਾਲਸਾ ਜੀ, ਅੱਜ ਆਪਾਂ ਉਹ ਮਹਾਨ ਸ਼ਹੀਦਾਂ ਦੇ ਸਰਤਾਜ ਪੰਚਮ ਪਾਤਸ਼ਾਹ ਮਹਾਰਾਜ ਜੀ ਦੀ ਉਹ ਮਹਾਨ ਕੁਰਬਾਨੀ, ਮਹਾਨ ਸਾਡੇ ਤੇ ਪਰਉਪਕਾਰ, ਮਹਾਨ ਉਹਨਾਂ ਦੀ ਸ਼ਹਾਦਤ, ਸ਼ਹੀਦੀ ਸਮਾਗਮ ਬੜੇ ਪ੍ਰੇਮ ਤੇ ਸ਼ਰਧਾ ਦੇ ਨਾਲ ਸਿੱਖ ਸੰਗਤਾਂ ਮਨਾ ਰਹੀਆਂ ਨੇ। ਸਾਡਾ ਆਇਆ ਹੋਇਆ ਗੁਰੂ ਕੇ ਦਰਬਾਰ ਵਿੱਚ ਤਾਂ ਸਫਲਿਆ ਹੁੰਦਾ ਹੈ ਜੇ ਸਾਡਾ ਗੁਰੂ ਦੇ ਚਰਨਾਂ ਦੇ ਨਾਲ ਮਨ ਜੁੜ ਕੇ ਗੁਰੂ ਸਾਹਿਬਾਂ ਦੀਆਂ ਕਥਾ ਕਹਾਣੀਆਂ, ਗੁਰ ਇਤਿਹਾਸ, ਗੁਰਬਾਣੀ ਵਿਚਾਰ ਜਦੋਂ ਅਸੀਂ ਸਰਵਣ ਕਰਦੇ ਹਾਂ ਨਾ, ਉਸ ਵਕਤ ਸਾਡੇ ਜੋ ਦਿਲ ਦਿਮਾਗ ਨੇ, ਸਾਡੇ ਵਿਚਾਰ ਨੇ, ਉਹ ਤਬਦੀਲ ਹੋ ਜਾਂਦੇ ਨੇ। ਤਬਦੀਲ ਕਿਵੇਂ ਹੋ ਜਾਂਦੇ ਨੇ? ਜਿਹੜੀ ਸਾਡੀ ਆਪਣੀ ਮੱਤ ਹੈ ਉਹ ਦੂਰ ਹੋ ਜਾਂਦੀ ਏ, ਤੇ ਜਦੋਂ ਅਸੀਂ ਗੁਰੂ ਦੀ ਮੱਤ, ਗੁਰਮਤ ਆਪਣੇ ਹਿਰਦੇ ਦੇ ਵਿੱਚ ਵਸਾਉਂਦੇ ਹਾਂ ਤੇ ਸਾਡੇ ਅੰਦਰ ਉਹ ਗੁਰੂ ਦੀ ਭਾਵਨਾ ਵਾਲੇ ਖਿਆਲ ਆ ਜਾਂਦੇ ਨੇ। ਜਦੋਂ ਗੁਰੂ ਦਾ ਮਨੁੱਖ ਹੋ ਜਾਂਦਾ ਹੈ ਤੇ ਗੁਰੂ ਉਹਦੇ ਜੋਗਾ ਹੋ ਜਾਂਦਾ ਹੈ। ਆਪ ਜੀ ਮਹਾਨ
ਕਥਾ ਕਹਾਣੀਆਂ ਸਰਵਣ ਕਰਦੇ ਹੋ। ਜਿਨ੍ਹਾਂ ਨੇ ਗੁਰੂ ਨੂੰ ਤਨੋ ਮਨੋ ਹੋ ਕੇ ਯਾਦ ਕੀਤਾ, ਗੁਰੂ ਸਾਹਿਬਾਂ ਨੇ ਉਹਨਾਂ ਨੂੰ ਦਰਸ਼ਨ ਦਿਦਾਰੇ ਦਿੱਤੇ ਤੇ ਉਹਨਾਂ ਦੇ ਕਾਰਜ ਆਪ ਸਵਾਰੇ। ਆਓ ਕੁਝ ਵੀ ਕਹਿਣ ਤੋਂ ਪਹਿਲਾਂ ਜੋ ਸਿੱਖੀ ਦਾ ਸੱਚਾ ਤੇ ਸੁੱਚਾ ਅਸੂਲ ਹੈ, ਜਿਸ ਦੇ ਬੁਲਾਉਣ ਦੇ ਨਾਲ ਮਨੁੱਖ ਦੇ ਮੁਖ ਵਿੱਚੋਂ ਐਟੋਮੈਟਿਕ 2 ਵਾਰ ਵਾਹਿਗੁਰੂ ਸ਼ਬਦ ਦਾ ਜਾਪ ਹੁੰਦਾ ਹੈ, ਰਸਨਾ ਪਵਿੱਤਰ ਹੁੰਦੀ ਏ, ਹਉਮੈ ਦੁਈ ਦਵੈਤ ਦੂਰ ਹੁੰਦੀ ਏ। ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੋਈ ਸ਼ਾਇਰ ਬੜੀਆਂ ਮਹਾਨ ਲਾਈਨਾਂ ਲਿਖਦਾ ਹੈ, ਕਦੋਂ? ਜਦੋਂ ਅਸੀਂ ਸ਼ਹੀਦਾਂ ਦੀ ਯਾਦ ਨੂੰ ਤਾਜ਼ਿਆਂ ਕਰਦੇ ਹਾਂ, ਜਦੋਂ ਸ਼ਹੀਦਾਂ ਦੀ ਯਾਦ ਦੇ ਵਿੱਚ ਜੁੜ ਬੈਠਦੇ ਹਾਂ, ਕਿਉਂਕਿ ਸਾਡੇ ਵਾਸਤੇ ਉਹਨਾਂ ਨੇ ਆਪਣੇ ਤਨਾਂ ਦੀਆਂ ਅਹੂਤੀਆਂ ਦੇ ਦਿੱਤੀਆਂ ਨੇ ਔਰ ਸਾਡੇ ਉਤੋਂ ਆਪੇ ਨਿਸ਼ਾਵਰ ਕੀਤੇ ਨੇ। ਸਿੱਖੀ ਤੇ ਸਿਦਕ ਤੋਂ ਡੋਲੇ ਨਹੀਂ ਔਰ ਧਰਮੀ ਬਣ ਕੇ ਤੇ ਸਾਨੂੰ ਇਹ ਵਿਖਾਇਆ ਵੀ ਧਰਮ ਹੈ ਕੀ, ਧਰਮ ਆਉਂਦਾ ਕਿੱਥੋਂ ਹੈ। ਜੇ ਕਹਿਣ ਦੇ ਨਾਲ ਮਨੁੱਖ ਕਹੇ ਮੈਂ ਧਰਮੀ ਬਣ ਗਿਆ, ਨਹੀਂ ਗੱਲ ਬਣਦੀ। ਮਨੁੱਖ ਦੇ ਅੰਦਰ ਪਹਿਲੋਂ ਮੋਹ ਆਉਂਦਾ ਹੈ, ਮੋਹ ਤੋਂ ਬਾਅਦ ਦੇ ਵਿੱਚ ਵੈਰਾਗ ਆਉਂਦਾ ਹੈ ਤੇ ਵੈਰਾਗ ਤੋਂ ਬਾਅਦ ਦੇ ਵਿੱਚ ਮਨੁੱਖ ਧਰਮੀ ਬਣਦਾ ਹੈ। ਜਦੋਂ ਵੈਰਾਗੀ ਹੋ ਜਾਂਦਾ ਹੈ, ਫਿਰ ਉਹਨੂੰ ਇਹ ਪਤਾ ਲੱਗਦਾ ਹੈ ਵੀ ਜਿਹੜੇ ਮੇਰੇ ਅੰਦਰ ਦੇ ਵਿਚਾਰ ਨੇ ਨਾ, ਉਹ ਮੇਰੇ ਗੁਰੂ ਦੇ ਚਰਨਾਂ ਦੇ ਨਾਲ ਇਨ ਬਿਨ ਜੋ ਗੁਰੂ ਕਹਿ ਰਿਹਾ ਹੈ, ਮੈਂ ਉਹਨਾਂ ਵਿਚਾਰਾਂ ਨੂੰ ਮੰਨ ਰਿਹਾ। ਪਤਾ ਲੱਗ ਜਾਂਦਾ ਹੈ ਮਨੁੱਖ ਨੂੰ। ਸਿਆਣੇ ਕਹਿੰਦੇ ਨੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਿਹੜੇ ਵੀ ਮਨੁੱਖ ਨੇ ਕਾਰਜ ਕੀਤੇ ਹੋਣ, ਉਹਨਾਂ ਨੂੰ ਆਪਣੇ ਨਾ ਸਮਝੇ, ਉਹਨਾਂ ਨੂੰ ਇੱਕ ਸਾਈਡ ਰੱਖ ਕੇ ਤੇ ਫਿਰ ਉਹਨਾਂ ਤੇ ਵਿਚਾਰ ਕਰੇ ਤੇ ਫਿਰ ਮਨੁੱਖ ਨੂੰ ਇਹ ਪਤਾ ਲੱਗਦਾ ਵੀ ਸਵੇਰ ਤੋਂ ਲੈ ਕੇ ਮੈਂ ਸ਼ਾਮ ਤੱਕ ਚੰਗੇ ਕੰਮ ਕਿੰਨੇ ਕੀਤੇ ਨੇ ਤੇ ਮਾੜੇ ਕਿੰਨੇ ਕੀਤੇ ਨੇ, ਆਪਣੇ ਆਪ ਪਤਾ ਲੱਗ ਜਾਂਦਾ ਹੈ। ਆਓ ਮੈਂ ਆਪ ਜੀ ਦੀ ਖਿਦਮਤ ਕਰਨ ਲੱਗਾ ਕਿ ਜਦੋਂ ਅਸੀਂ ਸ਼ਹੀਦਾਂ ਦੀ ਯਾਦ ਦੇ ਵਿੱਚ ਜੁੜਦੇ ਹਾਂ ਨਾ, ਤੇ ਉਦੋਂ ਜਿਹੜੀਆਂ ਸ਼ਹੀਦਾਂ ਦੀਆਂ ਆਤਮਾਵਾਂ ਨੇ ਉਹ ਖਿੜ ਉੱਠਦੀਆਂ ਨੇ, ਉਹ ਮਹਿਕਦੀਆਂ ਨੇ, ਉਹ ਟਹਿਕਦੀਆਂ ਨੇ, ਕਿਉਂਕਿ ਅਸੀਂ ਸ਼ਹੀਦਾਂ ਨੂੰ ਯਾਦ ਕਰਦੇ ਹਾਂ ਨਾ। ਐਸੇ ਮਹਾਨ ਸ਼ਹੀਦਾਂ ਨੇ ਸਾਡੇ ਵਾਸਤੇ, ਜੋ ਸਾਡੇ ਗਲਾਂ ਵਿੱਚ ਗੁਲਾਮੀ ਪਈ ਹੋਈ ਸੀ, ਗੁਲਾਮੀ ਦੀਆਂ ਜ਼ੰਜੀਰਾਂ ਪਈਆਂ ਹੋਈਆਂ ਸਨ, ਔਰ ਉਹਨਾਂ ਨੂੰ ਸਾਡੇ ਗਲੋਂ ਉਤਾਰ ਕੇ ਤੇ ਸਾਨੂੰ ਗੁਰੂ ਦੇ ਸ਼ਬਦ ਦੇ ਨਾਲ ਜੋੜਿਆ। ਜਿਹੜੀ ਪਹਿਲਾ ਕਾਰਨ ਹੈ ਨਾ ਸ਼ਹੀਦੀ ਦਾ, ਮੇਰੇ ਅਤੀ ਸਤਿਕਾਰਯੋਗ ਡਾਕਟਰ ਸਾਹਿਬ ਹੁਣੇ ਦਰਸਾ ਰਹੇ ਸਨ ਵੀ ਸ਼ਹੀਦੀ ਦੇ ਕਾਰਨ ਕੀ ਸਨ। ਮੇਰੇ ਪੰਚਮ ਪਾਤਸ਼ਾਹ ਮਹਾਰਾਜ ਜੀ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤਿਆਰ ਕਰਵਾ ਕੇ ਔਰ ਹਰਮੰਦਰ ਸਾਹਿਬ ਬਣਾ ਕਰਕੇ ਔਰ ਉਸ ਦੇ ਵਿੱਚ ਗੁਰਬਾਣੀ ਦਾ ਪ੍ਰਕਾਸ਼ ਕਰਾਇਆ ਔਰ ਪਹਿਲੇ ਹੈਡ ਗ੍ਰੰਥੀ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਹੋਏ ਨੇ। ਹੁਕਮਨਾਮਾ ਆਇਆ ਸੂਹੀ ਮਹੱਲਾ ਪੰਜਵਾਂ, ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ, ਤਰਤ ਸੁਹਾਵੀ ਤਾਲ ਸੁਹਾਵਾ, ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਚਾਰੇ ਦਿਸ਼ਾਵਾਂ ਤੋਂ ਸਿੱਖ ਸੰਗਤਾਂ ਗੁਰੂ ਕੇ ਦਰਬਾਰ ਦੇ ਵਿੱਚ ਪਹੁੰਚਦੀਆਂ ਨੇ, ਆਪੋ ਆਪਣੀਆਂ ਮਨੋਬਿਰਤੀਆਂ ਨੂੰ ਇਕਾਗਰ ਕਰਕੇ ਮਨੋ ਕਾਮਨਾਵਾਂ ਲੈ ਕੇ ਆਉਂਦੀਆਂ ਨੇ ਔਰ ਆਪਣੀਆਂ ਆਸਾਂ ਉਮੀਦਾਂ ਪੂਰੀਆਂ ਕਰਦੀਆਂ ਹੋਈਆਂ ਸਿੱਖ ਸੰਗਤਾਂ ਆਪਣੇ ਵਾਪਸੀ ਘਰਾਂ ਨੂੰ ਚਲੇ ਜਾਂਦੀਆਂ ਨੇ। ਜਦੋਂ ਇਤਨੀ ਵਾਹ ਵੇਖੀ ਹੈ ਨਾ ਦੁਸ਼ਮਣ ਵਿਰੋਧੀ ਲੋਕਾਂ ਨੇ, ਤੇ ਉਹਨਾਂ ਦੇ ਮਨ ਦੇ ਵਿੱਚ ਅੱਗ ਬਲ ਉੱਠੀ ਹੈ। ਉਹਨਾਂ ਨੇ ਕਿਹਾ ਵੀ ਇਤਨਾ ਮਹਾਨ ਗੁਰੂ ਹੈ ਔਰ ਜਿਹੜੀਆਂ ਸੰਗਤਾਂ ਨੇ ਸਾਰੀਆਂ ਹੀ ਗੁਰੂ ਦੇ ਦਰਬਾਰ ਵਿੱਚ ਆਉਂਦੀਆਂ ਨੇ, ਤੇ ਉਹ ਦਿਨ ਦੂਰ ਨਹੀਂ ਬਈ ਜਿਸ ਦਿਨ ਇਹ ਜਿਹੜੇ ਸਾਡੇ ਤਾਜ ਤਖਤ ਨੇ, ਰਾਜ ਹੈ, ਉਹ ਖੁੱਸ ਜਾਏਗਾ। ਕਿਉਂਕਿ ਇਸਲਾਮ ਧਰਮ ਨੂੰ ਜੇ ਖਤਰਾ ਸੀ ਤੇ ਸਾਡੇ ਸਿੱਖ ਪ੍ਰਚਾਰ ਤੋਂ ਖਤਰਾ ਸੀ, ਸਾਡੀ ਸਿੱਖੀ ਤੋਂ ਖਤਰਾ ਸੀ। ਔਰ ਉਹ ਬੜੀਆਂ ਵਿਉਂਤਾਂ ਬਣਾਉਂਦੇ ਰਹੇ ਨੇ।
ਜਿਹੜੇ ਵੀ ਰਾਜ ਤੇ ਬਹਿੰਦੇ ਰਹੇ ਨੇ ਬਈ ਇਸ ਸਿੱਖ ਧਰਮ ਨੂੰ ਕੁਚਲ ਕੇ ਰੱਖ ਦਿੱਤਾ ਜਾਏ। ਆ ਮੇਰੇ ਪੰਚਮ ਪਾਤਸ਼ਾਹ ਮਹਾਰਾਜ ਜੀ ਨੇ ਇਸ ਧਰਮ ਗ੍ਰੰਥ ਨੂੰ ਮਹਾਨਤਾ ਦਿਵਾਉਣ ਵਾਸਤੇ ਆਪਣੇ ਤਨ ਦੀ ਆਹੂਤੀ ਦੇ ਦਿੱਤੀ ਹੈ, ਤਨ ਦੀ ਆਹੂਤੀ ਦੇ ਦਿੱਤੀ ਹੈ। ਕੋਈ ਸ਼ਾਇਰ ਬੜੀਆਂ ਮਹਾਨ ਲਾਈਨਾਂ ਲਿਖਦਾ ਹੈ ਗੁਰੂ ਕੀ ਗੁਰਬਾਣੀ ਦੀ ਮਹਾਨਤਾ ਦੇ ਵਿੱਚ, ਕਹਿੰਦਾ ਵੀ ਜਿਹੜਾ ਆ ਕੇ ਮੱਥਾ ਟੇਕਦਾ ਉਸ ਦਾ ਵੀ ਭਲਾ ਗੁਰੂ ਕਰ ਦਿੰਦਾ ਹੈ, ਜਿਹੜਾ ਸ਼ਰਧਾ ਲੈ ਕੇ ਆਉਂਦਾ ਹੈ ਉਹਦਾ ਵੀ ਭਲਾ ਹੋ ਜਾਂਦਾ ਹੈ, ਜਿਹੜਾ ਓਟ ਟਕਾ ਕੇ ਗੁਰੂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦਾ ਉਹਦਾ ਵੀ ਗੁਰੂ ਭਲਾ ਕਰਦਾ ਹੈ। ਇੱਥੋਂ ਤੇ ਜਿਹੜੇ ਚੋਰ ਸਨ ਉਹ ਵੀ ਦੇਵਤੇ ਬਣ ਗਏ ਨੇ, ਜਿਹੜੇ ਪਾਪੀ ਸਨ ਉਹ ਦੇਵਤੇ ਬਣ ਗਏ ਨੇ। ਗੁਰਬਾਣੀ ਵਿੱਚ ਕੈਸੀ ਸ਼ਕਤੀ ਹੈ। ਕੋਈ ਸ਼ਾਇਰ ਲਿਖਦਾ ਵੀ ਜੋ ਮੰਗੀਏ ਨਾ ਉਹ ਸਾਨੂੰ ਗੁਰੂ ਕੇ ਦਰਬਾਰ ਚੋਂ ਮਿਲ ਜਾਂਦਾ ਹੈ, ਜੇ ਸਾਡਾ ਅਕੀਦਾ ਹੋਏ ਤਾਂ। ਕੋਈ ਸ਼ਾਇਰ ਲਿਖਦਾ ਗੁਰੂ ਪੰਚਮ ਪਾਤਸ਼ਾਹ ਨੇ ਸਾਡੇ ਤੇ ਮਹਾਨ ਬਖਸ਼ਿਸ਼ ਕੀਤੀ ਹੈ ਕਲਯੁਗੀ ਜੀਵਾਂ ਤੇ। ਗੁਰੂ ਪੰਜਵੇਂ ਪਾਤਸ਼ਾਹ ਸੰਗਤੇ ਜਾਣੋ ਰਚਤਾ ਇਹ ਦਰਬਾਰ, ਇਹਨਾਂ ਕਲਯੁਗੀ ਜੀਵਾਂ ਵਾਸਤੇ ਕੀਤਾ ਬੇੜਾ ਇਹ ਤਿਆਰ। ਜਿਹੜਾ ਪੜ੍ਹੇ ਸੁਣੇ ਮਨ ਲਾ ਕੇ ਨਾ ਉਹ ਖਾਊ ਜਮਾਂ ਦੀ ਮਾਰ, ਤੇ ਜੋ ਪਾਠ ਕਰਾਵੇ ਇਸ ਦਾ ਸ਼ਰਧਾ ਮਨ ਵਿੱਚ ਆਪਣੇ ਧਾਰ। ਤੋਟ ਰਹਿੰਦੀ ਕਿਸੇ ਨਾ ਗੱਲ ਦੀ ਆ ਟੁੱਟ ਭਰੇ ਭੰਡਾਰ। ਇਸ ਬਾਣੀ ਨੂੰ ਦੇ ਖੋਜੀਏ ਲੱਭਣ ਦਾਤਾ ਕਈ ਹਜ਼ਾਰ। ਪੜੇ ਸੁਬਾ ਸ਼ਾਮ ਜੋ ਨੇਮ ਨਾਲ ਉਹਦਾ ਲੋਕ ਕਰਨ ਸਤਕਾਰ। ਇਹ ਬਾਣੀ ਪੜ ਪੜ ਛੱਡ ਗਏ ਚੋਰੀ ਕਈ ਨੇ ਚੋਰ ਹਜ਼ਾਰ। ਪੰਡਤਾਂ ਨੂੰ ਬਾਣੀ ਤਾਰਿਆ ਤੇ ਤਾਰ ਦਿੱਤੇ ਚਮਿਆਰ। ਗਣਕਾ ਰਾਣੀ ਵਰਗੀਆਂ ਤਰ ਗਈਆਂ, ਤਾਰਾ ਰਾਣੀ ਵਰਗੀਆਂ ਤਰ ਗਈਆਂ, ਗਣਕਾ ਜਹੀਆਂ ਕਈ ਨਚਾਰ। ਇਹ ਦਿੱਤਾ ਖਜ਼ਾਨਾ ਸਤਿਗੁਰਾਂ ਆਪ ਦੇ ਤੇ ਕਸ਼ਟ ਸਹਾਰ। ਗੁਰੂ ਸਾਹਿਬਾਂ ਨੇ ਆਪਣੀ ਦੇਹੀ ਤੇ ਕਸ਼ਟ ਸਹਾਰ ਕੇ ਤੇ ਇਹ ਸਾਨੂੰ ਤਾਂ ਖਜ਼ਾਨਾ ਮਿਲਿਆ ਗੁਰਬਾਣੀ ਦਾ, ਉਸ ਤਰ੍ਹਾਂ ਨਹੀਂ ਮਿਲਿਆ। ਮੇਰੇ ਪੰਚਮ ਪਾਤਸ਼ਾਹ ਮਹਾਰਾਜ ਜੀ ਨੇ ਆਪ ਜੀ ਜਾਣਦੇ ਹੋ ਬਈ ਪਹਿਲਾ ਕਾਰਨ ਤੇ ਇਹੀ ਹੈ ਬਈ ਜਦੋਂ ਗੁਰੂ ਸਾਹਿਬਾਂ ਨੇ ਮਹਾਨ ਗ੍ਰੰਥ ਰਚੇ ਤੇ ਉਦੋਂ ਵਿਰੋਧੀਆਂ ਨੇ ਕੋਈ ਨਾ ਕੋਈ ਟਿੱਪਣੀ ਕਰਨ ਵਾਸਤੇ ਤੇ ਉਹਨਾਂ ਕਿਹਾ ਬਈ ਇਸ ਧਰਮ ਗ੍ਰੰਥ ਦੇ ਵਿੱਚ ਸਾਡੇ ਹਜ਼ਰਤ ਮੁਹੰਮਦ ਸਾਹਿਬ ਦਾ ਨਾਮ ਜ਼ਰੂਰ ਆਉਣਾ ਚਾਹੀਦਾ ਸੀ। ਇਹ ਪਹਿਲਾ ਕਾਰਨ ਇੱਥੋਂ ਸ਼ੁਰੂ ਹੋ ਜਾਂਦਾ ਹੈ ਸ਼ਹੀਦੀ ਦਾ। ਉਸ ਤੋਂ ਬਾਅਦ ਦੇ ਵਿੱਚ ਚੰਦੂ ਲਾਲ ਦੀ ਲੜਕੀ ਦਾ ਰਿਸ਼ਤਾ, ਕਿਉਂਕਿ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਜਦੋਂ ਲਾਗੀ ਆਏ ਸਨ ਨਾ ਰਿਸ਼ਤਾ ਕਰਨ ਵਾਸਤੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ, ਤੇ ਉਸ ਵਕਤ ਰਿਸ਼ਤਾ ਪੱਕਾ ਕਰਕੇ ਚਲੇ ਗਏ ਸਨ। ਤੇ ਜਦੋਂ ਜਾ ਕੇ ਚੰਦੂ ਲਾਲ ਨੂੰ ਦੱਸਿਆ ਸੀ ਨਾ ਤੇ ਉਸ ਵੇਲੇ ਚੰਦੂ ਲਾਲ ਭੜਕ ਉੱਠਿਆ, ਕਹਿਣ ਲੱਗਾ ਵੀ ਇੱਕ ਚਬਾਰੇ ਦੀ ਇੱਟ ਤੇ ਮੋਰੀ ਨੂੰ ਲਾ ਕੇ ਆ ਗਏ ਜੇ, ਇਹ ਤੁਸੀਂ ਬਹੁਤ ਗਲਤ ਕੀਤਾ ਹੈ, ਲਾਗੀਆਂ ਨੂੰ ਕਹਿਣ ਲੱਗਾ। ਔਰ ਜਦੋਂ ਸੰਗਤਾਂ ਨੇ ਇਹ ਵਿਚਾਰ ਸੁਣੇ ਤੇ ਸੰਗਤਾਂ ਨੇ ਆ ਕੇ ਗੁਰੂ ਸਾਹਿਬਾਂ ਨੂੰ ਇਹ ਕਿਹਾ, ਮਹਾਰਾਜ ਚੰਦੂ ਦੀ ਧੀ ਦਾ ਰਿਸ਼ਤਾ ਅਸੀਂ ਨਹੀਂ ਲਵਾਂਗੇ, ਕਿਉਂ ਗੁਰੂ ਘਰ ਨੂੰ ਇੱਕ ਮੋਰੀ ਦੇ ਸਮਾਨ ਦੱਸਦਾ ਹੈ, ਆਪ ਚੁਬਾਰਾ ਬਣਦਾ ਹੈ। ਤੇ ਉਸ ਤੋਂ ਬਾਅਦ ਦੇ ਵਿੱਚ ਜਹਾਂਗੀਰ ਗੱਦੀ ਤੇ ਬੈਠਾ ਸੀ, ਚੰਦੂ ਨੇ ਪਿਰਥੀ ਚੰਦ ਨੇ, ਕਿਉਂਕਿ ਗੁਰੂ ਸਾਹਿਬਾਂ ਦਾ ਭਾਵੇਂ ਭਰਾ ਸੀ ਪਰ ਉਹ ਕਹਿੰਦਾ ਸੀ ਗੱਦੀ ਦਾ ਹੱਕ ਮੇਰਾ ਬਣਦਾ ਹੈ। ਪਰ ਗੁਰੂ ਘਰ ਦੇ ਵਿੱਚ ਵੱਡਾ ਛੋਟਾ ਨਹੀਂ ਵੇਖਿਆ ਜਾਂਦਾ, ਗੁਰੂ ਘਰ ਦੇ ਵਿੱਚ ਸੇਵਾ ਵੇਖੀ ਜਾਂਦੀ ਹੈ। ਜਿਹੜਾ ਸੇਵਾ ਕਰਦਾ ਹੈ ਨਾ ਗੁਰਗੱਦੀ ਦਾ ਹੱਕ ਉਸ ਨੂੰ ਹੁੰਦਾ ਹੈ, ਦੂਸਰੇ ਨੂੰ ਨਹੀਂ। ਔਰ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਨਾਲ ਉਹ ਦਿਲੋਂ ਖਾਰ ਖਾਂਦਾ ਸੀ। ਔਰ ਉਸ ਤੋਂ ਬਾਅਦ ਦੇ ਵਿੱਚ ਬੜੇ ਪੰਡਤ ਮੁੱਲਾ ਮਲਾਣੇ ਰਲ ਗਏ ਔਰ ਇਹਨਾਂ ਨੇ ਜਾ ਕੇ ਜਹਾਂਗੀਰ ਦੇ ਕੋਲ ਸ਼ਿਕਾਇਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਜਹਾਂਗੀਰ ਕੰਨਾਂ ਦਾ ਕੱਚਾ ਸੀ ਔਰ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਇਹ ਕਿਹਾ ਬਈ ਬਾਦਸ਼ਾਹ ਸਲਾਮਤ, ਤੁਹਾਡੇ ਪੁੱਤਰ ਨੂੰ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ 5000 ਰੁਪਈਆ ਦਿੱਤਾ ਹੈ ਔਰ ਉਹਨਾਂ ਦੇ ਮੱਥੇ ਤੇ ਤਿਲਕ ਲਾਇਆ ਹੈ,
ਜਿਸ ਨੂੰ ਹਿੰਦੂ ਸ਼ਗਨ ਸਮਝਦੇ ਨੇ ਤੇ ਨਾਲੇ ਉਹਨੂੰ ਲੰਗਰ ਦੇ ਵਿੱਚੋਂ ਪ੍ਰਸ਼ਾਦਾ ਛਕਾਇਆ ਹੈ। ਹੁਣ ਇਹਦੇ ਕੰਨਾਂ ਦੇ ਅੰਦਰ ਇਹ ਗੱਲ ਬੜੀ ਛੇਤੀ ਗੂੰਜਣ ਲੱਗ ਪਈ ਬਈ ਮੇਰੇ ਪੁੱਤਰ ਨੂੰ, ਕਿਉਂਕਿ ਇਸ ਨੇ ਬਗਾਵਤ ਕਰ ਦਿੱਤੀ ਸੀ ਨਾ ਖੁਸਰੋ ਨੇ। ਇਹ ਜਿਉਂ ਚੱਲਿਆ ਦਿੱਲੀ ਤੋਂ ਪੰਜਾਬ ਪਹੁੰਚਿਆ, ਇਹਨੇ ਸੁਲਤਾਨਪੁਰ ਤੇ 2 ਹਮਲੇ ਕੀਤੇ ਸਨ ਔਰ ਦੋਵਾਂ ਹਮਲਿਆਂ ਦੇ ਵਿੱਚ ਹੀ ਹਾਰ ਗਿਆ, ਜਿੱਤ ਨਹੀਂ ਸਕਿਆ। ਉਸ ਤੋਂ ਬਾਅਦ ਦੇ ਵਿੱਚ ਲਾਹੌਰ ਪਹੁੰਚਿਆ, ਇਹਨੇ ਫਿਰ ਇੱਕ ਹਮਲਾ ਕੀਤਾ ਹੈ ਔਰ ਉੱਥੇ ਵੀ ਇਹ ਜਿੱਤ ਨਹੀਂ ਸਕਿਆ, ਹਾਰ ਗਿਆ। ਔਰ ਉਸ ਤੋਂ ਬਾਅਦ ਦੇ ਵਿੱਚ ਬਿਆਸਾ ਦਰਿਆ ਟੱਪਿਆ ਤੇ ਉੱਥੇ ਜਾ ਕੇ ਫੜਿਆ ਗਿਆ, ਇਹਦੇ ਨਾਲ ਦੇ ਫੜੇ ਗਏ। ਔਰ ਉਸ ਵੇਲੇ ਜਹਾਂਗੀਰ ਲਾਹੌਰ ਪਹੁੰਚਿਆ ਸੀ। ਇਤਿਹਾਸਕਾਰ ਦੱਸਦਾ ਹੈ ਵੀ ਜਿਹੜੇ ਇਸ ਖੁਸਰੋ ਦੇ ਨਾਲ ਦੇ ਸਨ ਉਹਨਾਂ ਨੂੰ ਲਾਹੌਰ ਲਿਆਂਦਾ ਗਿਆ, ਸਜ਼ਾਵਾਂ ਦਿੱਤੀਆਂ ਗਈਆਂ ਔਰ ਜਿਹੜਾ ਬਾਗੀ ਖੁਸਰੋ ਸੀ ਇਹਦੀਆਂ ਵੀ ਦੋਵੇਂ ਅੱਖਾਂ ਕੱਢ ਦਿੱਤੀਆਂ ਸਨ। ਇਸ ਨੂੰ ਇਹ ਤਸੀਹਾ ਦਿੱਤਾ ਸੀ ਜਾਨੋਂ ਨਹੀਂ ਸੀ ਮਾਰਿਆ। ਔਰ 27 ਦਿਨ ਜਹਾਂਗੀਰ ਲਾਹੌਰ ਰਿਹਾ ਸੀ, ਇਹ ਇਤਿਹਾਸ ਦੱਸਦਾ ਹੈ। ਜਿਸ ਵਕਤ ਇਹ ਗੱਲਾਂ ਸੁਣੀਆਂ, ਰਾਜੇ ਕੰਨਾਂ ਦੇ ਕੱਚੇ ਹੁੰਦੇ ਨੇ ਜਹਾਂਗੀਰ ਨੇ, ਉਸ ਵੇਲੇ ਪੰਚਮ ਪਾਤਸ਼ਾਹ ਮਹਾਰਾਜ ਜੀ ਦੇ ਇਸਨੇ ਵਾਰੰਟ ਜਾਰੀ ਕਰ ਦਿੱਤੇ। ਮੁਰਤਜ਼ਾ ਖਾਨ ਨੂੰ ਹੁਕਮ ਕੀਤਾ ਬਈ ਗੁਰੂ ਅਰਜਨ ਨੂੰ ਜਿਉਂਦੇ ਨੂੰ ਜਾਂ ਮੋਏ ਨੂੰ ਸਣੇ ਪਰਿਵਾਰ ਗ੍ਰਿਫਤਾਰ ਕਰਕੇ ਤੇ ਮੇਰੇ ਕੋਲ ਲਿਆਂਦਾ ਜਾਏ, ਮੇਰੇ ਪੇਸ਼ ਕੀਤਾ ਜਾਏ। ਇਹ ਹੁਕਮ ਪਾ ਕੇ ਮੁਰਤਜ਼ਾ ਖਾਨ, ਜਿਸ ਦਾ ਪਹਿਲਾ ਨਾਮ ਸ਼ੇਖ ਫਰੀਦ ਬੁਖਾਰੀ ਹੈ, ਔਰ ਵਜ਼ੀਰ ਖਾਨ, ਇਹ ਦੋਵੇਂ ਪਹੁੰਚੇ ਨੇ ਹੁਕਮ ਪਾ ਕੇ ਅੰਮ੍ਰਿਤਸਰ ਸਾਹਿਬ ਵਿਖੇ। ਔਰ ਜਾ ਕੇ ਵਜ਼ੀਰ ਖਾਨ ਨੇ ਹੱਥ ਜੋੜ ਕੇ ਪੰਚਮ ਪਾਤਸ਼ਾਹ ਮਹਾਰਾਜ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਹੈ ਕਿ ਮਹਾਰਾਜ ਤੁਹਾਨੂੰ ਜਹਾਂਗੀਰ ਦਿੱਲੀ ਬੁਲਾ ਰਿਹਾ ਹੈ। ਇਹ ਉਹੀ ਵਜ਼ੀਰ ਖਾਨ ਹੈ ਜਿਸ ਦੀ ਜਲੰਧਰ ਦੀ ਬਿਮਾਰੀ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੇ ਆਪਣੀ ਕਾਰ ਸੇਵਾ ਵਾਲੀ ਟੋਕਰੀ ਦੇ ਨਾਲ ਹਟਾਈ ਸੀ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਅੱਜ ਵੀ ਤੁਸੀਂ ਉਹ ਮਹਾਨ ਸੰਪਰਦਾ ਕਾਰ ਸੇਵਾ ਦੇ ਬਾਨੀ ਸੱਚਖੰਡ ਵਾਸੀ ਪੰਥ ਰਤਨ ਬਾਬਾ ਹਰਬੰਸ ਸਿੰਘ ਜੀ, ਜਥੇਦਾਰ ਬਾਬਾ ਫੌਜਕ ਸਿੰਘ ਜੀ ਸੱਚਖੰਡ ਵਾਸੀ, ਔਰ ਸੀਨੇ ਮਸੀਨੇ ਚੱਲ ਰਹੀ ਸੇਵਾ ਬਾਬਾ ਬਚਨ ਸਿੰਘ ਜੀ ਦਿੱਲੀ ਵਾਲੇ, ਜਥੇਦਾਰ ਬਾਬਾ ਗੁਰਜੰਟ ਸਿੰਘ ਜੀ ਨਾਨਕਪੁਰੀ ਟਾਂਡਾ ਗੁਰਦੁਆਰਾ ਸਾਹਿਬ ਵਾਲੇ, ਉਹ ਅੱਜ ਸਿੱਖ ਸੰਗਤਾਂ ਦੇ ਵਿੱਚ ਸੇਵਾ ਕਰਵਾ ਰਹੇ ਨੇ। ਜਥੇਦਾਰ ਬਾਬਾ ਅਮਰੀਕ ਸਿੰਘ ਜੀ ਔਰ ਬਾਬਾ ਖਾਰਾ ਜੀ ਬੜੇ ਪ੍ਰੇਮ ਦੇ ਨਾਲ ਇਸ ਦਰਬਾਰ ਦੀ ਸੇਵਾ ਕਰਵਾ ਰਹੇ ਨੇ। ਸੇਵਾ ਕਰਨੀ ਸਭ ਤੋਂ ਚੰਗੀ, ਵਿਰਲੇ ਲੋਕ ਕਮਾਉਂਦੇ, ਸਮਾਂ ਬੀਤਿਆ ਹੱਥ ਨਹੀਂ ਆਉਂਦਾ, ਫਿਰ ਪਿੱਛੋਂ ਪਛਤਾਉਂਦੇ, ਤਨ ਮਨ ਹੋ ਪਵਿੱਤਰ ਜਾਂਦਾ। ਜੋ ਵੇਲਾ ਨਾ ਟਾਲੇ, ਹਰ ਦੁਖੀਏ ਨੂੰ ਤਾਰ ਰਹੇ ਨੇ ਸੰਤ ਕਾਰ ਸੇਵਾ ਵਾਲੇ। ਕਾਰ ਦਾ ਮਤਲਬ ਫ੍ਰੀ, ਸੇਵਾ ਦਾ ਮਕਸਦ ਵੀ ਸੇਵਾ ਗੁਰੂ ਦੇ ਦਰਬਾਰ ਵਿੱਚ ਕਰਨਾ। ਅੱਜ ਉਹਨਾਂ ਦੇ ਮਹਾਨ ਸਮਾਗਮ ਵੇਖੋ, ਕਿਤਨਾ ਮਹਾਨ ਉਪਰਾਲਾ ਉਹ ਕਰ ਰਹੇ ਨੇ। ਦੇਸਾਂ ਵਿਦੇਸਾਂ ਦੇ ਵਿੱਚ ਆਪ ਜੀ ਵੇਖਦੇ ਹੋ, ਵਿਰਾਸਤ ਚੈਨਲ ਰਾਹੀਂ ਸਿੱਖ ਸੰਗਤਾਂ ਵੇਖ ਰਹੀਆਂ ਨੇ। ਔਰ ਸੇਵਾ ਸੰਤਾਂ ਮਹਾਂਪੁਰਸ਼ਾਂ ਦੀ ਬੜੀ ਵੱਡੀ ਹੈ। ਇਹ ਗੁਰੂ ਧਾਮ ਬਣਵਾਏ ਨੇ ਔਰ ਗੁਰੂ ਧਾਮਾਂ ਦੇ ਨਾਲ ਸਿੱਖ ਸੰਗਤਾਂ ਨੂੰ ਜੋੜ ਰਹੇ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਨਾਲ। ਸ਼ਬਦ ਗੁਰ ਪੀਰਾ ਗਹਿਰ ਗੰਭੀਰਾ, ਗੁਰੂ ਸ਼ਬਦ ਦੇ ਨਾਲ ਜੋੜ ਰਹੇ ਨੇ। ਇਹ ਬੜੀ ਮਹਾਨਤਾ ਹੈ। ਆਓ, ਜਿਸ ਵਕਤ ਵਜ਼ੀਰ ਖਾਂ ਨੂੰ ਗੁਰੂ ਪੰਚਮ ਪਾਤਸ਼ਾਹ ਮਹਾਰਾਜ ਨੇ ਹੁਕਮ ਲਗਾਇਆ ਸੀ ਬਈ ਜੇ ਸੁਖਮਣੀ ਸਾਹਿਬ ਦਾ ਪਾਠ ਤੂੰ ਸੁਣਦਾ ਰਹੇਗਾ ਨਾ, ਤੇ ਹੁਣ ਫਿਰ ਬਾਅਦ ਦੇ ਵਿੱਚ ਇਹ ਜਿਹੜੀ ਜਲੰਧਰ ਦੀ ਬਿਮਾਰੀ ਹੈ ਤੇਰੇ ਨੇੜੇ ਨਹੀਂ ਫਟਕੇਗੀ। ਇਸ ਨੇ ਇੱਕ ਸਿੱਖ ਨੂੰ ਜੋ ਵੀ ਉਦੋਂ ਚੱਲਦਾ ਸੀ ਉਹਦੀ ਭੇਟਾ ਦੇ ਕੇ ਤੇ ਇਹ ਰੋਜ਼ ਸੁਖਮਣੀ ਸਾਹਿਬ ਦਾ ਜਾਪ ਸਰਵਣ ਕਰਿਆ ਕਰਦਾ ਸੀ। ਅੱਜ ਮਨ ਭਰ ਆਇਆ ਵਜ਼ੀਰ ਖਾਂ ਦਾ ਵੀ, ਕਿਉਂ ਹੁਕਮ ਦਾ ਬੱਧਾ ਹੋਇਆ ਸੀ। ਪੰਚਮ ਪਾਤਸ਼ਾਹ ਮਹਾਰਾਜ ਜੀ ਨੂੰ ਜਦੋਂ ਆ ਕੇ ਤੇ ਦੱਸਿਆ, ਉਸ ਵਕਤ ਮੇਰੇ ਪੰਚਮ ਪਾਤਸ਼ਾਹ ਮਹਾਰਾਜ ਸ਼ਹੀਦਾਂ ਦੇ ਸਰਤਾਜ ਬਣਨ ਵਾਲੇ, ਉਹਨਾਂ ਨੇ ਇੱਕ
ਅੰਮ੍ਰਿਤਸਰ ਸਾਹਿਬ ਵਿਖੇ ਜਿੱਥੇ ਅੱਜ ਅਕਾਲ ਤਖਤ ਸਾਹਿਬ ਬਣਿਆ ਹੋਇਆ ਹੈ, ਇਸ ਜਗ੍ਹਾ ਤੇ ਰਾਤ ਦੀਵਾਨ ਕੀਤਾ ਔਰ ਸਿੱਖ ਸੰਗਤਾਂ ਨੇ ਪੁੱਛਿਆ ਮਹਾਰਾਜ ਅੱਗੇ ਦਾ ਕੀ ਸਮਾਂ ਕੈਸਾ ਆਏਗਾ। ਔਰ ਲਾਹੌਰ ਨੂੰ ਤੁਰਨ ਲੱਗਿਆ ਮੇਰੇ ਪੰਚਮ ਪਾਤਸ਼ਾਹ ਮਹਾਰਾਜ ਜੀ ਜੋ ਸਿੱਖ ਸੰਗਤਾਂ ਨੂੰ ਉਪਦੇਸ਼ ਕਰ ਰਹੇ ਨੇ, ਉਹਨਾਂ ਲਾਈਨਾਂ ਨੂੰ ਤੁਹਾਡੀਆਂ ਜਾਣੀਆਂ ਪਹਿਚਾਣੀਆਂ ਆਵਾਜ਼ਾਂ ਭਾਈ ਨਿਸ਼ਾਨ ਸਿੰਘ ਮੱਲੀ, ਮੱਖਣ ਸਿੰਘ ਸੰਧੂ, ਦਾਸ ਗੁਰਸ਼ਰਨ ਸਿੰਘ ਚੀਮੇ ਦਾ ਜਥਾ ਆਪ ਜੀ ਦੀ ਖਿਦਮਤ ਇਸ ਤਰ੍ਹਾਂ ਕਰ ਰਿਹਾ। ਸਰਵਣ ਕਰੀ। ਕੀਤੀਆਂ ਸਿੱਖਾਂ ਨੇ ਅੱਗੋਂ ਅਰਜੋਈ ਜੀ, ਹੋ ਕੇ ਤਿੰਨ ਸੰਗਤਾਂ ਕਾਤੋਂ ਲਾਹੌਰ ਸ਼ਹਿਰ ਨੂੰ ਤਿਆਰੀ ਹੋਈ ਜੀ, ਗੁਰਾਂ ਨੂੰ ਕਹਿਣ ਸੰਗਤਾਂ। ਉਹ ਕਹਿੰਦੇ ਸੋਡੀ ਪਾਤਸ਼ਾਹ ਅਸਾਂ ਨਹੀਂ ਹਟਣਾ, ਬੋਲੇ ਨਾਲ ਖਾਰ ਕੇ ਰਾਜ ਹੈ ਮਲੇਸ਼ਾਂ ਦਾ ਜੜਾਂ ਤੋਂ ਪੱਟਣਾ, ਲਾਹੌਰ ਸੀਸ ਵਾਰ ਕੇ। ਉਹ ਕੀਤੀਆਂ ਸਿੱਖਾਂ ਨੇ ਅੱਗੋਂ ਅਰਜੋਈ ਜੀ, ਕੀਤੀਆਂ ਸਿੱਖਾਂ ਨੇ ਅੱਗੋਂ ਅਰਜੋਈ ਜੀ, ਹੋ ਕੇ ਤਿੰਨ ਸੰਗਤਾਂ ਕਾਤੋਂ ਲਾਹੌਰ ਸ਼ਹਿਰ ਨੂੰ ਤਿਆਰੀ ਹੋਈ ਜੀ, ਗੁਰਾਂ ਨੂੰ ਕਹਿਣ ਸੰਗਤਾਂ। ਉਹ ਕਹਿੰਦੇ ਸੋਡੀ ਪਾਤਸ਼ਾਹ ਅਸਾਂ ਨਹੀਂ ਹਟਣਾ, ਬੋਲੇ ਨਾਲ ਖਾਰ ਕੇ ਰਾਜ ਹੈ ਮਲੇਸ਼ਾਂ ਦਾ ਜੜਾਂ ਤੋਂ ਪੱਟਣਾ, ਰਾਜ ਹੈ ਮਲੇਸ਼ਾਂ ਦਾ ਜੜਾਂ ਤੋਂ ਪੱਟਣਾ, ਲਾਹੌਰ ਸੀਸ ਵਾਰ ਕੇ। ਉੱਚੀ ਹਸਤੀ ਦੇ ਸੀਸ ਹੋਰ ਲਾਉਣੇ ਨੇ, ਉੱਚੀ ਹਸਤੀ ਦੇ ਸੀਸ ਹੋਰ ਲਾਉਣੇ ਨੇ, ਕੁਰਬਾਨੀ ਸਾਡੀ ਨੇ 8ਵੇਂ ਤੇ 9ਵੇਂ ਗੁਰੂ ਵੀ ਖਪਾਉਣੇ ਨੇ, 8ਵੇਂ ਤੇ 9ਵੇਂ ਹੋਏ 8ਵੇਂ ਤੇ 9ਵੇਂ ਗੁਰੂ ਵੀ ਖਪਾਉਣੇ ਨੇ, ਜ਼ੁਲਮੀ ਤੇਗ ਢਾਡੀ ਨੇ। ਚੌਹਾਂ ਸਾਹਿਬਜ਼ਾਦਿਆਂ ਦਾ ਸੀਸ ਕੱਢਣਾ, ਚੌਹਾਂ ਸਾਹਿਬਜ਼ਾਦਿਆਂ ਦਾ ਸੀਸ ਕੱਢਣਾ, ਨਾਲ ਤਲਵਾਰ ਕੇ ਰਾਜ ਹੈ ਮਲੇਸ਼ਾਂ ਦਾ ਜੜਾਂ ਤੋਂ ਪੱਟਣਾ, ਰਾਜ ਹੈ ਮਲੇਸ਼ਾਂ ਦਾ ਜੜਾਂ ਤੋਂ ਪੱਟਣਾ, ਲਾਹੌਰ ਸੀਸ ਵਾਰ ਕੇ। ਇਹ ਚੰਦੂ ਪਾਪੀ ਅਸਾਂ ਦੀ ਸਤਾਊ ਜਿੰਦ ਜੀ, ਇਹ ਅਸਾਂ ਨੂੰ ਟੈਕ ਹੈ, ਆਪੇ ਲੈ ਲੂ ਬਾਦਲਾ ਹਰ ਗੋਬਿੰਦ ਜੀ, ਉਹ ਸਾਡਾ ਪੁੱਤ ਲੈਕ ਹੈ, ਆਪੇ ਲੈ ਲੂ ਬਾਦਲਾ ਹਰ ਗੋਬਿੰਦ ਜੀ, ਉਹ ਸਾਡਾ ਪੁੱਤ ਲੈਕ ਹੈ। ਉਹ ਦੁਨੀਆ ਦੇ ਵਿੱਚੋਂ ਇਹੋ ਲਾਹਾ ਖੱਟਣਾ, ਦੁਨੀਆ ਦੇ ਵਿੱਚੋਂ ਇਹੋ ਲਾਹਾ ਖੱਟਣਾ, ਅਵਤਾਰ ਧਾਰ ਕੇ ਰਾਜ ਹੈ ਮਲੇਸ਼ਾਂ ਦਾ ਜੜਾਂ ਤੋਂ ਪੱਟਣਾ, ਲਾਹੌਰ ਸੀਸ ਵਾਰ ਕੇ ਰਾਜ ਹੈ ਮਲੇਸ਼ਾਂ ਦਾ ਜੜਾਂ ਤੋਂ ਪੱਟਣਾ, ਲਾਹੌਰ ਸੀਸ ਵਾਰ ਕੇ। ਉਹ ਸਾਹਿਬਜ਼ਾਦਾ ਤਾਂਗ ਪਾ ਦੂਗਾ ਮੈਦਾਨ 'ਚ, ਉਹ ਮੁਗਲਾਂ ਨੂੰ ਰੋਲ ਦਊ, ਗੱਜੂਗਾ ਮਰਦ ਬਣ ਕੇ ਮੈਦਾਨ 'ਚ, ਸ਼ਾਂਤੀ ਨੂੰ ਤੋੜ ਦੂ, ਗੱਜੂਗਾ ਮਰਦ ਬਣ ਕੇ ਮੈਦਾਨ 'ਚ, ਉਹ ਸ਼ਾਂਤੀ ਨੂੰ ਤੋੜ ਦਊ। ਸਿੱਖੋ ਤੁਸੀਂ ਆਪੋ ਵਿੱਚ ਦੀ ਨਹੀਂ ਫੱਟਣਾ, ਸਿੱਖੋ ਤੁਸੀਂ ਆਪੋ ਵਿੱਚ ਦੀ ਨਹੀਂ ਫੱਟਣਾ, ਰਹਿਣਾ ਨਾਲ ਪਿਆਰ ਕੇ ਰਾਜ ਹੈ ਮਲੇਸ਼ਾਂ ਦਾ ਜੜਾਂ ਤੋਂ ਪੱਟਣਾ, ਲਾਹੌਰ ਸੀਸ ਵਾਰ ਕੇ ਰਾਜ ਹੈ ਮਲੇਸ਼ਾਂ ਦਾ ਜੜਾਂ ਤੋਂ ਪੱਟਣਾ, ਰਾਜ ਹੈ ਮਲੇਸ਼ਾਂ ਦਾ ਜੜਾਂ ਤੋਂ ਪੱਟਣਾ, ਲਾਹੌਰ ਸੀਸ ਵਾਰ ਕੇ। ਉਹ 5 ਪੈਸੇ ਤੇ ਨਰੇਲ ਸੀ ਮੰਗਾ ਲਿਆ, ਨਾ ਲਗਾਇਆ ਬਿੰਦ ਨੂੰ, ਨਾ ਲਗਾਇਆ ਬਿੰਦ ਨੂੰ, ਰੱਖ ਕੇ ਤੇ ਅੱਗੇ ਸੀਸ ਹੈ ਝੁਕਾ ਲਿਆ ਜੀ ਹਰ ਗੋਬਿੰਦ ਨੂੰ, ਰੱਖ ਕੇ ਤੇ ਅੱਗੇ ਸੀਸ ਹੈ ਝੁਕਾ ਲਿਆ ਜੀ ਹਰ ਗੋਬਿੰਦ ਨੂੰ। ਉਹ ਤੁਸੀਂ ਉਹਦੇ ਬੋਲਾਂ ਤੋਂ ਨਹੀਂ ਮੁੱਖ ਵੱਟਣਾ, ਤੁਸੀਂ ਉਹਦੇ ਬੋਲਾਂ ਤੋਂ ਨਹੀਂ ਮੁੱਖ ਵੱਟਣਾ, ਜਾਵਣਾ ਨਿਹਾਰ ਕੇ ਰਾਜ ਹੈ ਮਲੇਸ਼ਾਂ ਦਾ ਜੜਾਂ ਤੋਂ ਪੱਟਣਾ, ਲਾਹੌਰ ਸੀਸ ਵਾਰ ਕੇ ਰਾਜ ਹੈ ਮਲੇਸ਼ਾਂ ਦਾ ਜੜਾਂ ਤੋਂ ਪੱਟਣਾ, ਲਾਹੌਰ ਸੀਸ ਵਾਰ ਕੇ। ਉਹ ਬਾਬੇ ਬੁੱਢੇ ਮੱਥੇ ਤੇ ਲਾਇਆ ਸ਼ਤਾਬ ਜੀ, ਬਾਬੇ ਬੁੱਢੇ ਮੱਥੇ ਤੇ ਲਾਇਆ ਸ਼ਤਾਬ ਜੀ, ਤਿਲਕ ਨਾਲ ਛਾਂਪ ਕੇ ਨਾਲੇ ਦਿੱਤਾ ਗੋਰ ਗੱਦੀ ਦਾ ਖਿਤਾਬ ਜੀ, ਹੋ ਨਾਲੇ ਦਿੱਤਾ ਗੋਰ ਗੱਦੀ ਦਾ ਖਿਤਾਬ ਜੀ, ਗੁਰੂ ਨਾਲ ਸੌਂਪ ਕੇ ਨਾਲੇ ਦਿੱਤਾ ਗੋਰ ਗੱਦੀ ਦਾ ਖਿਤਾਬ ਜੀ, ਗੁਰੂ ਨਾਲ ਸੌਂਪ ਕੇ। ਮੇਰੀ ਪੀਰੀ ਦੀਆਂ ਦੇਗਾਂ ਦੋਹਾਂ ਡੱਟਣਾ, ਮੇਰੀ ਪੀਰੀ ਦੀਆਂ ਦੇਗਾਂ ਦੋਹਾਂ ਡੱਟਣਾ, ਪਾਲੀਆਂ ਸ਼ਿੰਗਾਰ ਕੇ ਰਾਜ ਹੈ ਮਲੇਸ਼ਾਂ ਦਾ ਜੜਾਂ
ਮਲੇਸ਼ਾਂ ਦਾ ਜੜਾਂ ਤੋਂ ਪੱਟਣਾ ਲਾਹੌਰ ਸੀਸ ਵਾਰ ਕੇ। ਉਹ ਤੁਰ ਪਏ ਗੁਰੂ ਜੀ ਪੰਜ ਸਿੱਖ ਸਾਥ ਲੈ ਅੰਮ੍ਰਿਤ ਵੇਲਾ ਸੀ ਰੋਮ ਦੀ ਸੰਗਤ ਹੋ ਕੇ ਉਦਾਸ ਹੈ ਆਖਰੀ ਦਾ ਮੇਲਾ ਸੀ ਰੋਮ ਦੀ ਸੰਗਤ ਹੋ ਕੇ ਉਦਾਸ ਹੈ ਆਖਰੀ ਦਾ ਮੇਲਾ ਸੀ। ਮੋਹਨ ਸਿੰਘਾ ਜੁਗ ਪਾਪਾਂ ਦਾ ਪਲਟਣਾ ਮੋਹਨ ਸਿੰਘਾ ਜੁਗ ਪਾਪਾਂ ਦਾ ਪਲਟਣਾ ਲਹੂ ਦੀ ਬੂੰਦ ਢਾਰ ਕੇ। ਰਾਜ ਹੈ ਮਲੇਸ਼ਾਂ ਦਾ ਜੜਾਂ ਤੋਂ ਪੱਟਣਾ ਰਾਜ ਹੈ ਮਲੇਸ਼ਾਂ ਦਾ ਜੜਾਂ ਤੋਂ ਪੱਟਣਾ ਲਾਹੌਰ ਸੀਸ ਵਾਰ ਕੇ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਉੱਤੇ 11 ਸਾਲ ਦੀ ਉਮਰ ਦੇ ਵਿੱਚ ਸਮੁੱਚੀ ਕੌਮ ਦੀ ਜ਼ਿੰਮੇਵਾਰੀ ਪਾ ਕਰਕੇ ਤੇ ਪੰਚਮ ਪਾਤਸ਼ਾਹ ਮਹਾਰਾਜ ਜੀ ਪੰਜ ਸਿੱਖਾਂ ਨੂੰ ਨਾਲ ਲੈ ਕੇ ਤੇ ਲਾਹੌਰ ਨੂੰ ਤੁਰ ਪਏ ਨੇ। ਇੱਕ ਵਾਰ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਕੋਈ ਸ਼ਾਇਰ ਲਿਖਦਾ ਭਗਤ ਸੂਰਮਾ ਦਾਨ ਦੇ ਕਰਨ ਵਾਲਾ ਮਾਤਾ ਲਾਲ ਪੈਦਾ ਕੁੱਖੋਂ ਕਰੇ ਕੋਈ ਕੋਈ ਹਰ ਕੋਈ ਆਪਣੀ ਪੰਡ ਉਠਾਉਂਦਾ ਏ ਪੰਡ ਕਿਸੇ ਦੀ ਸੀਸ ਤੇ ਧਰੇ ਕੋਈ ਕੋਈ ਮਿੱਠਾ ਬੋਲਣੇ ਤੇ ਆ ਜੱਗ ਖੁਸ਼ੀ ਰਹਿੰਦਾ ਕੌੜਾ ਬੋਲਿਆ ਕਿਸੇ ਦਾ ਜਰੇ ਕੋਈ ਕੋਈ ਆਪਣੇ ਆਪ ਲਈ ਮਰਦੀ ਏ ਕੁੱਲ ਦੁਨੀਆ ਤੇ ਦੁਖੜੇ ਕੌਮ ਲਈ ਸੂਰਮਾ ਜਰੇ ਤਾਂ ਕੋਈ ਕੋਈ ਕੌਮ ਵਾਸਤੇ ਪੰਥ ਵਾਸਤੇ ਧਰਮ ਵਾਸਤੇ ਆਪਾਂ ਨਿਸ਼ਾਵਰ ਕਰਨ ਵਾਸਤੇ ਆਪਣੀਆਂ ਦਿਲ ਦੀਆਂ ਗਹਿਰਾਈਆਂ ਅਕਾਲ ਪੁਰਖ ਦੇ ਚਰਨਾਂ ਦੇ ਨਾਲ ਜੋੜ ਕੇ ਤੇ ਤਨਾਂ ਦੀ ਆਹੂਤੀ ਦੇਣ ਵਾਸਤੇ ਤੁਰਦਾ ਹੈ। ਅੱਜ ਮੇਰੇ ਪੰਚਮ ਪਾਤਸ਼ਾਹ ਮਹਾਰਾਜ ਜੀ ਮੰਜ਼ਲੋ ਮੰਜ਼ਲੀ ਪਹੁੰਚੇ ਨੇ ਲਾਹੌਰ। ਦੋ ਕੌਤਕ ਕਰ ਰਹੇ ਨੇ ਗੁਰੂ ਸਾਹਿਬ ਜੀ। ਪਹਿਲਾ ਕੌਤਕ ਹੈ ਜਿੱਥੇ ਸੇਵਾ ਨੂੰ ਪਹਿਲ ਮਿਲਦੀ ਹੈ ਸਮਣ ਤੇ ਮੂਸਣ ਜਿਸ ਨੇ ਸੇਵਾ ਵਾਸਤੇ ਆਪਾ ਗਵਾ ਲਿਆ ਸੀ ਔਰ ਉਸ ਤੋਂ ਬਾਅਦ ਪੰਚਮ ਪਾਤਸ਼ਾਹ ਮਹਾਰਾਜ ਜੀ ਨੇ ਸਮਣ ਨੂੰ ਜਿਉਂਦਿਆਂ ਕੀਤਾ ਹੈ। ਔਰ ਦੂਸਰਾ ਕੌਤਕ ਬੁੱਧੂ ਘੁਮਿਆਰ ਜਿਸ ਨੇ ਗੁਰੂ ਸਾਹਿਬਾਨ ਨੂੰ ਕਿਹਾ ਸੀ ਮਹਾਰਾਜ ਮੇਰੇ ਗ੍ਰਹਿ ਵਿਖੇ ਚਰਨ ਪਾਓ ਤੇ ਮੈਂ ਆਪ ਜੀ ਨੂੰ ਪ੍ਰਸ਼ਾਦਾ ਛਕਾਣਾ ਚਾਹੁੰਦਾ ਤੇ ਨਾਲੇ ਜੋ ਮੇਰੇ ਮਨ ਦੀ ਭਾਵਨਾ ਹੈ ਉਹ ਮੈਂ ਆਪ ਜੀ ਦੀ ਖਿਦਮਤ ਕਰਨਾ ਚਾਹੁੰਦਾ। ਮੇਰੇ ਪੰਚਮ ਪਾਤਸ਼ਾਹ ਮਹਾਰਾਜ ਜੀ ਬੁੱਧੂ ਦੇ ਘਰ ਪਹੁੰਚੇ ਨੇ ਔਰ ਬੁੱਧੂ ਨੇ ਬੜੇ ਪ੍ਰੇਮ ਦੇ ਨਾਲ ਸ਼ਰਧਾ ਦੇ ਨਾਲ ਭਾਵਨਾ ਦੇ ਨਾਲ ਜਿੱਥੇ ਸੇਵਾ ਤੇ ਭਾਵਨਾ ਦੋ ਜੁੜ ਜਾਂਦੀਆਂ ਨੇ ਨਾ ਉਹ ਕਦੀ ਕਾਰਜ ਅਧੂਰਾ ਨਹੀਂ ਰਹਿ ਸਕਦਾ। ਗੁਰੂ ਸਾਹਿਬ ਜੀ ਸੰਪੂਰਨ ਕਰ ਦਿੰਦੇ ਨੇ ਪੂਰਾ ਕਰ ਦਿੰਦੇ ਨੇ। ਔਰ ਜਿਹੜਾ ਮਨੁੱਖ ਜਨ ਬਣ ਕੇ ਅਰਦਾਸ ਕਰਦਾ ਹੈ ਅਰਦਾਸ ਕਦੀ ਬਿਰਥੀ ਨਹੀਂ ਜਾਂਦੀ। ਇਹ ਮੈਂ ਆਪਣੇ ਕੋਲੋਂ ਨਹੀਂ ਜੇ ਕਹਿ ਰਿਹਾ ਗੁਰਬਾਣੀ ਦਾ ਫਰਮਾਨ ਹੈ ਬਿਰਥੀ ਕਦੇ ਨਾ ਹੋਵਈ ਜਨ ਕੀ ਅਰਦਾਸ ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣਤਾਸ। ਹੁਣ ਬੁੱਧੂ ਨੇ ਆਪਣੇ ਮਨ ਦੇ ਵਿੱਚ ਅਕੀਦਾ ਰੱਖਿਆ ਕਿ ਗੁਰੂ ਸਾਹਿਬ ਜੀ ਨੂੰ ਮੈਂ ਜਦੋਂ ਪ੍ਰਸ਼ਾਦਾ ਛਕਾਵਾਂਗਾ ਗੁਰੂ ਦੇ ਚਰਨਾਂ ਵਿੱਚ ਬੇਨਤੀ ਕਰਾਂਗਾ ਅਰਦਾਸ ਕਰਾਂਗਾ ਕਿ ਮਹਾਰਾਜ ਮੇਰੇ ਦਿਲ ਦੀ ਭਾਵਨਾ ਜਾਣਦੇ ਹੋ ਪਰ ਮੇਰੀ ਜ਼ੁਬਾਨ ਰਹਿ ਨਹੀਂ ਸਕਦੀ ਆਪ ਜੀ ਦੀ ਖਿਦਮਤ ਕਰਨ ਤੋਂ। ਮਹਾਰਾਜ ਮੇਰੇ ਜਿਹੜੇ ਆਵੇ ਮੈਂ ਪਾਉਣਾ ਹੈ ਨਾ ਉਹ ਪੱਕਦੇ ਨਹੀਂ ਕੱਚੇ ਰਹਿ ਜਾਂਦੇ ਨੇ ਤੇ ਆਪ ਜੀ ਕਿਰਪਾ ਕਰੋ ਬਈ ਮੇਰੇ ਆਵੇ ਪੱਕ ਜਾਣ। ਇਧਰ ਇਤਿਹਾਸਕਾਰ ਲਿਖਦਾ ਵੀ ਜਦੋਂ ਬੁੱਧੂ ਨੇ ਗੁਰੂ ਸਾਹਿਬਾਂ ਨੂੰ ਪ੍ਰਸ਼ਾਦਾ ਛਕਾਉਣਾ ਕੀਤਾ ਤੇ ਪਿੱਛੇ ਪਿੱਛੇ ਭਾਈ ਲਖੀਆ ਜੀ ਲਖੂ ਵੀ ਆਏ ਭਗਤ ਉਹ ਵੀ ਆ ਗਿਆ ਪਰ ਬੁੱਧੂ ਦੇ ਬੰਦਿਆਂ ਨੇ ਉਸ ਨੂੰ ਹਵੇਲੀ ਤੋਂ ਅੰਦਰ ਨਾ ਜਾਣ ਦਿੱਤਾ ਬੂਹੇ ਦੇ ਬਾਹਰ ਹੀ ਰੋਕ ਛੱਡਿਆ। ਜਦੋਂ ਗੁਰੂ ਸਾਹਿਬ ਜੀ ਅਰਦਾਸ ਬੇਨਤੀ ਕਰਦੇ ਨੇ ਨਾ ਬਈ ਬੁੱਧੂ ਦਾ ਆਵਾ ਪੱਕਾ ਔਰ ਬਾਹਰ ਬੈਠਾ ਜਿਹੜਾ ਭਗਤ ਹੈ ਨਾ ਭਾਈ ਲਖੀਆ ਉਹ ਕਹਿੰਦਾ ਬੁੱਧੂ ਦਾ ਆਵਾ ਕੱਚਾ। ਹੁਣ ਇੱਕ ਬੰਨੇ ਗੁਰੂ ਸਾਹਿਬ ਹੈ ਤੇ ਦੂਸਰੇ ਬੰਨੇ ਬੁੱਧੂ ਹੈ। ਦੋਵਾਂ ਦੇ ਸਵਾਲ ਜਵਾਬ
ਬੁੱਧੂ ਕਹਿੰਦਾ ਮਹਾਰਾਜ ਕਿਰਪਾ ਕਰ ਦਿਓ, ਮੇਰਾ ਜਿਹੜਾ ਕੱਚਾ ਆਵਾ ਹੈ ਉਹ ਪੱਕਾ ਹੋ ਜਾਏ। ਇਹ ਦੂਸਰਾ ਕੌਤਕ ਆਪ ਜੀ ਦੀ ਖਿਦਮਤ ਇਸ ਤਰ੍ਹਾਂ ਕੀਤਾ ਜਾ ਰਿਹਾ ਹੈ। ਬੁੱਧੂ ਕਹੇ ਗਮਾਂ ਦਾ ਭਰਿਆ, ਮੇਰਾ ਉਹ ਮਤਲਬ ਨਹੀਂ ਸਰਿਆ, ਨਿਉਂਦਾ ਕਿਹੜੀ ਗੱਲ ਦਾ ਕਰਿਆ, ਸੱਬੇ ਹੌਸਲੇ ਟਹੇ, ਸਾਰ ਮੇਰੀਆਂ ਗਰਜਾਂ ਅਰਜਾਂ ਦੱਸਦੀਆਂ, ਗੁਰੂ ਜੀ ਆਵਾ ਕੱਚਾ ਨਾ ਰਹੇ। ਪੂਰੇ ਸਤਿਗੁਰ ਨੇ ਫਰਮਾਇਆ, ਲੱਖੂ ਬੈਠਾ ਭੁੱਖਾ ਤੇ ਆਇਆ, ਤੂੰ ਨੀ ਉਸ ਨੂੰ ਅੰਨ ਛਕਾਇਆ, ਸਰਫੇ ਕੀਤੇ ਟੋਕਦੇ, ਸਿੱਧਕੀ ਸਿੱਖ ਦੇ ਬੋਲ ਬਾਣ ਨੇ ਅਰਜਨ ਦੇ, ਰੋਕਿਆ ਕਦੇ ਨਾ ਰੋਕਦੇ। ਉਹ ਬੁੱਧੂ ਕਹੇ ਗਮਾਂ ਦਾ ਭਰਿਆ, ਨਿਉਂਦਾ ਕਿਹੜੀ ਗੱਲ ਦਾ ਕਰਿਆ, ਮੇਰਾ ਇਹ ਮਤਲਬ ਨਹੀਂ ਸਰਿਆ, ਸੱਬੇ ਹੌਸਲੇ ਟਹੇ, ਸਾਰ ਮੇਰੀਆਂ ਅਰਜਾਂ ਗਰਜਾਂ ਦੱਸਦੀਆਂ, ਗੁਰੂ ਜੀ ਆਵਾ ਕੱਚਾ ਨਾ ਰਹੇ। ਪੂਰੇ ਸਤਿਗੁਰ ਨੇ ਫਰਮਾਇਆ, ਲੱਖੂ ਬੈਠਾ ਭੁੱਖਾ ਤੇ ਆਇਆ, ਤੂੰ ਨੀ ਉਸ ਨੂੰ ਅੰਨ ਛਕਾਇਆ, ਸਰਫੇ ਕੀਤੇ ਟੋਕਦੇ, ਸਿੱਧਕੀ ਸਿੱਖ ਦੇ ਬੋਲ ਬਾਣ ਨੇ ਅਰਜਨ ਦੇ, ਰੋਕਿਆ ਕਦੇ ਨਾ ਰੋਕਦੇ। ਉਹ ਸਾਰੀ ਸੰਗਤ ਸਣੇ ਤਮਾਰੇ, ਆਵਾ ਪੱਕਾ ਪੱਕਾ ਪਕਾਰੇ, ਬਚਨ ਕੱਲੇ ਸਿੱਖ ਨੇ ਟਾਰੇ, ਤੁਸੀਂ ਝੂਠੇ ਹੋ ਬਹੇ, ਸਾਰ ਮੇਰੀਆਂ ਗਰਜਾਂ ਅਰਜਾਂ ਦੱਸਦੀਆਂ, ਗੁਰੂ ਜੀ ਆਵਾ ਕੱਚਾ ਨਾ ਰਹੇ। ਜੋ ਮਰਿਆਦਾ ਸੰਤ ਜਲਾਵੇ, ਸਾਥੋਂ ਨਾ ਹਟਾਈ ਜਾਵੇ, ਮੇਰੀ ਬਾਂਦੀ ਭਗਤ ਛਡਾਵੇ, ਨਹੀਂ ਕਿਸੇ ਤੋਂ ਝੁਕਦੇ, ਸਿੱਧਕੀ ਸਿੱਖ ਦੇ ਬੋਲ ਬਾਣ ਨੇ ਅਰਜਨ ਦੇ, ਰੋਕਿਆ ਕਦੇ ਨਾ ਰੋਕਦੇ। ਓਏ ਇੱਕ ਤਾਂ ਪਿਆ ਇੱਟਾਂ ਵਿੱਚ ਘਾਟਾ, ਇੱਕ ਤਾਂ ਪਿਆ ਇੱਟਾਂ ਵਿੱਚ ਘਾਟਾ, ਦੂਜਾ ਤੁਸਾਂ ਮਕਾਤਾ ਆਟਾ, ਪੀ ਕੇ ਦੁੱਧ ਦਾ ਬਾਟਾ ਬਾਟਾ, ਤੁਸੀਂ ਪੈ ਜੋਗੇ ਪਹੇ, ਸਾਰ ਮੇਰੀਆਂ ਗਰਜਾਂ ਅਰਜਾਂ ਦੱਸਦੀਆਂ, ਅਰਜਾਂ ਦੱਸਦੀਆਂ, ਗੁਰੂ ਜੀ ਆਵਾ ਕੱਚਾ ਨਾ ਰਹੇ। ਉਹ ਹੈ ਜੱਗ ਦਾ ਹਰਤਾ ਕਰਤਾ, ਉਹ ਵੀ ਸੰਤ ਜਨਾਂ ਤੋਂ ਡਰਤਾ, ਪੀ ਕੇ ਸਾਗਰ ਖਾਲੀ ਕਰਤਾ, ਵਿੱਚ ਢਾਈ ਬੁੱਕਦੇ, ਸਿੱਧਕੀ ਸਿੱਖ ਦੇ ਬੋਲ ਬਾਣ ਨੇ ਅਰਜਨ ਦੇ, ਰੋਕਿਆ ਕਦੇ ਨਾ ਰੋਕਦੇ। ਉਹ ਮੇਰੇ ਘਰ ਜੇ ਦਮੜੇ ਆਉਂਦੇ, ਆਵਾ ਦੂਜੀ ਵਾਰ ਚੜਾਉਂਦੇ, ਖੋਤੇ ਮਰ ਗਏ ਬਾਲਣ ਲਿਆਉਂਦੇ, ਦੁੱਖ ਜਾਂਦੇ ਨਾ ਸਹੇ, ਸਾਰ ਮੇਰੀਆਂ ਗਰਜਾਂ ਅਰਜਾਂ ਦੱਸਦੀਆਂ, ਅਰਜਾਂ ਦੱਸਦੀਆਂ, ਗੁਰੂ ਜੀ ਆਵਾ ਕੱਚਾ ਨਾ ਰਹੇ। ਸ਼ੇਸ਼ ਦੇ 60,000 ਸਜਾਦੇ, ਮਾਰੇ ਕਲਪ ਮੁਨੀ ਬਿਆਦੇ, ਹੁੰਦੇ ਸਾਧ ਬਚਨ ਅਟਲਾਦੇ, ਨਹੀਂ ਨਿਸ਼ਾਨਿਓ ਉਕਦੇ, ਸਿੱਧਕੀ ਸਿੱਖ ਦੇ ਬੋਲ ਬਾਣ ਨੇ ਅਰਜਨ ਦੇ, ਰੋਕਿਆ ਕਦੇ ਨਾ ਰੋਕਦੇ। ਓ ਪਾਰਸ ਲੋਹੇ ਨੂੰ ਸੋਨਾ ਬਣਾਉਂਦਾ, ਪਾਰਸ ਲੋਹੇ ਨੂੰ ਸੋਨਾ ਬਣਾਉਂਦਾ, ਤੈਥੋਂ ਆਵਾ ਸੂਤ ਨਹੀਂ ਆਉਂਦਾ, ਕਿਉਂ ਨਹੀਂ ਲੱਖੂ ਨੂੰ ਸਮਝਾਉਂਦਾ, ਜਿਹੜਾ ਮੇਰੇ ਨਾ ਖਏ, ਸਾਰ ਮੇਰੀਆਂ ਅਰਜਾਂ ਗਰਜਾਂ ਦੱਸਦੀਆਂ, ਗਰਜਾਂ ਦੱਸਦੀਆਂ, ਗੁਰੂ ਜੀ ਆਵਾ ਕੱਚਾ ਨਾ ਰਹੇ। ਤੇਰਾ ਆਵਾ ਕੱਚਾ ਰਹਿ ਜਾਊ, ਪਰ ਪੱਕਿਆਂ ਦੇ ਇੱਕ ਜਾਊ, ਭਾਲੀ ਇੱਟ ਨਾ ਇੱਕ ਧਿਆਊ, ਤੂੰ ਫਿਕਰ ਚੁੱਕਦੇ, ਸਿੱਧਕੀ ਸਿੱਖ ਦੇ ਬੋਲ ਬਾਣ ਨੇ ਅਰਜਨ ਦੇ, ਬਾਣ ਨੇ ਅਰਜਨ ਦੇ, ਰੋਕਿਆ ਕਦੇ ਨਾ ਰੋਕ
ਮੁੱਕਦੇ ਹੋ। ਬੁੱਧੂ ਕਹਿਣ ਲੱਗਾ ਮਹਾਰਾਜ ਭਗਤ ਕੀ ਕਹਿ ਰਿਹਾ ਬਾਹਰ ਬੈਠਾ। ਗੁਰੂ ਸਾਹਿਬ ਜੀ ਕਹਿਣ ਲੱਗੇ ਵੀ ਜੋ ਕਹਿ ਰਿਹਾ ਹੈ ਨਾ, ਉਹ ਜਿਹੜੇ ਬੋਲ ਉਹਨੇ ਕੱਢ ਦਿੱਤੇ ਨੇ ਤੀਰ ਕਮਾਨ ਵਿੱਚੋਂ ਤੇ ਬੋਲ ਜ਼ੁਬਾਨ ਵਿੱਚੋਂ, ਉਹ ਬਦਲੇ ਨਹੀਂ ਜਾ ਸਕਦੇ ਬੁੱਧੂ। ਪਰ ਇਹ ਹੈ ਵੀ ਜਿਹੜਾ ਭਗਤ ਹੈ ਨਾ, ਉਹ ਬੰਨ ਦੇਵੇ ਤੇ ਮੈਂ ਛਡਵਾ ਨਹੀਂ ਸਕਦਾ, ਤੇ ਜੇ ਮੈਂ ਬੰਨ ਦੇਵਾਂ ਤੇ ਭਗਤ ਬੰਦਗੀ ਕਰਕੇ ਛਡਵਾ ਲਏਗਾ। ਗੁਰਬਾਣੀ ਦਾ ਫਰਮਾਨ ਹੈ, ਮੇਰੀ ਬਾਂਦੀ ਭਗਤ ਛਡਾਵੇ, ਬਾਂਧੈ ਭਗਤ ਨਾ ਛੂਟੈ ਮੋਹੇ। ਕਹਿਣ ਲੱਗਾ ਮਹਾਰਾਜ ਮੈਂ ਤੇ ਫਿਰ ਕਰਜ਼ਾ ਲੈ ਕੇ ਤੇ ਫਿਰ ਇਹ ਆਵੇ ਚੜਾਏ ਸਨ, ਤੇ ਹੁਣ ਕੀ ਬਣੇਗਾ? ਮੇਰਾ ਬਾਲ ਬੱਚਾ ਕਿਵੇਂ ਪਲੇਗਾ? ਉਹਨਾਂ ਨੂੰ ਰੋਜੀ ਕਿਵੇਂ ਮਿਲੇਗੀ? ਮੇਰੇ ਪੰਚਮ ਪਾਤਸ਼ਾਹ ਮਹਾਰਾਜ ਰਹਿਮਤਾਂ ਦੇ ਘਰ ਦੇ ਵਿੱਚ ਆਏ, ਕਹਿਣ ਲੱਗੇ ਬੁੱਧੂ ਤੇਰਾ ਆਵਾ ਰਹੇਗਾ ਤੇ ਕੱਚਾ, ਪਰ ਉਹ ਪੱਕਿਆਂ ਦੇ ਭਾਅ ਵਿਕ ਜਾ ਕਰ ਜੇ ਕਰੇਗਾ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਗੁਰੂ ਸਾਹਿਬ ਜੀ ਹਰੇਕ ਦੇ ਵਿੱਚ ਮੇਖ ਮਾਰ ਦਿੰਦੇ ਨੇ। ਗੁਰੂ ਦੀ ਕਿਰਪਾ, ਗੁਰੂ ਦੀ ਰਹਿਮਤ, ਗੁਰੂ ਦੀ ਬਖਸ਼ਿਸ਼ ਜਿਨ੍ਹਾਂ ਸਿੱਖ ਸੰਗਤਾਂ ਦੇ ਉੱਤੇ ਹੋ ਜਾਂਦੀ ਏ, ਉਹਨਾਂ ਦੇ ਵਿਗੜੇ ਕਾਰਜ ਵੀ ਗੁਰੂ ਸਵਾਰ ਦਿੰਦਾ ਹੈ, ਆਪ ਸਵਾਰਦਾ ਹੈ। ਸਮੂਹ ਸੰਗਤਾਂ ਵੱਲੋਂ, ਮੇਰੀਆਂ ਭੈਣਾਂ ਵੱਲੋਂ, ਮਾਤਾਵਾਂ ਵੱਲੋਂ, ਬਜ਼ੁਰਗਾਂ ਵੱਲੋਂ, ਵੀਰਾਂ ਵੱਲੋਂ, ਸਾਡੇ ਅਤੀ ਸਤਿਕਾਰਯੋਗ ਸਰਦਾਰ ਗੁਰਮੀਤ ਸਿੰਘ ਜੀ ਚੀਮਾ ਸਾਹਿਬ, ਉਹਨਾਂ ਵੱਲੋਂ ਇਤਿਹਾਸ ਦਾ ਮਾਣ 200 ਰੁਪਇਆ ਆਇਆ ਹੈ। ਗੁਰੂ ਸਾਹਿਬ ਪਰਿਵਾਰ ਵਿੱਚ ਚੜ੍ਹਦੀ ਕਲਾ, ਤੰਦਰੁਸਤੀਆਂ ਦੀ ਦਾਤ ਬਖਸ਼ਿਸ਼ ਕਰਨ, ਸਮੂਹ ਸੰਗਤਾਂ ਦੀਆਂ ਮਨੋਕਾਮਨਾਵਾਂ ਸੰਪੂਰਨ ਕਰਨ। ਮੈਂ ਗੁਰੂ ਦੇ ਚਰਨਾਂ ਦੇ ਵਿੱਚ ਗੁਜ਼ਾਰਿਸ਼ ਬੇਨਤੀ ਕਰਦਾ ਹਾਂ, ਅਰਦਾਸ ਕਰਦਾ ਹਾਂ, ਗੁਰੂ ਸਾਹਿਬ ਜੀ ਇਸੇ ਤਰ੍ਹਾਂ ਆਪਣੇ ਪੰਥ ਖਾਲਸੇ ਦੀ ਚੜ੍ਹਦੀ ਕਲਾ ਰੱਖਣੀ। ਇੱਕ ਵਾਰ ਗੱਜ ਕੇ ਆਖੋ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਜਿਹੜਾ ਮਨੁੱਖ ਸਰਬੱਤ ਦਾ ਭਲਾ ਮੰਗਦਾ ਹੈ ਨਾ, ਪਹਿਲੋਂ ਉਹਦਾ ਹੀ ਭਲਾ ਹੋ ਜਾਂਦਾ ਹੈ। ਸਿਆਣਿਆਂ ਦੀ ਕਹਾਵਤ ਹੈ, ਕਰ ਭਲਾ ਹੋ ਭਲਾ, ਅੰਤ ਭਲੇ ਦਾ ਭਲਾ ਹੈ। ਕਿਉਂਕਿ ਆਪਣਾ ਭਲਾ ਸਾਡਾ ਪਹਿਲੋਂ ਹੀ ਹੋ ਜਾਂਦਾ। ਜਦੋਂ ਅਸੀਂ ਚੰਗੇ ਬੰਨੇ ਨੂੰ ਕਦਮ ਪੁੱਟਾਂਗੇ ਤੇ ਸਮਝੋ ਵੀ ਸਾਨੂੰ ਚੰਗਿਆਂ ਦੇ ਹੀ ਦਰਸ਼ਨ ਦਿਦਾਰੇ ਹੋਣਗੇ, ਤੇ ਜੇ ਮਾੜੇ ਬੰਨੇ ਨੂੰ ਕਦਮ ਪੁੱਟਾਂਗੇ ਤੇ ਸਾਨੂੰ ਫਟਕਾਰਾਂ ਹੀ ਮਿਲਣੀਆਂ, ਹੋਰ ਕੁਝ ਨਹੀਂ ਮਿਲਣਾ। ਗੁਰੂ ਕਿਰਪਾ ਕਰੇ। ਇਹ ਦੂਸਰਾ ਕੌਤਕ ਮੇਰੇ ਪੰਚਮ ਪਾਤਸ਼ਾਹ ਮਹਾਰਾਜ ਜੀ, ਬੁੱਧੂ ਦਾ ਆਵਾ ਜਿਹੜਾ ਕੱਚਾ ਹੈ ਨਾ, ਉਹਨੂੰ ਵੀ ਪੱਕਿਆਂ ਦੇ ਭਾਵ ਕਵਾ ਕੇ ਤੇ ਕਹਿੰਦੇ ਨੇ ਬਈ ਅੱਗੇ ਨੂੰ ਤੁਰ ਪਏ ਨੇ। ਅੱਗੇ ਪਹੁੰਚੇ ਨੇ, ਜਾ ਕੇ ਜਹਾਂਗੀਰ ਦੀ ਕਚਹਿਰੀ ਦੇ ਵਿੱਚ ਉਹਨੇ ਇੱਕ ਉੱਚਾ ਥਾਂ ਤਖਤ ਬਣਾਇਆ ਹੋਇਆ ਹੈ, ਔਰ ਗੁਰੂ ਸਾਹਿਬ ਨੂੰ ਕਹਿਣ ਲੱਗਾ ਮਹਾਰਾਜ ਆਪ ਜੀ ਇਸ ਤਖਤ ਤੇ ਬਿਰਾਜਮਾਨ ਹੋ। ਅਜੇ ਮੈਂ ਨਵਾਂ ਹੀ ਰਾਜ ਸੰਭਿਆ, ਪਰ ਪ੍ਰੇਮ ਦੇ ਨਾਲ ਪਹਿਲੋਂ ਕਲਾਵੇ ਵਿੱਚ ਲਿਆ ਨਾ, ਕਿਉਂਕਿ ਜਿਹੜੇ ਰਾਜਨੀਤਿਕ ਨੇ ਨਾ, ਇਹਨਾਂ ਕੋਲ 4 ਗੁਣ ਅਹਿਮ ਹੁੰਦੇ ਨੇ, ਔਰ ਜਿਹੜਾ ਸਭ ਤੋਂ ਪਹਿਲਾ ਗੁਣ ਹੈ ਨਾ, ਉਹ ਹੈ ਪਿਆਰ ਦੇ ਨਾਲ ਕਿਸੇ ਨੂੰ ਆਪਣੇ ਕਲਾਵੇ ਦੇ ਵਿੱਚ ਕਰ ਲੈਣਾ। ਜੇ ਨਹੀਂ ਮੰਨਦਾ ਤੇ ਫਿਰ ਦੂਸਰਾ ਗੁਣ ਵਰਤਣਾ, ਫਿਰ ਤੀਸਰਾ ਵਰਤਣਾ, ਫਿਰ ਚੌਥਾ ਆਖਰੀ ਹੈ। ਜਿਵੇਂ ਸਿਆਣਿਆਂ ਦੇ ਨਾ, ਜਾਂ ਹਾਨੇ ਤੇ ਜਾਂ ਬੰਨੇ, ਫਿਰ ਇਹ ਚੌਥਾ ਗੁਣ ਰਾਜਨੀਤਿਕਾਂ ਦਾ। ਇਹ ਪਹਿਲਾ ਗੁਣ ਵਰਤ ਰਿਹਾ, ਕਹਿੰਦਾ ਮਹਾਰਾਜ ਮੈਂ ਤੁਹਾਡੇ ਨਾਲ ਵਿਚਾਰ ਸ਼ੁਰੂ ਕਰਨੇ ਜਾ ਰਹੇ ਹਾਂ ਬਈ ਤੁਸੀਂ ਮੇਰੇ ਪੁੱਤਰ ਖੁਸਰੋ ਨੂੰ, ਉਹ ਤੇ ਬਗਾਵਤੀ ਹੋ ਗਿਆ ਸੀ, ਔਰ ਉਸ ਨੂੰ ਤੁਸੀਂ 5000 ਰੁਪਈਆ ਦਿੱਤਾ ਹੈ, ਔਰ ਨਾਲੇ ਉਹਦੇ ਮੱਥੇ ਦੇ ਵਿੱਚ ਤਿਲਕ ਲਾਇਆ ਜਿਸ ਨੂੰ ਹਿੰਦੂ ਸ਼ਗਨ ਸਮਝਦੇ ਨੇ, ਔਰ ਤੀਸਰੇ ਨੰਬਰ ਤੇ ਤੁਸੀਂ ਉਹਨਾਂ ਨੂੰ ਪ੍ਰਸ਼ਾਦਾ ਛਕਾਇਆ ਹੈ। ਔਰ ਦੂਸਰਾ ਕਾਰਨ ਬਈ ਤੁਸੀਂ ਜਿਹੜਾ ਧਰਮ ਗ੍ਰੰਥ ਤਿਆਰ ਕੀਤਾ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਰੂਪ, ਇਹਦੇ ਵਿੱਚ ਹਜ਼ਰਤ ਮੁਹੰਮਦ ਸਾਹਿਬ ਦੀ ਕੋਈ ਸਿਫਤ ਨਹੀਂ ਲਿਖੀ। ਔਰ ਤੀਸਰੇ ਨੰਬਰ ਤੇ ਤੁਸੀਂ ਦੀਵਾਨ ਚੰਦੂ ਦੀ ਲੜਕੀ ਦਾ ਰਿਸ਼ਤਾ ਮੋੜਿਆ ਹੈ, ਔਰ ਚੌਥੇ ਨੰਬਰ ਤੇ ਤੁਹਾਡਾ ਹੀ ਭਰਾ ਵੱਡਾ ਪਿਰਥੀ ਚੰਦ, ਤੁਸੀਂ ਰਾਜ ਗੱਦੀ ਸਾਂਭ ਕੇ ਬਹਿ ਗਏ ਜੇ, ਉਹ ਕਹਿੰਦਾ ਮੇਰਾ ਹੱਕ ਗੱਦੀ ਵਿੱਚ ਬਣਦਾ ਸੀ। ਇਹ 4 ਕਾਰਨ ਸਾਹਮਣੇ ਲਿਆਂਦੇ ਬਈ, ਜਾਂ ਤੇ
ਜਿਹੜਾ ਤੁਸੀਂ ਗੁਰੂ ਗ੍ਰੰਥ ਸਾਹਿਬ ਬਣਾਇਆ, ਇਹਦੇ ਵਿੱਚ ਹਜ਼ਰਤ ਮੁਹੰਮਦ ਸਾਹਿਬ ਦੀ ਸਿਫਤ ਲਿਖ ਦਿਓ। ਔਰ ਨਹੀਂ ਤੇ ਫਿਰ ਜੇ ਇਹ ਗੱਲਾਂ ਤੁਸੀਂ ਨਹੀਂ ਮੰਨਦੇ ਤੇ ਤੁਹਾਨੂੰ ਤਸੀਹੇ ਦੇ ਕੇ ਤੇ ਮਾਰ ਦਿੱਤਾ ਜਾਏਗਾ। ਇੰਨੀ ਗੱਲ ਕਰਦਾ ਹੋਇਆ ਜਹਾਂਗੀਰ ਆਪ ਕਸ਼ਮੀਰ ਨੂੰ ਜਾਣ ਲੱਗਾ ਤੇ ਗੁਰੂ ਪੰਚਮ ਪਾਤਸ਼ਾਹ ਮਹਾਰਾਜ ਜੀ ਨੂੰ ਮੁਰਤਜ਼ਾ ਖਾਨ ਦੇ ਹਵਾਲੇ, ਚੰਦੂ ਦੇ ਹਵਾਲੇ ਕਰ ਦਿੱਤਾ। ਚੰਦੂ ਬੜਾ ਮਨ ਦੇ ਵਿੱਚ ਵਿਚਾਰ ਕੀਤਾ ਬਈ ਮੈਂ ਆਪਣੇ ਕਬਜ਼ੇ ਵਿੱਚ ਲੈ ਰਵਾਂ ਔਰ ਜਿਹੜੀ ਮੇਰੀ ਧੀ ਹੈ ਘਰ ਬੈਠੀ ਹੈ ਤੇ ਇਹਦਾ ਰਿਸ਼ਤਾ ਮੈਂ ਕਵਾਂਗਾ ਵੀ ਤੁਸੀਂ ਲਓ, ਮੈਂ ਤੁਹਾਨੂੰ ਤਾਂ ਛੱਡਾਂਗਾ ਤੇ ਨਹੀਂ ਤੇ ਤੁਹਾਨੂੰ ਛੱਡਿਆ ਨਹੀਂ ਜਾਏਗਾ। ਹੁਣ ਦੀਵਾਨ ਚੰਦੂ ਨੇ ਕਰ ਕਰਾ ਕੇ ਮੁਰਤਜ਼ਾ ਖਾਨ ਤੋਂ ਆਪਣੀ ਹਿਰਾਸਤ ਵਿੱਚ ਲੈ ਲਿਆ, ਆਪਣੇ ਕਬਜ਼ੇ ਵਿੱਚ ਪੰਚਮ ਪਾਤਸ਼ਾਹ ਮਹਾਰਾਜ ਨੂੰ ਲੈ ਲਿਆ। ਜਿਹੜੇ ਨਾਲ ਪੰਜ ਸਿੰਘ ਸਨ ਉਹਨਾਂ ਨੂੰ ਇੱਕ ਕਮਰੇ ਦੇ ਵਿੱਚ ਬੰਦ ਕਰ ਦਿੱਤਾ ਔਰ ਫਿਰ ਅੱਧ ਬਗੋਲਾ ਹੋ ਕੇ ਦੀਵਾਨ ਚੰਦੂ ਮੇਰੇ ਪੰਚਮ ਪਾਤਸ਼ਾਹ ਮਹਾਰਾਜ ਨੂੰ ਕਹਿੰਦਾ ਇੱਕ ਬੰਨੇ ਦੇਗ ਪਾਣੀ ਦੀ ਉਬਲ ਨਹੀਂ ਰੱਖ ਦਿੰਦਾ ਔਰ ਦੂਸਰੇ ਬੰਨੇ ਅੱਖਾਂ ਲਾਲ ਕਰਕੇ ਤੇ ਕਹਿੰਦਾ ਵੀ ਜਾਂ ਤੇ ਜਿਹੜੇ ਤੁਹਾਨੂੰ ਜਹਾਂਗੀਰ ਬਾਦਸ਼ਾਹ ਹੁਕਮ ਦੱਸ ਗਿਆ ਉਹਨਾਂ ਨੂੰ ਮੰਨ ਲਓ ਤੇ ਅਗਰ ਨਹੀਂ ਮੰਨਦੇ ਤੇ ਇਸ ਦੇਗ ਦਾ ਡਰਾਵਾ ਕਿਵੇਂ ਦੇ ਰਿਹਾ, ਕਿਵੇਂ ਧਮਕੀਆਂ ਦੇ ਰਿਹਾ ਦੀਵਾਨ ਚੰਦੂ, ਉਹਨਾਂ ਲਈ ਇਹਨਾਂ ਨੂੰ ਆਪ ਜੀ ਦੀ ਖਿਦਮਤ ਇਸ ਤਰ੍ਹਾਂ ਕੀਤਾ ਜਾ ਰਿਹਾ। ਚੰਦੂ ਵੱਟ ਮੱਥੇ ਤੇ ਪਾ ਕੇ ਸਤਿਗੁਰ ਨੂੰ ਇਉਂ ਬੋਲੇ ਜੀ, ਕਰਕੇ ਨੇਤਰ ਲਾਲ ਗੁਰਾਂ ਵੱਲ ਦਿਲ ਦੀ ਵਿਥਿਆ ਖੋਲੇ ਜੀ। ਜੇ ਨਾ ਮੇਰਾ ਕਹਿਣਾ ਮੰਨੋ ਪਊ ਦੇਗ ਵਿੱਚ ਬਹਿਣਾ ਜੀ, ਮਜ਼ਾ ਚ ਖਾ ਦੂੰ ਹੱਠ ਕਰਨੇ ਦਾ, ਜੇ ਨੀ ਰਿਸ਼ਤਾ ਲੈਣਾ ਜੀ। ਵੱਟ ਮੱਥੇ ਤੇ ਪਾ ਕੇ, ਚੰਦੂ ਵੱਟ ਮੱਥੇ ਤੇ ਪਾ ਕੇ ਸਤਿਗੁਰ ਨੂੰ ਇਉਂ ਬੋਲੇ ਜੀ, ਕਰਕੇ ਨੇਤਰ ਲਾਲ ਗੁਰਾਂ ਵੱਲ, ਕਰਕੇ ਨੇਤਰ ਲਾਲ ਗੁਰਾਂ ਵੱਲ ਦਿਲ ਦੀ ਵਿਥਿਆ ਖੋਲੇ ਜੀ। ਜੇ ਨਾ ਮੇਰਾ ਕਹਿਣਾ ਮੰਨੋ ਪਊ ਦੇਗ ਵਿੱਚ ਬਹਿਣਾ ਜੀ, ਮਜ਼ਾ ਚ ਖਾ ਦੂੰ ਹੱਠ ਕਰਨੇ ਦਾ, ਜੇ ਨੀ ਰਿਸ਼ਤਾ ਲੈਣਾ ਜੀ। ਮੇਰੇ ਆਖੇ ਲੱਗ ਕੇ ਸਹਿਬਾ ਭੋਗੋ ਜ਼ਿੰਦਗੀ ਸੁੱਖਾਂ ਦੀ, ਮੇਰੇ ਆਖੇ ਲੱਗ ਕੇ ਦਾਤਾ ਭੋਗੋ ਜ਼ਿੰਦਗੀ ਸੁੱਖਾਂ ਦੀ। ਓ ਪਾਰਖੂ ਬਣ ਜੋ ਮੋਹਰਾ ਖਾਵੇ, ਪਾਰਖੂ ਬਣ ਜੋ ਮੋਹਰਾ ਖਾਵੇ, ਦੁੱਖ ਉਸ ਨੇ ਸਹਿਣਾ ਜੀ, ਮਜ਼ਾ ਚ ਖਾ ਦੂੰ ਹੱਠ ਕਰਨੇ ਦਾ, ਜੇ ਨੀ ਰਿਸ਼ਤਾ ਲੈਣਾ ਜੀ। ਓ ਲੱਖਾਂ ਵਰਗੀ ਇੱਕ ਸੁਣਾਵਾਂ, ਲੱਖਾਂ ਵਰਗੀ ਇੱਕ ਸੁਣਾਵਾਂ, ਓ ਖਾਂਦੀ ਜੇ ਦੇਗੀ ਉਬਾਲੇ, ਜਾਂ ਉਸ ਦੇ ਵਿੱਚ ਬਹਿਣਾ ਪਊ, ਰਾਜ ਭਾਗ ਦਾ ਛੱਡ ਕੇ ਖੇੜਾ, ਸਹਿਮਤ ਤੁਹਾਨੂੰ ਰਹਿਣਾ ਪਊ। ਚਿੱਤ ਨੀ ਚਾਹੁੰਦਾ ਮੌਤ ਕਬੂਲੋ, ਚਿੱਤ ਨੀ ਚਾਹੁੰਦਾ ਮੌਤ ਕਬੂਲੋ, ਬਚਨ ਤੁਹਾਨੂੰ ਕਹਿਣਾ ਜੀ, ਮਜ਼ਾ ਚ ਖਾ ਦੂੰ ਹੱਠ ਕਰਨੇ ਦਾ, ਜੇ ਨੀ ਰਿਸ਼ਤਾ ਲੈਣਾ ਜੀ। ਓ ਛੇਜ ਸੁੱਖਾਂ ਦੀ ਮਾਰੇ ਆਵਾਜ਼ਾਂ, ਪਾਉ ਪੂਰਨੇ ਰਾਜ ਲਵੋ, ਰਾਜ ਭਾਗ ਦਾ ਛੱਡ ਕੇ ਖੇੜਾ, ਬਣ ਕੇ ਮੇਰੇ ਯਾਰ ਬਹੋ। ਬਾਦਸ਼ਾਹਾਂ ਦੇ ਵੈਣ ਹਰਾਂ ਚੋਂ, ਬਾਦਸ਼ਾਹਾਂ ਦੇ ਵੈਣ ਹਰਾਂ ਚੋਂ, ਔਖਾ ਹੁੰਦਾ ਖੈਣਾ ਜੀ, ਮਜ਼ਾ ਚ ਖਾ ਦੂੰ ਹੱਠ ਕਰਨੇ ਦਾ, ਜੇ ਨੀ ਰਿਸ਼ਤਾ ਲੈਣਾ ਜੀ। ਚੰਦੂ ਦੀਵਾਨ ਨੂੰ ਮੇਰੇ ਪੰਚਮ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ, ਚੰਦੂ ਜਿਹੜੀਆਂ ਗੱਲਾਂ ਤੇਰੇ ਮੰਨਦੀਆਂ ਨੇ ਨਾ ਉਹਨਾਂ ਨੂੰ ਭੁੱਲ ਜਾ, ਕਿਉਂਕਿ ਅਸੀਂ
ਜਿਹੜੇ ਦੱਬੇ ਕੁਚਲੇ ਹੋਏ ਨੇ ਨਾ, ਜਿਹੜੀ ਕੌਮ ਗੁਲਾਮ ਹੈ, ਉਹਦੇ ਗਾਲਾਂ ਦੇ ਵਿੱਚੋਂ ਗੁਲਾਮੀ ਦੀਆਂ ਜ਼ੰਜੀਰਾਂ ਲਾਉਣ ਵਾਸਤੇ ਇੱਥੇ ਆਏ ਹੋਏ ਹੈ। ਅਸੀਂ ਇਹ ਮਤ ਸੋਚੀ ਬਈ ਮੈਂ ਡਰਾਵੇ ਦੇ ਕੇ, ਧਮਕੀਆਂ ਦੇ ਕੇ ਤੇ ਡਰਾ ਲਵਾਂਗਾ। ਮੇਰੇ ਪੰਚਮ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ, ਚੰਦੂ ਇਹ ਗੱਲ ਭੁੱਲ ਜਾ, ਜੇ ਮਾਇਆ ਦਾ ਜਿਸ ਦਾ ਤੁਸੀਂ ਗੱਲ ਕਰਦੇ ਹੋ ਨਾ, ਤੁਹਾਡਾ ਬਾਦਸ਼ਾਹ ਸਲਾਮਤ ਗੱਲ ਕਰਦਾ ਹੈ ਬਈ ਤੁਸੀਂ ਮੇਰੇ ਪੁੱਤਰ ਨੂੰ ਮਾਇਆ ਦਿੱਤੀ ਹੈ, ਉਹਦੇ ਮੱਥੇ ਵਿੱਚ ਤਿਲਕ ਲਾਇਆ ਹੈ, ਉਹਨੂੰ ਪ੍ਰਸ਼ਾਦਾ ਛਕਾਇਆ ਹੈ, ਤੇ ਕਿਤੇ ਪਿਛਾਂ ਧਿਆਨ ਮਾਰ, ਜਿਹੜਾ ਜਹਾਂਗੀਰ ਦਾ ਪਿਤਾ ਸੀ ਨਾ ਅਕਬਰ ਬਾਦਸ਼ਾਹ, ਉਹ ਵੀ ਤੇ ਗੁਰੂ ਕੇ ਦਰਬਾਰ ਵਿੱਚ ਪ੍ਰਸ਼ਾਦਾ ਛਕਦਾ ਸੀ, ਉਹ ਵੀ ਤੇ ਛਕ ਕੇ ਗਿਆ ਸੀ ਨਾ ਪ੍ਰਸ਼ਾਦਾ। ਔਰ ਜਿਸ ਮਾਇਆ ਦੀ ਗੱਲ ਕਰਦਾ ਹੈ, ਇਹ ਮਾਇਆ ਤੇ ਸੰਗਤਾਂ ਦੀ, ਇਹ ਸਾਡੀ ਮਾਇਆ ਨਹੀਂ, ਅਸੀਂ ਕਿਸੇ ਨੂੰ ਮਾਇਆ ਨਹੀਂ ਦਿੰਦੇ, ਇਹ ਤੇ ਸਿੱਖ ਸੰਗਤਾਂ ਦੀ ਮਾਇਆ ਹੈ, ਇਹ ਤੇ ਗੁਰੂ ਦੇ ਧਾਮਾਂ ਉੱਤੇ ਲੱਗਦੀ ਏ, ਕਿਸੇ ਨੂੰ ਦਿੱਤੀ ਜਾਂਦੀ। ਇਹ ਮਨ ਦੇ ਨਾਲ ਸੋਚ ਲੈ ਬਈ ਜਿਹੜੇ ਤੇਰੇ ਮਨ ਦੇ ਅੰਦਰ ਵਿਚਾਰ ਉੱਠ ਰਹੇ ਨੇ ਨਾ, ਉਹ ਕਦੀ ਸੁਪਨੇ ਪੂਰੇ ਹੋਣ ਵਾਲੇ ਨਹੀਂ। ਜਦੋਂ ਇੰਨੀ ਗੱਲ ਸੁਣੀ ਤੇ ਕਹਿਣ ਲੱਗਾ ਵੀ ਇਸ ਤਰ੍ਹਾਂ ਕਰੋ ਵੀ ਆ ਜਿਹੜੀ ਸਾਹਮਣੇ ਦੇਖ ਉੱਪਰ ਰਹੀ ਹੈ, ਪਾਣੀ ਖੌਲ ਰਿਹਾ ਹੈ, ਤੇ ਇਸ ਦੇ ਵਿੱਚ ਬੈਠ ਜਾਓ, ਤੁਸੀਂ ਇਹ ਝੱਲਣ ਵਾਸਤੇ ਤਿਆਰ ਹੋ ਜਾਓ। ਤੇ ਉਸ ਵਕਤ ਮੇਰੇ ਪੰਚਮ ਪਾਤਸ਼ਾਹ ਮਹਾਰਾਜ ਜੀ ਉੱਠੇ ਨੇ ਔਰ ਉੱਬਲਦੀ ਹੋਈ ਦੇਗ ਦੇ ਵਿੱਚ ਪਹਿਲੋਂ ਸੱਜਾ ਕਦਮ ਰੱਖਦੇ ਨੇ, ਫਿਰ ਖੱਬਾ ਕਦਮ ਰੱਖਦੇ ਨੇ ਔਰ ਵਿੱਚ ਚੌਂਕੜਾ ਮਾਰ ਕੇ ਬੈਠ ਗਏ ਨੇ। ਇੱਕ ਬੰਨੇ ਥੱਲਿਓ ਲਟਾ ਲਟ ਅੱਗ ਬਲ ਰਹੀ ਏ ਔਰ ਇਤਿਹਾਸਕਾਰ ਲਿਖਦਾ ਬਈ ਜਦੋਂ ਉਹਦੀ ਮਨ ਦੀ ਨੀਅਤ ਦੀ ਆਵਾਜ਼ ਚੰਦੂ ਦੀ ਅੰਦਰੋਂ ਆਉਣ ਲੱਗ ਪਈ, ਕਹਿਣ ਲੱਗਾ ਹੁਣ ਤੁਸੀਂ ਦੇਗ ਵਿੱਚੋਂ ਬਾਹਰ ਨਿਕਲੋ, ਦੱਸੋ ਹੁਣ ਜੋ ਅਸੀਂ ਕਹਿ ਰਹੇ ਹਾਂ ਮੰਨਣ ਲਈ ਤਿਆਰ ਹੋ? ਪੰਚਮ ਪਾਤਸ਼ਾਹ ਮਾਰੇ ਕਹਿਣ ਲੱਗੇ, ਨਹੀਂ, ਜਿਹੜੇ ਤੇਰੇ ਅੰਦਰ ਦੇ ਵਿਚਾਰ ਨੇ ਉਹ ਗਲਤ ਨੇ, ਉਹ ਝੂਠੇ ਨੇ, ਅਸੀਂ ਤੇ ਸੱਚ ਨਾਲ ਜੁੜੇ ਹੋਏ ਹਾਂ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਤਿਹਾਸਕਾਰ ਲਿਖਦਾ ਹੈ ਬਈ ਇਸ ਨੇ ਇੱਕ ਤਵੀ ਤਪਾਈ ਹੈ, ਬਿਲਕੁਲ ਜਦੋਂ ਉਹਦਾ ਰੰਗ ਲਾਲ ਹੋ ਗਿਆ ਤੇ ਉਸ ਵਕਤ ਗੁਰਦਿੱਤੇ ਭੁੰਜੇ ਨੂੰ ਸੱਦਿਆ ਗਿਆ, ਇਹਨੇ ਆਪਣੇ ਬੰਦਿਆਂ ਨੂੰ ਭੇਜਿਆ ਵੀ ਉਹਨੂੰ ਲੈ ਕੇ ਆਓ। ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਕਹਿਣ ਲੱਗਾ ਵੀ ਇਹ ਜਿਹੜੀ ਤਵੀ ਤਪ ਰਹੀ ਏ, ਇਹਦੇ ਉੱਤੇ ਬੈਠ ਜਾਓ। ਤੇ ਗੁਰਦਿੱਤਾ ਭੁੰਜੇ ਨੂੰ ਜਦੋਂ ਸੱਦ ਕੇ ਲੈ ਕੇ ਆਏ ਨਾ, ਉਹ ਪੰਚਮ ਪਾਤਸ਼ਾਹ ਮਹਾਰਾਜ ਵੇਖ ਕੇ ਤੇ ਉਹਦਾ ਸਰੀਰ, ਉਹਦਾ ਦਿਲ ਦਿਮਾਗ ਕੰਬ ਗਿਆ। ਕਹਿਣ ਲੱਗਾ, ਮਹਾਰਾਜ ਇਤਨੀ ਮਹਾਨ ਆਤਮਾ ਤੁਹਾਡੇ ਉੱਤੇ ਜਦੋਂ ਮੈਨੂੰ ਇਹ ਹੁਕਮ ਕਰੇਗਾ ਰੇਤਾ ਪਾਉਣ ਦਾ, ਤੇ ਮੈਂ ਕਿਵੇਂ ਪਾ ਸਕਾਂਗਾ? ਇਹ ਮੈਂ ਜ਼ੁਲਮ ਦਾ ਲੇਖਾ ਕਿੱਥੇ ਦੇਵਾਂਗਾ? ਤੇ ਉਸ ਵਕਤ ਸ਼ਾਂਤੀ ਦੇ ਸਾਗਰ, ਸ਼ਾਂਤੀ ਦੇ ਸੋਮੇ ਪੰਚਮ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ ਕਿ ਐ ਗੁਰਦਿੱਤਿਆ, ਇਹ ਜਿਹੜਾ ਤੂੰ ਕਹਿ ਰਿਹਾ ਹੈ ਨਾ ਵੀ ਮੈਂ ਕਿਵੇਂ ਪਾਵਾਂਗਾ ਰੇਤਾ, ਇਹ ਤੂੰ ਨਹੀਂ ਪਾਉਣੀ। ਤੇਰੇ ਬੇਸ਼ੱਕ ਹੱਥ ਚੱਲਣੇ ਨੇ, ਪਰ ਇਸ ਦਾ ਹਰਜਾਨਾ ਉਸ ਨੂੰ ਦੇਣਾ ਪਏਗਾ ਜਿਹੜਾ ਤੈਨੂੰ ਹੁਕਮ ਕਰ ਰਿਹਾ ਹੈ। ਇੱਕ ਬੰਨੇ ਗੁਰਦਿੱਤਾ ਹੈ ਭਰਪੂੰਜਾ, ਔਰ ਦੂਸਰੇ ਬੰਨੇ ਗੁਰੂ ਪੰਚਮ ਪਾਤਸ਼ਾਹ ਮਹਾਰਾਜ ਜੀ ਸ਼ਾਂਤ ਚਿੱਤ ਬੈਠੇ ਨੇ। ਦੋਵਾਂ ਦੇ ਸਵਾਲ ਤੇ ਜਵਾਬ ਗੁਰੂ ਸਾਹਿਬ ਕਹਿੰਦੇ ਨੇ ਕਿ ਉਸ ਮਾਲਕ ਦਾ ਭਾਣਾ ਹੈ, ਔਰ ਇਹ ਆਪਣੇ ਅੰਦਰ ਦੀ ਵਿਥਿਆ ਗੁਰਦਿੱਤਾ ਭਰਪੂੰਜਾ ਜਿਵੇਂ ਦੱਸ ਰਿਹਾ। ਗੁਰੂ ਪੰਚਮ ਪਾਤਸ਼ਾਹ ਮਹਾਰਾਜ ਤੱਤੀ ਤਵੀ ਦੇ ਉੱਤੇ ਬੈਠੇ ਹੋਏ ਨੇ, ਚੌਂਕੜਾ ਮਾਰ ਕੇ ਇੱਕ ਮਨ ਹੋ ਕੇ ਅਕਾਲ ਪੁਰਖ ਦੇ ਨਾਲ ਸੁਰਤੀ ਬਿਰਤੀ ਜੋੜ ਕਰਕੇ, ਔਰ ਆਪ ਜੀ ਦੀ ਖਿਦਮਤ ਇਸ ਤਰ੍ਹਾਂ ਕੀਤਾ ਜਾ ਰਿਹਾ ਹੈ। ਮੇਰਾ ਗੁਰ ਅੱਗੇ ਖਲੋਇਆ, ਸਹਿਬਾ ਮੈਂ ਪਾਪੀ ਹੋਇਆ, ਗੁਨਾਹ ਮੈਂ ਗਾਰ ਹਰਾਮੀ, ਡੁੱਬਦੇ ਨੂੰ ਤਾਰ ਸਵਾਮੀ, ਦਾਸ ਭੁੱਲਾਂ ਬਖਸ਼ਾਵੇ। ਗੁਰੂ ਜੀ ਤੇਰੇ ਸੋਹਣੇ ਸੀਸ ਤੇ ਮੈਥੋਂ ਤੱਤੀ ਨਾ ਰੇਤ ਪਾਈ ਜਾਵੇ। ਗੁਰੂ ਜੀ ਤੇਰੇ ਸੋਹਣੇ ਸੀਸ ਤੇ ਨੂੰ ਗੋਦ ਚ ਲੈ ਕੇ ਬੋਲੇ
ਆਦਰ ਦੇ ਕੇ ਤੂੰ ਕਿਉਂ ਪੁੱਤ ਭਇਆ ਨਿਰਾਸਾ ਧੀਰਜ ਧਰ ਦੇਣ ਦਿਲਾਸਾ ਪੈਰ ਨਾ ਪਸਾਰ ਕਿਸੇ ਪੈਣਾ ਤੇਰਾ ਤਾਂ ਕੋਈ ਦੋਸ਼ ਨਹੀਂ ਪਾਣਾ ਏਦਾਂ ਹੀ ਵਰਤ ਕੇ ਰਹਿਣਾ ਤੇਰਾ ਤਾਂ ਕੋਈ ਦੋਸ਼ ਨਹੀਂ ਮੇਰਾ ਗੁਰ ਅੱਗੇ ਖਲੋਇਆ ਸਹਿਬਾ ਮੈਂ ਪਾਪੀ ਹੋਇਆ ਗੁਨਾਹ ਮੈਂ ਘਰ ਹਰਾਮੀ ਡੁੱਬਦੇ ਨੂੰ ਤਾਰ ਸਵਾਮੀ ਦਾਸ ਦਾਸ ਫੁੱਲਾਂ ਬਖਸ਼ਾਵੇ ਗੁਰੂ ਜੀ ਤੇਰੇ ਸੋਹਣੇ ਸੀਸ ਤੇ ਮੈਥੋਂ ਤੱਤੀ ਨਾ ਰੇਤ ਪਾਈ ਜਾਵੇ ਗੁਰੂ ਜੀ ਤੇਰੇ ਸੋਹਣੇ ਸੀਸ ਤੇ ਤੇਰੇ ਨੂੰ ਗੋਦ ਚ ਲੈ ਕੇ ਬੋਲੇ ਗੁਰੂ ਆਦਰ ਦੇ ਕੇ ਤੂੰ ਕਿਉਂ ਪੁੱਤ ਭਇਆ ਨਿਰਾਸਾ ਧੀਰਜ ਧਰ ਦੇਣ ਦਿਲਾਸਾ ਪੈਰ ਨਾ ਪਸਾਰ ਕਿਸੇ ਪੈਣਾ ਤੇਰਾ ਤਾਂ ਕੋਈ ਦੋਸ਼ ਨਹੀਂ ਪਾਣਾ ਏਦਾਂ ਹੀ ਵਰਤ ਕੇ ਰਹਿਣਾ ਤੇਰਾ ਤਾਂ ਕੋਈ ਦੋਸ਼ ਨਹੀਂ ਹੋਰ ਏਦਾਂ ਦੇ ਪਾਵਨ ਹਾਰੇ ਸੜਜਣ ਇਹ ਹੱਥ ਨਕਾਰੇ ਆਪ ਦੇ ਗੁਰੂ ਸਤਾਇਆ ਜਮਦਾ ਨਾ ਮਾਰਿਆ ਮਾਇਆ ਹੁਣ ਰੋਂਦੇ ਨੂੰ ਕੌਣ ਵਰਾਵੇ ਗੁਰੂ ਜੀ ਤੇਰੇ ਸੋਹਣੇ ਸੀਸ ਤੇ ਮੈਥੋਂ ਤੱਤੀ ਨਾ ਰੇਤ ਪਾਈ ਜਾਵੇ ਗੁਰੂ ਜੀ ਤੇਰੇ ਸੋਹਣੇ ਸੀਸ ਤੇ ਤੂੰ ਕਾਤੋਂ ਝੁਰਨਾ ਆਸਾ ਜਹਾਨੋਂ ਤੁਰਨਾ ਸੀਸ ਮੈਂ ਕਰਨਾ ਭੇਟਾ ਤੇਰਾ ਨਹੀਂ ਦੋਸ਼ ਬੇਟਾ ਤੂੰ ਕਿਉਂ ਚੰਦੂ ਦਾ ਦੁੱਖ ਸਹਿਣਾ ਤੇਰਾ ਤਾਂ ਕੋਈ ਦੋਸ਼ ਨਹੀਂ ਪਾਣਾ ਏਦਾਂ ਹੀ ਵਰਤ ਕੇ ਰਹਿਣਾ ਤੇਰਾ ਤਾਂ ਕੋਈ ਦੋਸ਼ ਨਹੀਂ ਉਹ ਤੁਹਾਡੇ ਤੇ ਹੱਥ ਹੈ ਵਗਦਾ ਹੋ ਤੁਹਾਡੇ ਤੇ ਹੱਥ ਹੈ ਵਗਦਾ ਚੰਦੂ ਤੋਂ ਡਰ ਹੈ ਲੱਗਦਾ ਮੋੜਾਂ ਜੇ ਹੁਕਮ ਉਸ ਦਾ ਮੈਨੂੰ ਡਰ ਦੇਂਦਾ ਲੋਦਾ ਦੱਸੋ ਤੁਸਾਨੂੰ ਜਿਵੇਂ ਹੁਣ ਭਾਵੇ ਗੁਰੂ ਜੀ ਤੇਰੇ ਸੋਹਣੇ ਸੀਸ ਤੇ ਮੈਥੋਂ ਤੱਤੀ ਨਾ ਰੇਤ ਪਾਈ ਜਾਵੇ ਗੁਰੂ ਜੀ ਤੇਰੇ ਸੋਹਣੇ ਸੀਸ ਤੇ ਚੰਦੂ ਦਾ ਰਹਿ ਤੂੰ ਹਾਮੀ ਬਣਦਾ ਕਿਉਂ ਨਿਮਕ ਹਰਾਮੀ ਸਾਡੀ ਹਮਦਰਦੀ ਕੀਤੀ ਤੇਰੀ ਤਾਂ ਨਹੀਂ ਬਦਨੀਤੀ ਸਾਥੋਂ ਆਸਾਨ ਨਹੀਂ ਲੈਣਾ ਤੇਰਾ ਤਾਂ ਕੋਈ ਦੋਸ਼ ਨਹੀਂ ਪਾਣਾ ਏਦਾਂ ਹੀ
ਵਰਤ ਕੇ ਰਹਿਣਾ ਤੇਰਾ ਤਾਂ ਕੋਈ ਦੋਸ਼ ਨਹੀਂ। ਉਹ ਜੀਵ ਕੰਮ ਕਰੇ ਸੁਤੰਤਰ ਭੋਗਣੇ ਪੈਣ ਪਤੰਤਰ ਇਹ ਤਾਂ ਗੱਲ ਲਿਖੀ ਓ ਜਾਗਰ ਪੜ ਲੋ ਵਿਚਾਰ ਸਾਗਰ ਜੈਸਾ ਕਰੇ ਕੋਈ ਤੈਸਾ ਹੀ ਫਲ ਪਾਵੇ ਗੁਰੂ ਜੀ ਤੇਰੇ ਸੋਹਣੇ ਸੀਸ ਤੇ ਮੈਥੋਂ ਤਤੀ ਨਾ ਰੇਤ ਪਾਈ ਜਾਵੇ ਗੁਰੂ ਜੀ ਤੇਰੇ ਸੋਹਣੇ ਸੀਸ ਤੇ। ਅਰਜਨ ਦੇ ਚਾਚੇ ਤਾਏ ਰਣ ਦੇ ਵਿੱਚ ਮਾਰ ਮਕਾਏ ਕ੍ਰਿਸ਼ਨ ਤੋਂ ਸੁਣ ਕੇ ਗੀਤਾ ਦੁਸ਼ਟਾਂ ਦਾ ਨਾਸ ਕੀਤਾ ਚੜਦਾ ਪਾਪ ਸਿਰ ਹੈ ਨਾ ਤੇਰਾ ਤਾਂ ਕੋਈ ਦੋਸ਼ ਨਹੀਂ ਪਾਣਾ ਏਦਾਂ ਹੀ ਵਰਤ ਕੇ ਰਹਿਣਾ ਤੇਰਾ ਤਾਂ ਕੋਈ ਦੋਸ਼ ਨਹੀਂ। ਉਹ ਜੈਸੇ ਸੀ ਰਾਮ ਕਰੋਤੀ ਜੈਸੇ ਸੀ ਰੌਣ ਕਰੋਤੀ ਰਾਮ ਦਾ ਬਣਿਆ ਵਿਰੋਧੀ ਮੇਰੀ ਵੀ ਫਿਰ ਜੁੱਤ ਹੋਈ ਆਖਣਗੇ ਮਿੱਤਰ ਤਰੋਈ ਮੌਤ ਮੰਗੀ ਨਾ ਮੂੰਹੋਂ ਫੇਰ ਆਵੇ ਗੁਰੂ ਜੀ ਤੇਰੇ ਸੋਹਣੇ ਸੀਸ ਤੇ ਮੈਥੋਂ ਤਤੀ ਨਾ ਰੇਤ ਪਾਈ ਜਾਵੇ ਗੁਰੂ ਜੀ ਤੇਰੇ ਸੋਹਣੇ ਸੀਸ ਤੇ। ਮਾਲਕ ਦਾ ਹੁਕਮ ਵਜਾ ਤੂੰ ਸਾਡੇ ਸਿਰ ਰੇਤਾ ਪਾ ਤੂੰ ਤੇਰਾ ਤਾਂ ਬਣਿਆ ਬਹਾਨਾ ਚੰਦੂ ਸਿਰ ਪਊ ਹਰ ਜਾਨਾ ਮਾਨਾ ਕਰਤਾਰ ਦਾ ਕਹਿਣਾ ਤੇਰਾ ਤਾਂ ਕੋਈ ਦੋਸ਼ ਨਹੀਂ ਪਾਣਾ ਏਦਾਂ ਹੀ ਵਰਤ ਕੇ ਰਹਿਣਾ ਤੇਰਾ ਤਾਂ ਕੋਈ ਦੋਸ਼ ਨਹੀਂ। ਮੇਰੇ ਪੰਚਮ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ ਬਈ ਉਸ ਅਕਾਲ ਪੁਰਖ ਦਾ ਭਾਣਾ ਹੈ ਇਹ ਇਸੇ ਤਰ੍ਹਾਂ ਹੀ ਹੋਣਾ ਹੈ ਇਹ ਲਿਖਿਆ ਹੋਇਆ ਹੈ ਇਹ ਸੱਚ ਹੈ ਵੀ ਜੋ ਲਿਖਿਆ ਉਹੀ ਵਰਤਦਾ ਹੈ ਜੋ ਸਾਡੇ ਮੱਥੇ ਦੇ ਲੇਖ ਲਿਖੇ ਹੋਏ ਨੇ ਨਾ ਉਹੀ ਸਾਨੂੰ ਮਿਲਦਾ ਹੈ। ਇਹ ਮੈਂ ਆਪਣੇ ਕੋਲੋਂ ਨਹੀਂ ਜੇ ਕਹਿ ਰਿਹਾ ਗੁਰਬਾਣੀ ਦਾ ਫਰਮਾਨ ਹੈ ਜੈਸੀ ਕਲਮ ਵੁੜੀ ਹੈ ਮਸਤਕ ਤੈਸੀ ਜੀੜੇ ਪਾਸ ਜਿਹੜੇ ਸਾਡੇ ਮੱਥੇ ਦੇ ਵਿੱਚ ਲੇਖ ਵਹਿ ਗਏ ਨੇ ਨਾ ਸਾਨੂੰ ਉਹੀ ਮਿਲਣਾ ਹੈ। ਕੰਬ ਰਿਹਾ ਗੁਰਦਿੱਤਾ ਭੜਪੂੰਜਾ ਕਿ ਮਹਾਰਾਜ ਇਹ ਮੈਂ ਕਿਵੇਂ ਜ਼ੁਲਮ ਕਰਾਂਗਾ ਗੁਰੂ ਸਾਹਿਬ ਜੀ ਕਹਿਣ ਲੱਗੇ ਨਹੀਂ ਤੂੰ ਆਪਣੇ ਮਾਲਕ ਦਾ ਹੁਕਮ ਵਜਾ ਤੇ ਅਸੀਂ ਅਕਾਲ ਪੁਰਖ ਦਾ ਹੁਕਮ ਵਜਾ ਰਹੇ ਹਾਂ ਤੂੰ ਆਪਣੇ ਮਾਲਕ ਦੀ ਰਜ਼ਾ ਵਿੱਚ ਰਹਿ ਅਸੀਂ ਆਪਣੇ ਮਾਲਕ ਦੀ ਰਜ਼ਾ ਦੇ ਵਿੱਚ ਕਾਇਮ ਹਾਂ। ਇਸ ਤੋਂ ਬਾਅਦ ਦੇ ਵਿੱਚ ਦਰਵੇਸ਼ ਸਾਈਂ ਮੀਆਂ ਮੀਰ ਜਿਹੜਾ ਕਦੀ ਹਰਮੰਦਰ ਸਾਹਿਬ ਜਾਂਦਾ ਸੀ ਔਰ ਜਿਸ ਦੇ ਕੋਲੋਂ ਮੇਰੇ ਪੰਚਮ ਪਾਤਸ਼ਾਹ ਮਹਾਰਾਜ ਨੇ ਹਰਮੰਦਰ ਸਾਹਿਬ ਦੀ ਨੀਂਹ ਰਖਵਾਈ ਸੀ। ਕਿਉਂ ਰਖਵਾਈ ਸੀ? ਕਹਿ ਲੱਗੇ ਵੀ ਇੱਥੇ 4 ਵਰਨਾਂ ਦੇ ਲੋਕ ਆਉਣੇ ਨੇ ਇਹ ਦਰਵੇਸ਼ਾਂ ਦੀ ਜਗ੍ਹਾ ਬਣੀ ਹੈ ਔਰ ਇਸ ਕਰਕੇ ਸਾਈਂ ਦੀ ਇਹ ਜਿਹੜੀ ਨੀਂਹ ਹੈ ਤੁਹਾਡੇ ਹੱਥੋਂ ਰਖਾਈ ਜਾਏਗੀ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਔਰ ਸਾਈਂ ਮੀਆਂ ਮੀਰ ਗੁਰੂ ਸਾਹਿਬਾਂ ਦੇ ਦਰਸ਼ਨ ਦਿਦਾਰੇ ਕਰਨ ਵਾਸਤੇ ਹਰਮੰਦਰ ਸਾਹਿਬ ਜਾਂਦਾ ਸੀ ਅਤੇ ਗੁਰੂ ਦੀ ਗੁਰਬਾਣੀ ਗੁਰੂ ਦਾ ਕੀਰਤਨ ਸਰਵਣ ਕਰਿਆ ਕਰਦਾ ਸੀ। ਔਰ ਇੱਕ ਵਾਰ
ਮੇਰੇ ਪੰਚਮ ਪਾਤਸ਼ਾਹ ਮਹਾਰਾਜ ਜੀ ਕੀਰਤਨ ਕਰ ਰਹੇ ਸਨ, ਸ਼ਬਦ ਦਾ ਉਚਾਰਨ ਕਰ ਰਹੇ ਸਨ। ਤਨ ਮਨ ਕਾਟ ਕਾਟ ਸਭ ਅਰਪੀ, ਵਿੱਚ ਅਗਨੀ ਆਪ ਜਲਾਈ, ਹਰਮੰਦਰ ਸਾਹਿਬ ਵਿਖੇ। ਤੇ ਉਸ ਵਕਤ ਜਦੋਂ ਕੀਰਤਨ ਦੀ ਸਮਾਪਤੀ ਹੋਈ ਤੇ ਗੁਰੂ ਸਾਹਿਬਾਂ ਨੂੰ ਸਾਈਂ ਮੀਆਂ ਮੀਰ ਨੇ ਪੁੱਛਿਆ ਹੱਥ ਜੋੜ ਕੇ, ਮਹਾਰਾਜ ਜਿਸ ਸ਼ਬਦ ਦਾ ਤੁਸੀਂ ਗਾਇਨ ਕਰ ਰਹੇ ਸੀ, ਕੀ ਇਹ ਪ੍ਰੈਕਟੀਕਲ ਹੈ ਕਿ ਇਸ ਤਰ੍ਹਾਂ ਹੋ ਸਕਦਾ ਹੈ? ਗੁਰੂ ਸਾਹਿਬ ਜੀ ਕਹਿਣ ਲੱਗੇ, ਹੋ ਨਹੀਂ ਸਕਦਾ, ਹੋਏਗਾ, ਹੋਏਗਾ। ਔਰ ਅੱਜ ਜਦੋਂ ਲਾਹੌਰ ਦੇ ਵਿੱਚ ਤੱਤੀ ਤਵੀ ਤੇ ਬੈਠੇ ਮੇਰੇ ਪੰਚਮ ਪਾਤਸ਼ਾਹ ਮਹਾਰਾਜ ਜੀ ਉਸ ਮਾਲਕ ਦਾ ਭਾਣਾ ਮੰਨ ਰਹੇ ਨੇ, ਤੇਰਾ ਕੀਆ ਮੀਠਾ ਲਾਗੈ, ਹਰ ਨਾਮ ਪਦਾਰਥ ਨਾਨਕ ਮੰਗੈ। ਤੇ ਉਸ ਵਕਤ ਸਾਈਂ ਮੀਆਂ ਮੀਰ ਆਇਆ। ਉਸ ਤੋਂ ਇਹ ਜ਼ੁਲਮ ਹੁੰਦਾ ਵੇਖ ਕੇ ਝੱਲਿਆ ਨਾ ਗਿਆ, ਤਾਹਾ ਮਾਰ ਕੇ ਰੋ ਪਿਆ, ਭੁੱਬੀ ਰੋਣ ਲੱਗ ਪਿਆ। ਸਾਈਂ ਮੀਆਂ ਮੀਰ ਕਹਿਣ ਲੱਗਾ, ਮਹਾਰਾਜ ਇਸ ਦਰਵੇਸ਼ ਨੂੰ ਹੁਕਮ ਕਰੋ, ਮੈਂ ਦਿੱਲੀ ਤੇ ਲਾਹੌਰ ਦੀ ਇੱਟ ਨਾਲ ਇੱਟ ਖੜਕਾ ਦਿਆਂ। ਤੇ ਉਸ ਵਕਤ ਮੇਰੇ ਪੰਚਮ ਪਾਤਸ਼ਾਹ ਮਹਾਰਾਜ ਜੀ, ਇੱਕ ਬੰਨੇ ਸਾਈਂ ਮੀਆਂ ਮੀਰ ਹੈ, ਦੂਸਰੇ ਬੰਨੇ ਸ਼ਹੀਦਾਂ ਦੇ ਸਰਤਾਜ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਕੀ ਕਹਿ ਰਹੇ ਨੇ ਸਾਈਂ ਮੀਆਂ ਮੀਰ ਨੂੰ, ਸਾਈਂ ਮੀਆਂ ਮੀਰ ਕੀ ਕਹਿ ਰਿਹਾ ਹੈ। ਦੋਵਾਂ ਦੇ ਸਵਾਲ ਤੇ ਜਵਾਬ ਤੁਹਾਡੀ ਖਿਦਮਤ ਵਿੱਚ ਇਸ ਤਰ੍ਹਾਂ ਕੀਤੇ ਜਾ ਰਹੇ ਨੇ। ਤੱਤੀ ਤਵੀ ਉੱਤੇ ਜਦੋਂ ਗੁਰਾਂ ਨੂੰ ਬਿਠਾਇਆ ਸੀ, ਚੱਲ ਕੇ ਗੁਰਾਂ ਦੇ ਕੋਲ ਮੀਆਂ ਮੀਰ ਆਇਆ ਸੀ। ਜਿਸ ਧਰਤੀ ਤੇ ਇੰਨਾ ਕਹਿਰ ਹੋਈ ਜਾਵੇ, ਜਿਸ ਧਰਤੀ ਤੇ ਇੰਨਾ ਕਹਿਰ ਹੋਈ ਜਾਵੇ, ਉਸ ਧਰਤੀ ਨੂੰ ਕਿਉਂ ਨਾ ਪਲਟਾਵਾਂ ਸ਼ਹਿਨਸ਼ਾਹ। ਹੁਕਮ ਕਰੋ ਤਾਂ ਦਿੱਲੀ ਲਾਹੌਰ ਸ਼ਹਿਰ ਦੀ, ਇੱਟ ਨਾਲ ਇੱਟ ਖੜਕਾਵਾਂ ਸ਼ਹਿਨਸ਼ਾਹ। ਹੁਕਮ ਕਰੋ ਤਾਂ ਦਿੱਲੀ ਲਾਹੌਰ ਸ਼ਹਿਰ ਦੀ, ਇੱਟ ਨਾਲ ਇੱਟ ਖੜਕਾਵਾਂ ਸ਼ਹਿਨਸ਼ਾਹ। ਹੁਕਮ ਕਰੋ ਤਾਂ ਦਿੱਲੀ ਲਾਹੌਰ ਸ਼ਹਿਰ ਦੀ, ਇੱਟ ਨਾਲ ਇੱਟ ਖੜਕਾਵਾਂ ਸ਼ਹਿਨਸ਼ਾਹ। ਉਹ ਸਿੱਖੀ ਵਾਲਾ ਮਹਿਲ ਮੀਆਂ ਮੀਰ ਜੀ ਉਸਾਰਨਾ, ਇਸ ਝੂਠੇ ਤਨ ਨਾਲ ਕਰੀਏ ਪਿਆਰ ਨਾ। ਉਹ ਸਿੱਖੀ ਵਾਲਾ ਮਹਿਲ ਮੀਆਂ ਮੀਰ ਜੀ ਉਸਾਰਨਾ, ਇਸ ਝੂਠੇ ਤਨ ਨਾਲ ਕਰੀਏ ਪਿਆਰ ਨਾ। ਉਸ ਦੀ ਰਜਾ ਦੇ ਵਿੱਚ ਸਦਾ ਖੁਸ਼ ਰਹੀਏ, ਉਸ ਦੀ ਰਜਾ ਦੇ ਵਿੱਚ ਸਦਾ ਖੁਸ਼ ਰਹੀਏ। ਸਤਨਾਮ ਵਾਹਿਗੁਰੂ ਮੁਖੋਂ ਗਾਇਆ ਹੈ, ਭਾਣਾ ਮੰਨਣਾ ਹੈ ਅਸੀਂ, ਭਾਣਾ ਮੰਨਣਾ ਹੈ ਪੁਰਖ ਅਕਾਲ ਦਾ। ਪੰਜਵੇਂ ਗੁਰਾਂ ਨੇ ਮੁਖੋਂ ਫਰਮਾਇਆ ਹੈ, ਭਾਣਾ ਮੰਨਣਾ ਹੈ ਪੁਰਖ ਅਕਾਲ ਦਾ। ਪੰਜਵੇਂ ਗੁਰਾਂ ਨੇ ਮੁਖੋਂ ਫਰਮਾਇਆ ਹੈ, ਪੰਜਵੇਂ ਗੁਰਾਂ ਨੇ ਮੁਖੋਂ ਫਰਮਾਇਆ ਹੈ। ਉਹ ਦਿਲ ਵਿੱਚ ਗੁੱਸਾ ਅਤੇ ਨੈਣਾ ਵਿੱਚ ਨੀਰ ਹੈ, ਤਾਂ ਮਾਰ ਮਾਰ ਕੇ ਤੇ ਕਹਿੰਦਾ ਮੀਆਂ ਮੀਰ ਹੈ। ਉਹ ਦਿਲ ਵਿੱਚ ਗੁੱਸਾ ਅਤੇ ਨੈਣਾ ਵਿੱਚ ਨੀਰ ਹੈ, ਤਾਂ ਮਾਰ ਮਾਰ ਕੇ ਤੇ ਕਹਿੰਦਾ ਮੀਆਂ ਮੀਰ ਹੈ। ਉਹ ਦਾਨੀ ਉੱਤੇ ਇੰਨੇ ਕੋ ਕਸ਼ਟ ਚੱਲੀ ਜਾਵੋ, ਤਾਨੀ ਉੱਤੇ ਇੰਨੇ ਕਿਉਂ ਕਸ਼ਟ ਚੱਲੀ ਜਾਵੋ। ਤੀਰ ਕਰਾਮਾਤ ਵਾਲੇ ਮੈਂ ਚਲਾਵਾਂ ਸ਼ਹਿਨਸ਼ਾਹ। ਹੁਕਮ ਦਿਓ ਤਾਂ ਦਿੱਲੀ ਲਾਹੌਰ ਸ਼ਹਿਰ ਦੀ, ਇੱਟ ਨਾਲ ਇੱਟ ਖੜਕਾਵਾਂ ਸ਼ਹਿਨਸ਼ਾਹ। ਹੁਕਮ ਕਰੋ ਤਾਂ ਦਿੱਲੀ ਲਾਹੌਰ ਸ਼ਹਿਰ ਦੀ, ਇੱਟ ਨਾਲ ਇੱਟ ਖੜਕਾਵਾਂ ਸ਼ਹਿਨਸ਼ਾਹ। ਜਿੰਨੇ ਵੀ ਤਸੀਹੇ ਅਸੀਂ ਤਾਨੀ ਉੱਤੇ ਜਰਾਂਗੇ, ਉਨੀ ਪੱਕੀ ਨੀ ਸਿੱਖ ਕੌਮ ਵਾਲੀ ਕਰਾਂਗੇ। ਜਿੰਨੇ ਵੀ ਤਸੀਹੇ ਅਸੀਂ ਤਾਨੀ ਉੱਤੇ ਜਰਾਂਗੇ, ਉਨੀ ਪੱਕੀ ਨੀ ਸਿੱਖ ਕੌਮ ਵਾਲੀ ਕਰਾਂਗੇ। ਭਲਾ ਸਰਬੱਤ ਵਾਲਾ ਦਿੰਦਾ ਰਹੂ ਸੁਨੇਹਾ, ਭਲਾ ਸਰਬੱਤ ਵਾਲਾ ਦਿੰਦਾ ਰਹੂ ਸੁਨੇਹਾ। ਜਿਹੜਾ ਵਾਹਿਗੁਰੂ ਨਾਨਕ ਨੇ ਬੂਟਾ ਲਾਇਆ ਹੈ,
ਮੰਨਣਾ ਹੈ ਪੁਰਖ ਅਕਾਲ ਦਾ ਪੰਜਵੇਂ ਗੁਰਾਂ ਨੇ ਮੁਖੋਂ ਫਰਮਾਇਆ ਹੈ ਭਾਣਾ ਮੰਨਣਾ ਹੈ ਪੁਰਖ ਅਕਾਲ ਦਾ ਪੰਜਵੇਂ ਗੁਰਾਂ ਨੇ ਮੁਖੋਂ ਫਰਮਾਇਆ ਹੈ ਪੰਜਵੇਂ ਗੁਰਾਂ ਨੇ ਮੁਖੋਂ ਫਰਮਾਇਆ ਹੈ ਉਹ ਦੇਗ ਚੋਂ ਉਠਾ ਕੇ ਫਿਰ ਤਵੀ ਤੇ ਬਿਠਾਇਆ ਹੈ ਦੇਗ ਚੋਂ ਉਠਾ ਕੇ ਫਿਰ ਤਵੀ ਤੇ ਬਿਠਾ ਲਿਆ ਸਾਰੇ ਹੀ ਸਰੀਰ ਉੱਤੇ ਪੈ ਗਏ ਛਾਲੇ ਛਾਲਿਆ ਦੇਗ ਚੋਂ ਉਠਾ ਕੇ ਫਿਰ ਤਵੀ ਤੇ ਬਿਠਾ ਲਿਆ ਸਾਰੇ ਹੀ ਸਰੀਰ ਉੱਤੇ ਪੈ ਗਏ ਛਾਲੇ ਛਾਲਿਆ ਉਹ ਗੁੱਸੇ ਵਿੱਚ ਲਾਲ ਹੋਇਆ ਕਹਿੰਦਾ ਮੀਆਂ ਮੀਰ ਗੁੱਸੇ ਵਿੱਚ ਲਾਲ ਹੋਇਆ ਕਹਿੰਦਾ ਮੀਆਂ ਮੀਰ ਤੀਰ ਕਰਾਮਾਤ ਦੇ ਚਲਾਵਾਂ ਸ਼ਹਿਨਸ਼ਾਹ ਹੁਕਮ ਕਰੋ ਤਾਂ ਦਿੱਲੀ ਲਾਹੌਰ ਸ਼ਹਿਰ ਦੀ ਇੱਟ ਨਾਲ ਇੱਟ ਖੜਕਾਵਾਂ ਸ਼ਹਿਨਸ਼ਾਹ ਹੁਕਮ ਕਰੋ ਤਾਂ ਦਿੱਲੀ ਲਾਹੌਰ ਸ਼ਹਿਰ ਦੀ ਇੱਟ ਨਾਲ ਇੱਟ ਖੜਕਾਵਾਂ ਸ਼ਹਿਨਸ਼ਾਹ ਸਿੱਖੀ ਦਾ ਸਿਦਕ ਵਾਲਾ ਮੋਢੇ ਗੁਰੂ ਬਣ ਗਏ ਤੇਰਾ ਕੀਆ ਮਿੱਠਾ ਲਾਗੇ ਭਾਣਾ ਇਹ ਮੰਨ ਗਏ ਸਿੱਖੀ ਦੇ ਸਿਦਕ ਵਾਲਾ ਮੋਢ ਗੁਰੂ ਬਣ ਗਏ ਤੇਰਾ ਕੀਆ ਮਿੱਠਾ ਲਾਗੇ ਭਾਣਾ ਗੁਰੂ ਮੰਨ ਗਏ ਧਾਰੀਵਾਲ ਰੱਬ ਕੋਲ ਡਰ ਕੇ ਹੀ ਰਹੀਏ ਧਾਰੀਵਾਲ ਰੱਬ ਕੋਲੋਂ ਨੀਵੇਂ ਹੋ ਕੇ ਰਹੀਏ ਅੰਤ ਨਾ ਕਿਸੇ ਵੀ ਮਾਲਕ ਦਾ ਪਾਇਆ ਹੈ ਭਾਣਾ ਮੰਨਣਾ ਹੈ ਅਸੀਂ ਭਾਣਾ ਮੰਨਣਾ ਹੈ ਪੁਰਖ ਅਕਾਲ ਦਾ ਪੰਜਵੇਂ ਗੁਰਾਂ ਨੇ ਮੁਖੋਂ ਫਰਮਾਇਆ ਹੈ ਭਾਣਾ ਮੰਨਣਾ ਹੈ ਪੁਰਖ ਅਕਾਲ ਦਾ ਪੰਜਵੇਂ ਗੁਰਾਂ ਨੇ ਮੁਖੋਂ ਫਰਮਾਇਆ ਮੇਰੇ ਪੰਚਮ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ ਕਿ ਸਾਈਂ ਜੀ ਉਸ ਮਾਲਕ ਦਾ ਭਾਣਾ ਮੰਨਣਾ ਹੈ ਭਾਣਾ ਮੰਨਦਿਆਂ ਹੋਇਆਂ ਜਿਹੜਾ ਤੁਸੀਂ ਇੱਕ ਵਾਰ ਸਾਨੂੰ ਸਵਾਲ ਕੀਤਾ ਸੀ ਨਾ ਉਸ ਸਵਾਲ ਦਾ ਜਵਾਬ ਅੱਜ ਤੁਹਾਡੇ ਸਾਹਮਣੇ ਹੈ ਤੁਸੀਂ ਇੱਕ ਵਾਰ ਕਿਹਾ ਸੀ ਨਾ ਵੀ ਜਿਹੜਾ ਤੁਸੀਂ ਸ਼ਬਦ ਦਾ ਜਾਪ ਕਰ ਰਹੇ ਹੋ ਮਹਾਰਾਜ ਕੀ ਇਹ ਪ੍ਰੈਕਟੀਕਲ ਹੈ ਹੋ ਸਕਦਾ ਹੈ ਤੇ ਅਸੀਂ ਤੁਹਾਨੂੰ ਵੇਖ ਕਿਹਾ ਸੀ ਸਮਾਂ ਆਏਗਾ ਤੇ ਹੋਏਗਾ ਸ਼ਬਦ ਕੀ ਸੀ ਤਨ ਮਨ ਕਾਟ ਕਾਟ ਸਭ ਬਈ ਆਪਣਾ ਤਨ ਮਨ ਕੱਟ ਦੇਣਾ ਤੇ ਫੇਰ ਅਗਨੀ ਦੇ ਵਿੱਚ ਜਲਾ ਦੇਣਾ ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ ਅੱਜ ਸਾਈਂ ਜੀ ਤੁਸੀਂ ਵੇਖ ਰਹੇ ਹੋ ਇਹ ਪ੍ਰੈਕਟੀਕਲ ਤੁਹਾਡੇ ਸਾਹਮਣੇ ਹੈ ਜੋ ਗੁਰਬਾਣੀ ਵਿੱਚ ਲਿਖਿਆ ਹੈ ਨਾ ਉਹ ਸੱਚ ਹੈ ਸੱਚ ਕਰਕੇ ਦਰਸਾਇਆ ਕਿਉਂਕਿ ਮਨੁੱਖ ਆਪਣੇ ਆਪ ਕੁਝ ਨਹੀਂ ਜਾਣਦਾ ਧੁਰ ਤੋਂ ਆਈ ਗੁਰਬਾਣੀ ਧੁਰ ਕੀ ਆ ਬਾਣੀ ਆਈ ਤਿਨ ਸਗਲੀ ਚਿੰਤ ਮਟਾਈ ਇਹ ਜੋ ਧੁਰੋਂ ਸਾਨੂੰ ਹੁਕਮ ਆਇਆ ਉਹੀ ਲਿਖਿਆ ਹੋਇਆ ਗੁਰਬਾਣੀ ਦੇ ਵਿੱਚ ਔਰ ਸੱਚ ਜਾਣਿਓ ਇਹ ਮਨੁੱਖ ਦੇ ਜੀਵਨ ਨੂੰ ਸਤਰਕ ਕਰਕੇ ਤੇ ਇਹ ਗੁਰਬਾਣੀ ਦਾ ਜਿੰਨਾ ਵੀ ਜਾਪ ਹੈ ਨਾ ਮਨੁੱਖ ਦੇ ਜੀਵਨ ਉੱਤੇ ਹੈ ਜੀਵਨ ਨੂੰ ਸੇਧ ਦੇਣ ਵਾਸਤੇ ਜੀਵਨ ਨੂੰ ਸੁਧਾਰਨ ਵਾਸਤੇ ਜੀਵਨ ਨੂੰ ਲੇਖੇ ਵਿੱਚ ਲਾਉਣ ਵਾਸਤੇ ਜਿਤਨੇ ਵੀ ਇੱਕ ਓੰਕਾਰ ਤੋਂ ਲੈ ਕੇ 18 10 20 ਤੱਕ ਗੁਰਬਾਣੀ ਦਾ ਜਾਪ ਹੈ ਨਾ ਇਹ ਸਾਰਾ ਮਨੁੱਖ ਦੇ ਜੀਵਨ ਉੱਤੇ ਢੁੱਕਦਾ ਹੈ ਸਾਈਂ ਜੀ ਤੁਸੀਂ ਤੇ ਉਸ ਅੱਲਾਹ ਤਾਲਾ ਦੀ ਬੰਦਗੀ ਕਰਨ ਵਾਲੇ ਹੋ ਕਹਿੰਦਾ ਜੀ ਮੇਰੇ ਕੋਲੋਂ ਵੇਖ ਕੇ ਤੁਹਾਡੇ ਉੱਤੇ ਕਹਿਰ ਹੁੰਦਾ ਜਰਿਆ ਨਹੀਂ ਜਾ ਰਿਹਾ ਕੋਈ ਸ਼ਾਇਰ ਲਿਖਦਾ ਦਰਦਵੰਦ ਦੀ ਕਹਾਣੀ ਉਹ ਕਹਿੰਦਾ ਦਰਦਵੰਦ ਨੂੰ ਦਰਦ ਦੀ ਦਰਦ ਹੁੰਦੀ ਬੇਦਰਦ ਨੂੰ ਦਰਦ ਦੀ ਦਰਦ ਕੀ ਏ ਦਰਦ ਕਰਦ ਦੀ ਬੱਕਰਾ ਜਾਣਦਾ ਏ ਕੱਟਣ ਵਾਲੇ ਦੀ ਜਾਣ ਦੀ ਕਰਦ ਕੀ ਹੈ ਜਿਹੜਾ ਵਿੱਚ ਮੈਦਾਨ ਦੇ ਦਗਾ ਦੇ ਦੇ ਉਹਨੂੰ ਆਖਣਾ ਕਿਸੇ ਨੇ ਮਰਦ ਕੀ ਏ ਪਾਣੀ ਲੱਖਾਂ ਮਣ ਪਾਵੇਂ ਪਾ ਦੇਖੋ ਲੱਗੀ ਹੋਮ ਦੀ ਦਿਲਾਂ ਦੀ ਸਰਦ ਕੀ ਹੈ ਸਾਈਂ ਮੀਆਂ ਮੀਰ ਨੂੰ ਸਮਝਾਇਆ ਮਹਾਰਾਜ ਨੇ ਸਾਈਂ ਜੀ ਜਿਹੜੇ ਤੁਸੀਂ ਕਹਿੰਦੇ ਨਾ ਵੀ ਇੱਟ ਨਾਲ ਇੱਟ ਕੜਕਾ ਦਈਏ
ਇਹ ਗਲਤ ਹੈ। ਸੰਤਾਂ ਭਗਤਾਂ ਤੇ ਫਕੀਰਾਂ ਵਾਸਤੇ ਕਰਾਮਾਤ ਕਹਿਰ ਦਾ ਨਾਮ ਹੈ। ਕਰਾਮਾਤ ਨਹੀਂ ਵਿਖਾਈ ਜਾਏਗੀ, ਉਸ ਮਾਲਕ ਦਾ ਹੁਕਮ ਮੰਨਿਆ ਜਾਏਗਾ, ਉਸ ਦਾ ਭਾਣਾ ਮੰਨਿਆ ਜਾਏਗਾ। ਸਾਈਂ ਦੇ ਕੋਲੋਂ ਇਹ ਦੁੱਖ ਵੇਖ ਕੇ ਸਹਿ ਨਾ ਹੋਇਆ ਤੇ ਗੁਰੂ ਦੇ ਦਰਸ਼ਨ ਦਿਦਾਰੇ ਕਰਦਾ ਹੋਇਆ ਚਲੇ ਗਿਆ। ਸੱਚ ਜਾਣੋ, ਜਿਹੜਾ ਜ਼ੁਲਮੀ ਇਨਸਾਨ ਹੈ ਉਹਦੇ ਘਰ ਦੇ ਵਿੱਚੋਂ ਹੀ ਬਗਾਵਤ ਉੱਠ ਪੈਂਦੀ ਹੈ। ਹੁਣ ਚੰਦੂ ਲਾਲ ਦੀ ਨੂੰਹ ਉਹ ਚੂਰੀ ਦਾ ਛੰਨਾ ਲੈ ਕੇ ਮੇਰੇ ਪੰਚਮ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਆਈ ਹੈ। ਹੱਥ ਜੋੜ ਕੇ ਕਹਿੰਦੀ, ਮਹਾਰਾਜ ਤੁਸੀਂ ਰੱਬ ਦਾ ਰੂਪ ਹੋ, ਰੱਬ ਦਾ ਸਰੂਪ ਹੋ, ਤੇ ਕੀ ਇਹ ਜਿਹੜਾ ਮੇਰਾ ਸਹੁਰਾ ਪਾਪੀ ਇਹਨੂੰ ਰੱਬ ਕੋਲੋਂ ਵੀ ਡਰ ਨਹੀਂ ਲੱਗਦਾ? ਇਹ ਰੱਬ ਨੂੰ ਵੀ ਭੁੱਲ ਗਿਆ। ਸੱਚ ਜਾਣਿਓ, ਜਿਹੜਾ ਜ਼ੁਲਮੀ ਤੇ ਪਾਪੀ ਬੰਦਾ ਹੋਏਗਾ ਉਹ ਰੱਬ ਦੇ ਭੈ ਤੋਂ ਦੂਰ ਹੋ ਜਾਂਦਾ ਹੈ, ਭੈ ਵਿੱਚ ਨਹੀਂ ਰਹਿੰਦਾ। ਜਿਸ ਦਾ ਨਾਮ ਇਤਿਹਾਸ ਵਿੱਚ ਕਰਤਾਰ ਕੌਰ ਕਰਕੇ ਆਇਆ ਹੈ, ਚੰਦੂ ਦੀ ਨੂੰਹ, ਉਸ ਨੂੰ ਕਰਤਾਰੀ ਵੀ ਕਿਹਾ ਗਿਆ ਹੈ। ਔਰ ਉਹ ਮੇਰੇ ਪੰਚਮ ਪਾਤਸ਼ਾਹ ਮਹਾਰਾਜ ਦੇ ਦਰਸ਼ਨ ਦਿਦਾਰੇ ਕਰਦੀ ਹੈ ਤੇ ਕੀ ਕਹਿ ਰਹੀ ਹੈ ਮਹਾਰਾਜ ਨੂੰ? ਆਪ ਜੀ ਦੀ ਖਿਦਮਤ ਇਸ ਤਰ੍ਹਾਂ ਕੀਤਾ ਜਾ ਰਿਹਾ। ਰੱਬਾ ਤੂੰ ਦੁਨੀਆ ਦਾ ਦਾਤਾ, ਰੱਬਾ ਤੂੰ ਦੁਨੀਆ ਦਾ ਦਾਤਾ, ਤੇ ਚੰਦੂ ਪਾਪੀ ਤੈਥੋਂ ਨਾ ਡਰੇ। ਹਾਏ ਰੱਬਾ ਉਹ ਪਾਪੀ ਤੈਥੋਂ ਨਾ ਡਰੇ। ਰੱਬਾ ਤੂੰ ਦੁਨੀਆ ਦਾ ਦਾਤਾ, ਚੰਦੂ ਤੂੰ ਦੁਨੀਆ ਦਾ ਦਾਤਾ, ਤੇ ਚੰਦੂ ਪਾਪੀ ਤੈਥੋਂ ਨਾ ਡਰੇ। ਹਾਏ ਰੱਬਾ ਉਹ ਪਾਪੀ ਤੈਥੋਂ ਨਾ ਡਰੇ। ਰੱਬਾ ਤੂੰ ਦੁਨੀਆ ਦਾ ਦਾਤਾ, ਰੱਬਾ ਤੂੰ ਦੁਨੀਆ ਦਾ ਦਾਤਾ, ਤੇ ਚੰਦੂ ਪਾਪੀ ਤੈਥੋਂ ਨਾ ਡਰੇ। ਹਾਏ ਰੱਬਾ ਉਹ ਪਾਪੀ ਤੈਥੋਂ ਨਾ ਡਰੇ। ਹਾਏ ਰੱਬਾ ਉਹ ਪਾਪੀ ਤੈਥੋਂ ਨਾ ਡਰੇ। ਤੱਤੀਆ ਤਵੀ ਤੇ ਅੱਗ ਜ਼ੋਰ ਨਾਲ ਬਲਦੀ, ਕੋਮਲ ਸਰੀਰ ਜਾਵੇ ਚਰਬੀ ਵੀ ਢਲਦੀ, ਉਹ ਚਰਬੀ ਵੀ ਢਲਦੀ। ਤੱਤੀਆ ਤਵੀ ਤੇ ਅੱਗ ਜ਼ੋਰ ਨਾਲ ਬਲਦੀ, ਕੋਮਲ ਸਰੀਰ ਜਾਵੇ ਚਰਬੀ ਵੀ ਢਲਦੀ, ਤੇ ਚਰਬੀ ਵੀ ਢਲਦੀ। ਦਿੰਦੇ ਨੇ ਦਸੀਏ ਪਾਪੀ ਕਾਜ ਨਾ ਸਰੇ, ਕਾਜ ਨਾ ਸਰੇ, ਉਹ ਪਾਪੀ ਤੈਥੋਂ ਨਾ ਡਰੇ। ਹਾਏ ਰੱਬਾ ਉਹ ਪਾਪੀ ਤੈਥੋਂ ਨਾ ਡਰੇ। ਰੱਬਾ ਤੂੰ ਦੁਨੀਆ ਦਾ ਦਾਤਾ, ਰੱਬਾ ਤੂੰ ਦੁਨੀਆ ਦਾ ਦਾਤਾ, ਤੇ ਚੰਦੂ ਪਾਪੀ ਤੈਥੋਂ ਨਾ ਡਰੇ। ਹਾਏ ਰੱਬਾ ਉਹ ਪਾਪੀ ਤੈਥੋਂ ਨਾ ਡਰੇ। ਹਾਏ ਰੱਬਾ ਉਹ ਪਾਪੀ ਤੈਥੋਂ ਨਾ ਡਰੇ। ਉਹ ਚੰਦਰਾ ਚੰਡਾਲ ਮੇਰਾ ਬਣ ਗਿਆ ਸਹੁਰਾ ਜੀ, ਇੱਕ ਚਿੱਤ ਕਰੇ ਖਾ ਕੇ ਮਾਰ ਜਾਵਾਂ ਮੋਹਰਾ ਜੀ, ਮੈਂ ਮਾਰ ਜਾਵਾਂ ਮੋਹਰਾ ਜੀ। ਚੰਦਰਾ ਚੰਡਾਲ ਮੇਰਾ ਬਣ ਗਿਆ ਸਹੁਰਾ ਜੀ, ਇੱਕ ਚਿੱਤ ਕਰੇ ਖਾ ਕੇ ਮਰ ਜਾਵਾਂ ਮੋਹਰਾ ਜੀ, ਮੈਂ ਮਰ ਜਾਵਾਂ ਮੋਹਰਾ ਜੀ। ਪਾਪੀਆਂ ਦਾ ਬੇੜਾ ਕਦੇ ਨਾ ਤਰੇ, ਕਦੇ ਨਾ ਤਰੇ, ਉਹ ਪਾਪੀ ਤੈਥੋਂ ਨਾ ਡਰੇ। ਹਾਏ ਰੱਬਾ ਉਹ ਪਾਪੀ ਤੈਥੋਂ ਨਾ ਡਰੇ। ਰੱਬਾ ਤੂੰ ਦੁਨੀਆ ਦਾ ਦਾਤਾ, ਰੱਬਾ ਤੂੰ ਦੁਨੀਆ ਦਾ ਦਾਤਾ, ਤੇ ਚੰਦੂ ਪਾਪੀ ਤੈਥੋਂ ਨਾ ਡਰੇ। ਹਾਏ ਰੱਬਾ ਉਹ ਪਾਪੀ ਤੈਥੋਂ ਨਾ ਡਰੇ। ਕੇਲਿਆਂ ਨੂੰ ਸੁੱਖ ਸਦਾ ਹੁੰਦਾ ਹੈ ਕਰੀਰ ਦਾ, ਹਰ ਵੇਲੇ ਕੰਡਾ ਰਹਿੰਦਾ ਪੱਤਿਆਂ ਨੂੰ ਚੀਰਦਾ, ਪੱਤਿਆਂ ਨੂੰ ਚੀਰਦਾ। ਕੇਲਿਆਂ ਨੂੰ ਸੁੱਖ ਕਦੇ ਹੁੰਦਾ ਨਹੀਂ ਕਰੀਰ ਦਾ, ਹਰ ਵੇਲੇ ਕੰਡਾ ਰਹਿੰਦਾ ਪੱਤਿਆਂ ਨੂੰ ਚੀਰਦਾ ਜੀ, ਪੱਤਿਆਂ ਨੂੰ ਚੀਰਦਾ। ਖੋਟਿਆਂ ਰੁਪਈਆਂ ਸੌਦੇ ਖਰੇ ਨਾ ਕਰੇ, ਖਰੇ ਨਾ ਕਰੇ, ਉਹ ਪਾਪੀ ਤੈਥੋਂ ਨਾ ਡਰੇ। ਹਾਏ ਰੱਬਾ ਉਹ ਪਾਪੀ ਤੈਥੋਂ ਨਾ ਡਰੇ। ਰੱਬਾ ਤੂੰ ਦੁਨੀਆ ਦਾ ਦਾਤਾ, ਉਹ ਰੱਬਾ ਤੂੰ ਦੁਨੀਆ ਦਾ ਦਾਤਾ, ਤੇ ਚੰਦੂ ਪਾਪੀ ਤੈਥੋਂ ਨਾ ਡਰੇ। ਹਾਏ ਰੱਬਾ ਉਹ ਪਾਪੀ ਤੈਥੋਂ ਨਾ ਡਰੇ। ਰੱਬਾ ਤੂੰ ਦੁਨੀਆ ਦਾ ਦਾਤਾ, ਤੇ ਚੰਦੂ ਪਾਪੀ ਤੈਥੋਂ ਨਾ ਡਰੇ। ਹਾਏ ਰੱਬਾ ਉਹ ਪਾਪੀ ਤੈਥੋਂ ਨਾ ਡਰੇ। ਉਹ ਕਿੰਨੂ ਜਾ ਕੇ ਆਖਾਂ ਕਿਹੜਾ ਮੇਰੀ ਗੱਲ ਮੰਨੇ ਜੀ, ਪੈਰੀ ਪਾ ਕੇ ਬੇੜੀਆਂ ਤੇ ਸਹੁਰਾ ਮੇਰਾ ਬੰਨੇ ਜੀ, ਉਹ ਸਹੁਰਾ ਮੇਰਾ ਬੰਨੇ ਜੀ। ਤੂੰ ਆਖੇ ਜਾ ਕੇ ਜਿਹੜਾ ਮੇਰੀ ਗੱਲ ਮੰਨੇ ਜੀ, ਪੈਰੀ ਪਾ ਕੇ ਬੇੜੀਆਂ ਤੇ ਸਹੁਰਾ ਮੇਰਾ ਬੰਨੇ ਜੀ, ਸਹੁਰਾ ਮੇਰਾ ਬੰਨੇ
ਚਲਾਣ ਕੋਈ ਗਾ ਨਾ ਕਰੇ, ਗਾ ਨਾ ਕਰੇ ਓ ਪਾਪੀ ਤੈਥੋਂ ਨਾ ਡਰੇ। ਹਾਏ ਰੱਬਾ ਓ ਪਾਪੀ ਤੈਥੋਂ ਨਾ ਡਰੇ, ਰੱਬਾ ਤੂੰ ਦੁਨੀਆ ਦਾ ਦਾਤਾ, ਰੱਬਾ ਤੂੰ ਦੁਨੀਆ ਦਾ ਦਾਤਾ, ਤੇ ਚੰਦੂ ਪਾਪੀ ਤੈਥੋਂ ਨਾ ਡਰੇ। ਹਾਏ ਰੱਬਾ ਓ ਪਾਪੀ ਤੈਥੋਂ ਨਾ ਡਰੇ, ਰੱਬਾ ਤੂੰ ਦੁਨੀਆ ਦਾ ਦਾਤਾ, ਤੇ ਚੰਦੂ ਪਾਪੀ ਤੈਥੋਂ ਨਾ ਡਰੇ। ਹਾਏ ਰੱਬਾ ਓ ਪਾਪੀ ਤੈਥੋਂ ਨਾ ਡਰੇ। ਨਿੱਕੀ ਜੀ ਗਰਾਹੀ ਜੂਰੀ ਲਾਵਾ ਤੁਸੀਂ ਮੁੱਖ ਜੀ, ਦਿਲ ਦੀਆਂ ਸਦਰਾਂ ਦੇ ਦੂਰ ਹੋਣ ਦੁੱਖ ਜੀ, ਹਾਂ ਦੂਰ ਹੋਣ ਦੁੱਖ ਜੀ। ਨਿੱਕੀ ਜੀ ਗਰਾਹੀ ਲਾਵਾ ਚੂਰੀ ਤੁਸੀਂ ਮੁੱਖ ਜੀ, ਦਿਲ ਦੀਆਂ ਸਦਰਾਂ ਤੇ ਦੂਰ ਹੋਣ ਦੁੱਖ ਜੀ, ਦੂਰ ਹੋਣ ਦੁੱਖ ਜੀ। ਉਹ ਦੁੱਖ ਵੇਖ ਮੇਰੇ ਕੋਲੋਂ ਜਾਂਦੇ ਨਾ ਜਰੇ, ਜਾਂਦੇ ਨਾ ਜਰੇ ਓ ਪਾਪੀ ਤੈਥੋਂ ਨਾ ਡਰੇ। ਹਾਏ ਰੱਬਾ ਓ ਪਾਪੀ ਤੈਥੋਂ ਨਾ ਡਰੇ, ਰੱਬਾ ਤੂੰ ਦੁਨੀਆ ਦਾ ਦਾਤਾ, ਓ ਰੱਬਾ ਤੂੰ ਦੁਨੀਆ ਦਾ ਦਾਤਾ, ਤੇ ਚੰਦੂ ਪਾਪੀ ਤੈਥੋਂ ਨਾ ਡਰੇ। ਹਾਏ ਰੱਬਾ ਓ ਪਾਪੀ ਤੈਥੋਂ ਨਾ ਡਰੇ, ਰੱਬਾ ਤੂੰ ਦੁਨੀਆ ਦਾ ਦਾਤਾ, ਤੇ ਚੰਦੂ ਪਾਪੀ ਤੈਥੋਂ ਨਾ ਡਰੇ। ਹਾਏ ਰੱਬਾ ਓ ਪਾਪੀ ਤੈਥੋਂ ਨਾ ਡਰੇ। ਸ਼ਹਿਨਸ਼ਾਹ ਜਹਾਨ ਦੇ ਤੇ ਵਾਲੀ ਦੀਨ ਲੋਕ ਦੇ, ਜਿੰਨੂੰ ਵੇਖ ਰੋਂਦੇ ਸਾਰੇ ਲੋਕ ਪਰ ਲੋਕ ਦੇ, ਹਾਂ ਲੋਕ ਪਰ ਲੋਕ ਦੇ। ਸ਼ਾਹਜਹਾਨ ਦੇ ਤੇ ਵਾਲੀ ਦੀਨ ਲੋਕ ਦੇ, ਤੁਹਾਨੂੰ ਵੇਖ ਵੇਖ ਰੋਕੀ ਰੋਂਦੇ ਪਰ ਲੋਕ ਦੇ ਜੀ, ਰੋਂਦੇ ਪਰ ਲੋਕ ਦੇ। ਗੁਨਾਹਗਾਰ ਕਵੀ ਮੋਹਨ ਸਿੰਘ ਨਾ ਤਰੇ, ਸਿੰਘ ਨਾ ਤਰੇ ਓ ਪਾਪੀ ਤੈਥੋਂ ਨਾ ਡਰੇ। ਹਾਏ ਰੱਬਾ ਓ ਪਾਪੀ ਤੈਥੋਂ ਨਾ ਡਰੇ, ਰੱਬਾ ਤੂੰ ਦੁਨੀਆ ਦਾ ਦਾਤਾ, ਓ ਰੱਬਾ ਤੂੰ ਦੁਨੀਆ ਦਾ ਦਾਤਾ, ਤੇ ਚੰਦੂ ਪਾਪੀ ਤੈਥੋਂ ਨਾ ਡਰੇ। ਹਾਏ ਰੱਬਾ ਓ ਪਾਪੀ ਤੈਥੋਂ ਨਾ ਡਰੇ। ਗੁਰੂ ਸਾਹਿਬਾਂ ਦੀ ਗੁਰਬਾਣੀ ਵਿੱਚ ਫਰਮਾਨ ਆਉਂਦਾ ਹੈ, ਪਾਪੀ ਪਾਪ ਕਮਾਉਂਦੇ ਕਰਦੇ ਹਾਏ ਹਾਏ। ਮੇਰੇ ਪੰਚਮ ਪਾਤਸ਼ਾਹ ਮਹਾਰਾਜ ਜੀ ਇਹ ਸਿੱਖ ਧਰਮ ਦੀ ਨੀਂਹ ਮਜ਼ਬੂਤ ਕਰ ਰਹੇ ਨੇ। ਤੱਤੀ ਤਵੀ ਦੇ ਉੱਤੇ ਬੈਠੇ ਹੋਏ ਸ਼ਾਂਤ ਸੁਭਾਅ ਦੇ ਨਾਲ, ਤੇ ਦੂਸਰੇ ਬੰਨੇ ਚੰਦੂ ਫੁੱਲਾਂ ਦੀ ਸੇਜ ਦੇ ਉੱਤੇ ਬੈਠਾ ਹੈ, ਉਹ ਸੜ ਰਿਹਾ ਹੈ। ਅਗਨੀ ਦੋ ਤਰ੍ਹਾਂ ਦੀ ਹੈ, ਇੱਕ ਤੇ ਜਿਹੜੀ ਆਪਾਂ ਵੇਖਦੇ ਆ ਅੱਗ ਬਲਦੀ ਹੈ, ਕੋਈ ਵੀ ਚੀਜ਼ ਉਹਦੇ ਉੱਤੇ ਰੱਖ ਦਿਓ ਤੇ ਉਹ ਸਾੜ ਕੇ ਸਵਾਹ ਕਰ ਦਿੰਦੀ ਹੈ, ਉਹ ਤੇ ਸਮਝੋ ਮੁੱਕ ਗਈ। ਔਰ ਦੂਸਰੀ ਅਗਨ ਉਹ ਹੈ ਜਿਹੜੀ ਹੁੰਦੀ ਕ੍ਰੋਧ ਦੀ ਅਗਨੀ, ਮਨੁੱਖ ਦੇ ਅੰਦਰ ਬਲੀ ਜਾਂਦੀ ਏ ਔਰ ਉਹਨੂੰ ਅੰਦਰੋਂ ਅੰਦਰ ਹੀ ਖਾਣਾ ਸ਼ੁਰੂ ਕਰ ਦਿੰਦੀ ਹੈ। ਜਿਵੇਂ ਇੱਕ ਚਿੰਤਾ ਵਿਸ਼ਾ ਹੈ, ਜਿਹੜੀ ਚਿੰਤਾ ਹੈ ਉਹਦਾ ਜਿਹੜਾ ਸਮੇਲ ਹੈ ਉਹ ਚੇਤੇ ਦੇ ਨਾਲ, ਚੇਤਨਾ ਦੇ ਨਾਲ ਹੈ। ਜਦੋਂ ਵੀ ਕਿਸੇ ਗੱਲ ਦਾ ਮਨੁੱਖ ਨੂੰ ਚੇਤਾ ਆ ਜਾਂਦਾ ਹੈ, ਵਿਛੋੜੇ ਦਾ ਆ ਜਾਏ ਔਰ ਆਪਣੇ ਦੇ ਨਾਲ ਕੋਈ ਐਸਾ ਲਾਭ ਨਹੀਂ ਤੇ ਹਾਨੀ ਹੋਈ ਹੋਏ ਉਹਦਾ ਚੇਤਾ ਆ ਜਾਏ, ਤੇ ਫਿਰ ਮਨੁੱਖ ਅੰਦਰੋਂ ਅੰਦਰੀ ਝੁਰਦਾ ਰਹਿੰਦਾ ਹੈ, ਉਹਨੂੰ ਚਿੰਤਾ ਖਾਈ ਜਾਂਦੀ ਹੈ। ਪਰ ਗੁਰੂ ਸਾਹਿਬ ਜੀ ਕਹਿੰਦੇ ਨੇ ਚਿੰਤਾ ਛੱਡ ਅਚਿੰਤ ਰਹੋ। ਗੁਰੂ ਸਾਹਿਬਾਂ ਦੀ ਇਹ ਜਦੋਂ ਵਿਚਾਰ ਸਰਵਣ ਕਰਦੀ ਏ ਕਰਤਾਰੀ ਚੰਦੂ ਦੀ ਨੂੰ, ਗੁਰੂ ਸਾਹਿਬ ਜੀ ਕਹਿੰਦੇ ਨੇ ਕਿ ਉਸ ਮਾਲਕ ਦਾ ਅਸੀਂ ਭਾਣਾ ਮੰਨਣ ਵਾਸਤੇ ਆਏ ਹਾਂ। ਕਹਿੰਦੀ ਵੀ ਇਹ ਇੰਨਾ ਜ਼ੁਲਮੀ ਮੇਰਾ ਸਹੁਰਾ, ਮਹਾਰਾਜ ਮੈਨੂੰ ਇਸ ਪਰਿਵਾਰ ਦੇ ਵਿੱਚੋਂ ਛੁਟਕਾਰਾ ਕਰਾ ਦਿਓ। ਗੁਰੂ ਸਾਹਿਬ ਜੀ ਕਹਿਣ ਲੱਗੇ ਸਮਾਂ ਆਏਗਾ, ਕਿਉਂਕਿ ਜੋ ਕੁਝ ਵੀ ਉਹ ਸਾਰਾ ਸਮੇਂ ਦੇ ਵਿੱਚ ਬੱਝਾ ਹੋਇਆ ਹੈ। ਜੇ ਮਨੁੱਖ ਸਵਾਸ ਲੈਂਦਾ ਹੈ, ਉਹ ਲਿਖੇ ਹੋਏ ਨੇ ਵੀ ਦਿਨ ਦੇ ਵਿੱਚ ਸਵਾਸ ਮਨੁੱਖ ਨੇ ਕਿੰਨੇ ਲੈਣੇ ਨੇ। ਹੁਣ ਆਪ ਜੀ ਇੱਥੇ ਸਵਾਲੀਆ ਫਿਕਰਾ ਕਰ ਸਕਦੇ ਹੋ ਬਈ ਇਹ ਕਿੱਥੇ ਲਿਖਿਆ ਹੈ ਵੀ ਕਿਤਨੇ ਸਵਾਸ ਲੈਣੇ। ਮੈਂ ਆਪਣੇ ਕੋਲੋਂ ਨਹੀਂ ਕਹਿ ਰਿਹਾ, ਆਪ ਜੀ ਗੰਧਰਵ ਸਰੋਤੇ ਬੈਠੇ ਹੋ, ਗੁਰਬਾਣੀ ਵਿੱਚ ਫਰਮਾਨ ਆਉਂਦਾ ਹੈ ngਣ ਘਾਲੇ ਸਭ ਦਿਵਸ ਸਾਸ, ਗਿਣ ਕੇ ਘੱਲੇ ਨੇ ਬਈ ਦਿਨ ਵਿੱਚ ਮਨੁੱਖ ਨੇ ਸਵਾਸ ਕਿਤਨੇ ਲੈਣੇ ਨੇ। ਨਹਿ ਬਟਨ ਘਟਨ ਤਿਲ ਸਾਰ, ਨਾ ਇਹ ਵਾਧੇ ਨੇ ਤੇ ਨਾ ਇਹ ਘਟਦੇ ਹੀ ਨੇ। ਇਹ ਵਾਧੇ ਘਟਦੇ ਨਹੀਂ, ਜਿੰਨੇ ਸਾਨੂੰ ਮਿਲੇ ਨੇ ਨਾ ਅਸੀਂ ਓਨੇ ਸਵਾਸ ਹੀ ਲੈਣੇ ਨੇ। ਗੁਰੂ ਸਾਹਿਬ ਜੀ ਕਹਿਣ ਲੱਗੇ
ਬਈ ਇਹ ਜਿਹੜੇ ਲੇਖ ਸਾਡੇ ਮੱਥੇ ਤੇ ਵਗੇ ਹੋਏ ਨੇ, ਤੁਹਾਡੇ ਮੱਥੇ ਦੇ ਉੱਤੇ ਵਗੇ ਹੋਏ ਨੇ, ਜਿੰਨੀ ਸਾਡੀ ਆਜੂ ਲਿਖੀ ਹੈ ਅਸੀਂ ਓਨੀ ਭੋਗਣੀਏ ਵੱਧ, ਇਹ ਕਰਾਈ ਪਰ ਨਹੀਂ ਹੋ ਸਕਦੀ। ਇਹ ਸੱਚ ਹੈ। ਹੁਣ ਕਰਤਾਰੀ ਤਲੇ ਗਈ ਏ, ਦੀਵਾਨ ਚੰਦੂ ਫੁੱਲਾਂ ਦੀ ਸੇਜ ਦੇ ਉੱਤੇ ਬੈਠਾ ਹੋਇਆ ਸੜ ਰਿਹਾ ਹੈ, ਔਰ ਇਧਰ ਮੇਰੇ ਪੰਚਮ ਪਾਤਸ਼ਾਹ ਮਹਾਰਾਜ ਜੀ ਉਸ ਅਕਾਲ ਪੁਰਖ ਦੀ ਰਜ਼ਾ ਦੇ ਵਿੱਚ ਬੈਠੇ ਤੱਤੀ ਤਵੀ ਦੇ ਉੱਤੇ ਸ਼ਬਦ ਦਾ ਗਾਇਨ ਕਰ ਰਹੇ ਨੇ। ਤੇਰਾ ਕੀਆ ਮੀਠਾ ਲਾਗੈ, ਹਰ ਨਾਮ ਪਦਾਰਥ ਨਾਨਕ ਮੰਗੈ। ਜੜੀ ਜਿਨ੍ਹਾਂ ਨੂੰ ਇਸ਼ਕ ਦੀ ਪਾਨ ਹੋਵੇ, ਰਾਜ ਭਾਗ ਤੇ ਹੂਰਾਂ ਤੇ ਥੁੱਕਦੇ ਨਹੀਂ। ਲੱਖਾਂ ਚੜਨ ਤੂਫਾਨ ਮੁਸੀਬਤਾਂ ਦੇ, ਸਿਰੜੀ ਸਿੱਖ ਨਿਸ਼ਾਨਿਓ ਉਕਦੇ ਨਹੀਂ। ਹੋ ਜੀਵਨ ਬਖਸ਼ ਦਿੰਦੇ ਕੌਮਾਂ ਮੁਰਦਿਆਂ ਨੂੰ। ਸੂਲੀ ਚੜ ਮਨਸੂਰ ਦਾ ਰੁਕਦੇ ਨਹੀਂ। ਗੁਰਮੁਖ ਮਰਦ ਜਮਾਨੇ ਨੂੰ ਬਦਲ ਦਿੰਦੇ। ਖੂਨ ਡੁੱਲੇ ਸ਼ਹੀਦਾਂ ਦੇ ਸੁੱਕਦੇ ਨਹੀਂ। एक वो है जो चलते हैं जमाने के साथ साथ, मर्द वो है जो जमाने को बदल देते हैं। मेरे पंचम पातशाह महाराज ने ऐसा बदलाव लियाउण वास्ते अपने तन का जिहड़ा पवित्र खून है ਉਹ ਸਿੱਖ ਧਰਮ ਦੀਆਂ ਨੀਹਾਂ ਦੇ ਵਿੱਚ ਪਾ ਕੇ ਤੇ ਇਸ ਨੂੰ ਮਜ਼ਬੂਤ ਬਣਾਇਆ। ਅੱਜ ਜਦੋਂ ਮੇਰੇ ਪੰਚਮ ਪਾਤਸ਼ਾਹ ਮਹਾਰਾਜ ਜੀ ਤੱਤੀ ਤਵੀ ਦੇ ਉੱਤੇ ਬੈਠੇ ਨੇ, ਸਰੀਰ ਢਲਣਾ ਸ਼ੁਰੂ ਹੋ ਗਿਆ, ਜਿਹੜੀ ਚਰਬੀ ਹੈ ਉਹ ਢਲ ਢਲ ਕੇ ਡਿੱਗ ਰਹੀ ਹੈ। ਤੇ ਉਸ ਵਕਤ ਦੀਵਾਨ ਚੰਦੂ ਨੇ ਹੁਕਮ ਕੀਤਾ ਬਈ ਹੁਣ ਤਵੀ ਤੋਂ ਗੁਰੂ ਅਰਜਨ ਨੂੰ ਥੱਲੇ ਉਤਾਰਿਆ ਜਾਏ। ਤਵੀ ਤੋਂ ਥੱਲੇ ਉਤਾਰਿਆ ਗਿਆ ਔਰ ਮਨ ਦੇ ਵਿੱਚ ਕਹਿੰਦੇ ਵੀ ਜੇ ਹੁਣ ਇਹ ਸੜੇ ਹੋਏ ਸਰੀਰ ਦੇ ਉੱਤੇ ਜਦੋਂ ਠੰਡਾ ਪਾਣੀ ਪਏਗਾ ਨਾ, ਤੇ ਫਿਰ ਹੋ ਸਕਦਾ ਜਿਹੜੇ ਮੇਰੇ ਅੰਦਰ ਦੀ ਆਵਾਜ਼ ਹੈ ਉਹ ਪੂਰੀ ਹੋ ਜਾਏ। ਆਪਣੇ ਕਰਿੰਦਿਆਂ ਨੂੰ ਹੁਕਮ ਦਿੰਦਾ ਕਿ ਗੁਰੂ ਅਰਜਨ ਨੂੰ ਰਾਵੀ ਦੇ ਠੰਡੇ ਪਾਣੀ ਦੇ ਵਿੱਚ ਲੈ ਚੱਲੋ, ਔਰ ਆਪਣੇ ਆਪ ਹੀ ਹਾਰ ਮੰਨੇਗਾ। ਹੁਕਮ ਕਰਦਾ ਹੈ। ਮੇਰੇ ਪੰਚਮ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਨੇ ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਦੀਵਾਨ ਚੰਦੂ ਜੋ ਉਸ ਮਾਲਕ ਦਾ ਹੁਕਮ ਹੈ ਅਸੀਂ ਉਸ ਹੁਕਮ ਦੇ ਵਿੱਚ ਹੈ, ਤੂੰ ਆਪਣੀਆਂ ਦਿਲਾਈਆਂ ਕਰ ਲੈ। ਪਰ ਇਹ ਹੈ ਕਿ ਅਸੀਂ ਸਿੱਖ ਧਰਮ ਦੀ ਜਿਹੜੀ ਨੀਂਹ ਹੈ, ਤੂੰ ਜਿੰਨੇ ਤਸੀਹੇ ਦੇਈ ਜਾਏਗਾ ਇਹ ਉਤਨੀ ਮਜ਼ਬੂਤ ਹੁੰਦੀ ਜਾਏਗੀ। ਹੁਣ ਦੀਵਾਨ ਚੰਦੂ ਨੇ ਜਦੋਂ ਹੁਕਮ ਕੀਤਾ ਆਪਣੇ ਕਰਿੰਦਿਆਂ ਨੂੰ, ਮੇਰੇ ਪੰਚਮ ਪਾਤਸ਼ਾਹ ਮਹਾਰਾਜ ਜੀ ਨੂੰ ਲੈ ਕੇ ਤੇ ਰਾਵੀ ਵੱਲ ਨੂੰ ਕਿਵੇਂ ਜਾ ਰਹੇ ਨੇ, ਔਰ ਕਿਵੇਂ ਮੇਰੇ ਪੰਚਮ ਪਾਤਸ਼ਾਹ ਮਹਾਰਾਜ ਜੀ ਰਾਵੀ ਦੇ ਉੱਤੇ ਜਾ ਕੇ, ਔਰ ਉਧਰ ਜਦੋਂ ਲਾਹੌਰ ਸ਼ਹਿਰ ਦੇ ਲੋਕ ਵੇਖ ਰਹੇ ਨੇ, ਉਹ ਅੰਦਰੋਂ ਅੰਦਰੀ ਰੋ ਰਹੇ ਨੇ, ਲੁਕ ਲੁਕ ਕੇ ਰੋ ਰਹੇ ਨੇ ਬਈ ਇੰਨਾ ਜ਼ਾਲਮ ਦੀਵਾਨ ਚੰਦੂ ਜਹਾਂਗੀਰ, ਉਹਨੂੰ ਲੋਕ ਫਟਕਾਰਾਂ ਪਾ ਰਹੇ ਨੇ। ਔਰ ਇਧਰ ਮੇਰੇ ਪੰਚਮ ਪਾਤਸ਼ਾਹ ਮਹਾਰਾਜ ਜੀ ਨੂੰ ਰਾਵੀ ਵੱਲ ਨੂੰ ਲੈ ਕੇ ਜਿਵੇਂ ਜਾ ਰਹੇ ਨੇ ਚੰਦੂ ਦੀਵਾਨ ਦੇ ਆਦਮੀ, ਉਹਨਾਂ ਲਾਈਨਾਂ ਨੂੰ ਆਪ ਜੀ ਦੀ ਖਿਦਮਤ ਇਸ ਤਰ੍ਹਾਂ ਕੀਤਾ ਜਾ ਰਿਹਾ। ਸੰਮਤ 1663 ਜਦੋਂ ਸੁਦੀ ਚੌਥ ਜੇਠ ਦੀ ਆਈ ਜੀ, ਹੈ ਸਾਰੇ ਜਗ ਵਿੱਚ ਸੋਗ ਪਿਆ, ਪਈ ਤੋਬਾ ਕਹੇ ਲਕਾਈ ਜੀ। ਉਹ ਜੰਗ ਜਬਰ ਸਬਰ ਦੀ ਮੱਚ ਰਹੀ, ਮਾਲਕ ਦੀ ਲੀਲਾ ਨਿਆਰੀ ਏ। ਦਿਲ ਜ਼ਾਲਮ ਦਾ ਘਬਰਾਉਂਦਾ ਏ, ਸਤਿਗੁਰ ਨੂੰ ਚੜੀ ਖੁਮਾਰੀ ਹੈ। 1663 ਜਦੋਂ ਸੁਦੀ ਚੌਥ ਜੇਠ ਦੀ ਆਈ ਜੀ, ਹੈ ਸਾਰੇ ਜਗ ਵਿੱਚ ਸੋਗ ਪਿਆ, ਪਈ ਤੋਬਾ ਕਹੇ ਲਕਾਈ ਜੀ। ਉਹ ਜੰਗ ਜਬਰ ਸਬਰ ਦੀ ਮੱਚ ਰਹੀ, ਮਾਲਕ ਦੀ ਲੀਲਾ ਨਿਆਰੀ ਏ। ਦਿਲ ਜ਼ਾਲਮ ਦਾ ਘਬਰਾਉਂਦਾ ਏ,
ਮਾਰੀ ਤੀਜੀ ਕਸਵੱਟੀ ਪਰਖਣ ਲਈ ਜ਼ਾਲਮ ਨੇ ਨੀਤੀ ਧਾਰੀ ਸੜਦੇ ਨੂੰ ਪਾਣੀ ਡੋਬਦਿਆਂ ਤਾਂ ਹੋਣੀ ਜਿੱਤ ਹਮਾਰੀ ਛੱਡ ਆਖਿਆ ਚੰਦੂ ਸੜ ਬਲ ਕੇ ਹੁਣ ਬਹੁਤੀ ਦੇਰੀ ਲਾਉਂਦੇ ਕਿਉਂ ਰਾਵੀ ਮੈਂ ਇਸ ਨੂੰ ਡੋਬ ਦਿਓ ਦਿਲ ਮੇਰੇ ਨੂੰ ਤੜਪਾਉਂਦੇ ਕਿਉਂ ਹੁਕਮ ਜਲਾਦਾ ਫੜਿਆ ਸੀ ਕੁੱਲ ਦੁਨੀਆ ਦੇ ਰਖਵਾਲੇ ਨੂੰ ਮਨ ਭਾਣਾ ਗੁਰੂ ਅਡੋਲ ਰਹੇ ਰਾਵੀ ਵੱਲ ਪਾਉਂਦੇ ਚਾਲੇ ਨੂੰ ਉਹ ਸਤਿਗੁਰ ਦੇ ਅੰਤਮ ਦਰਸ਼ਨ ਨੂੰ ਨਰ ਨਾਰੀ ਚੱਲ ਕੇ ਆਏ ਸਨ ਵਿਰਲਾਪ ਕਰਨ ਦਿਲ ਕਈਆਂ ਦੇ ਅਨਜਲ ਤੋਂ ਭੁੱਖੇ ਤੇ ਆਏ ਸਨ ਨੈਣਾ ਜੋ ਡੁੱਲਦਾ ਨੀਰ ਪਿਆ ਨੈਣਾ ਜੋ ਡੁੱਲਦਾ ਨੀਰ ਪਿਆ ਨੈਣਾ ਜੋ ਡੁੱਲਦਾ ਨੀਰ ਪਿਆ ਹੋਈ ਜੀਭਾ ਆਪ ਮਹਾਰੀ ਓ ਆਰੇ ਵਾਲੀ ਦੁਨੀਆ ਦੇ ਕਿਸੇ ਜਾ ਕੇ ਬਾਤ ਉਚਾਰੀ ਚੰਦੂ ਦੇ ਆਖੇ ਲਫ਼ਜ਼ਾਂ ਨੂੰ ਸੀ ਦੂਤਾਂ ਨੇ ਭਗਤਾ ਦਿੱਤਾ ਜਲ ਭੇਟਾ ਕਰਕੇ ਸਤਿਗੁਰ ਨੂੰ ਸੀ ਆਪਣਾ ਫਰਜ਼ ਨਿਭਾ ਦਿੱਤਾ ਹੋਏ ਗੁਰੂ ਅਲੋਪ ਜਿਉ ਜਲ ਮੇ ਜਲ ਆਏ ਖਟਾਨਾ ਜੀ ਪਲ ਮੇ ਹੋ ਗਏ ਨਿਆਰੇ ਸਨ ਜੋਤੀ ਸੰਗ ਜੋਤ ਸਮਾਨਾ ਜੀ ਉਹ ਜਦ ਨੂੰ ਚੰਦੂ ਦੀ ਸੁਣਿਆ ਸੀ ਆ ਰਹੀ ਸੀ ਹਾਰੇ ਪਾਉਂਦੀ ਓ ਕਿਉਂ ਸਹਿਬਾ ਅੱਜ ਵਿਛੋੜ ਚੱਲੇ ਸੀ ਕੂੰਜ ਵਾਂਗ ਕਰ ਲਾਉਂਦੀ ਓ ਨੇ ਲੇਖ ਨਮਾਣੀ ਦੇ ਮੰਦੇ ਨੇ ਲੇਖ ਨਮਾਣੀ ਦੇ ਮੈਂ ਵਸ ਡਾਡੇ ਦੇ ਪੈ ਗਈ ਜੀ ਹੋਈ ਮਨ ਦੀ ਇੱਛਾ ਪੂਰੀ ਨਾ ਸੇਵਾ ਤੋਂ ਪਿੱਛੇ ਰਹਿ ਗਈ ਜੀ ਉਹ ਬੇਸੁਰਤ ਹੋਏ ਕੇ ਡਿੱਗੀ ਸੀ ਕਰਦੀ ਹੋਈ ਵਿਰਲਾਪੀ ਉਹ ਸੀ ਮਸਤਾ ਦਮ ਨੂੰ ਤੋੜ ਗਈ ਪੁੱਜੀ ਗੁਰ ਚਰਨੀ ਆਪ ਹੋਏ ਮੇਰੇ ਪੰਚਮ ਪਾਤਸ਼ਾਹ ਮਹਾਰਾਜ ਦੀ ਸ਼ਹਾਦਤ 1606 ਈਸਵੀ ਨੂੰ सूरज किरण मिले जल का जल हुआ राम ज्योति जोत रली संपूर्ण थिया राम सिख धर्म दी ऐसी पक्की नींह रख के गए ने जदों भी हुण किते कौम दे उत्ते किसे धर्म दे उत्ते संकट बनदा है ना ते साडे विचों ही गुरु के खालसे उठ पैंदे ने और जुल्म दे नाल मत्था लाउंदे ने और जुल्म नूं चकना चूर करके रख दिंदे ने ਅੱਜ ਵੀ ਆਪ ਜੀ ਦੇਖਦੇ ਹੋ ਕਿ ਸਾਡੇ ਕਿਸਾਨ ਵੀਰ ਮਜ਼ਦੂਰ ਵੀਰ ਅੱਜ ਵੀ ਸੈਂਟਰ ਸਰਕਾਰ ਦੇ ਨਾਲ ਮੱਥਾ ਲਾ ਕੇ ਬੈਠੇ ਨੇ ਧਰਨੇ ਉੱਤੇ ਬੈਠੇ ਨੇ ਦਿੱਲੀ ਚਾਰੇ ਬਾਰਡਰ ਉਹਨਾਂ ਨੇ ਮੱਲੇ ਹੋਏ ਨੇ ਔਰ ਫਿਰ ਕੀ ਆਪਣੇ ਹੱਕ ਵਾਸਤੇ ਕਿਸੇ ਦੇ ਬੁਰੇ ਵਾਸਤੇ ਨਹੀਂ ਜਾਂ ਕਿਸੇ ਦਾ ਹੱਕ ਖੋਣ ਵਾਸਤੇ ਨਹੀਂ ਸਿਰਫ ਤੇ ਸਿਰਫ ਆਪਣਾ ਹੱਕ ਲੈਣ ਵਾਸਤੇ ਨਾ ਤੇ ਗੁਰੂ ਦਾ ਖਾਲਸਾ ਡਰਦਾ ਹੈ ਤੇ ਨਾ ਕਿਸੇ ਨੂੰ ਡਰਾਉਂਦਾ ਹੈ ਕਿਉਂਕਿ ਗੁਰੂ ਦੇ ਸ਼ਬਦਾਂ ਦੇ ਨਾਲ ਜਦੋਂ ਆਪਾਂ ਇਹਨਾਂ ਬਚਨਾਂ ਦਾ ਸੁਮੇਲ ਕਰਾਂਗੇ ਤੇ ਪੂਰਾ ਹੁੰਦਾ ਹੈ ਗੁਰਬਾਣੀ ਦਾ ਫਰਮਾਨ ਹੈ ਭੈ ਕਾਹੂ ਕੋ ਦੇਤ ਨਹਿ ਨਹਿ ਪੈ ਮਾਨਤ ਆਨ ਤੇ ਹੱਕ ਵਾਸਤੇ ਮੇਰੇ ਗੁਰੂ 10ਵੇਂ ਪਾਤਸ਼ਾਹ ਮਹਾਰਾਜ ਜੀ ਉਹ ਲਿਖ ਗਏ ਨੇ ਕੋਈ ਕਿਸੇ ਕੋ ਰਾਜ ਨਾ ਦੇ ਹੈ ਜੋ ਲੈ ਹੈ ਨਿਜ ਬਲ ਸੇ ਲੈ ਹੈ ਅੱਜ ਵੇਖੋ ਆਪਣੇ ਹੱਕ ਲੈਣ ਵਾਸਤੇ ਸਾਡੇ ਕਿਸਾਨ ਵੀਰ ਡਟ ਕੇ ਬੈਠੇ ਨੇ ਤੇ ਆਪਾਂ ਸਾਰੇ ਵੀਰ ਸਿੱਖ ਸੰਗਤਾਂ ਅਰਦਾਸ ਬੇਨਤੀ ਕਰੀਏ ਮਹਾਰਾਜ ਆਪ
ਆਪ ਇਹ ਅੰਗ ਸੰਗ ਸਹਾਈ ਹੋ ਕੇ ਕਾਰਜ ਰਾਸ ਕਰਨਾ ਹੈ। ਆਓ ਅਰਦਾਸ ਕਰੀਏ, ਗੱਜ ਕੇ ਆਖੋ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਮੇਰੇ ਅਜੀਤ ਵੀਰਾਂ ਨੇ ਹੁਕਮ ਕੀਤਾ ਸੀ ਬਈ ਇੱਕ ਕਵਿਤਾ ਕਿਸਾਨਾਂ ਦੀ ਕਹਿਣੀ ਹੈ, 1:30 ਵਜੇ ਤੱਕ ਸਮਾਂ ਹੈ, ਤਕਰੀਬਨ 7 ਮਿੰਟ ਰਹਿ ਗਏ ਨੇ ਸਮੇਂ ਵਿੱਚੋਂ। ਇਹੀ ਕਵਿਤਾ ਕਹਿ ਕੇ ਤੇ ਫਤਿਹ ਅਰਜ਼ ਕਰ ਦੇਣੀ ਹੈ। ਵਾਹ ਦੇਸ਼ ਦਿਆ ਕਿਰਸਾਨਾ ਸੈਂਟਰ ਨਾਲ ਮੱਥਾ ਲਾਤਾ। ਤੇਰੇ ਜਜ਼ਬੇ ਨੂੰ ਜੱਗ ਮੰਨਦਾ, ਤੇਰੇ ਜਜ਼ਬੇ ਨੂੰ ਜੱਗ ਮੰਨਦਾ, ਤੂੰ ਸੁੱਤਾ ਦੇਸ਼ ਜਗਾਤਾ। ਵਾਹ ਦੇਸ਼ ਦਿਆ ਕਿਰਸਾਨਾ ਸੈਂਟਰ ਨਾਲ ਮੱਥਾ ਲਾਤਾ। ਵਾਹ ਦੇਸ਼ ਦਿਆ ਕਿਰਸਾਨਾ ਅੰਨਦਾਤਾ ਦੇਸ਼ ਦਾ ਤੈਨੂੰ ਐਵੇਂ ਨਹੀਂ ਦੁਨੀਆ ਮੰਨਦੀ। ਅੰਨਦਾਤਾ ਦੇਸ਼ ਦਾ ਤੈਨੂੰ ਬਈ, ਅੰਨਦਾਤਾ ਦੇਸ਼ ਦਾ ਤੈਨੂੰ ਐਵੇਂ ਨਹੀਂ ਦੁਨੀਆ ਮੰਨਦੀ। ਹੱਕ ਲੈਣ ਲਈ ਗੈਰਤ ਤੇਰੀ ਸਦਾ ਮੂੰਹ ਜਾਬਰ ਦਾ ਭੰਨਦੀ। ਹੱਕ ਲੈਣ ਲਈ ਗੈਰਤ ਤੇਰੀ ਸਦਾ ਮੂੰਹ ਜਾਬਰ ਦਾ ਭੰਨਦੀ। ਜੋ ਹੁਕਮ ਦਿੱਲੀ ਤੋਂ ਆਉਂਦੇ ਉਹਨਾਂ ਨੂੰ ਡੱਕਾ ਲਾਤਾ। ਵਾਹ ਦੇਸ਼ ਦਿਆ ਕਿਰਸਾਨਾ, ਵਾਹ ਦੇਸ਼ ਦਿਆ ਕਿਰਸਾਨਾ ਸੈਂਟਰ ਨਾਲ ਮੱਥਾ ਲਾਤਾ। ਵਾਹ ਦੇਸ਼ ਦਿਆ ਕਿਰਸਾਨਾ ਭਾਰਤ ਦੀ ਭੂਮੀ ਤਾਈਓ ਕਰੇ ਮਾਣ ਕਿਸਾਨਾਂ ਉੱਤੇ। ਭਾਰਤ ਦੀ ਭੂਮੀ ਤਾਈਓ ਭਾਰਤ ਦੀ ਭੂਮੀ ਤਾਈਓ ਕਰੇ ਮਾਣ ਕਿਸਾਨਾਂ ਉੱਤੇ। ਅੱਜ ਧਰਤੀ ਮਾਂ ਦੇ ਯੋਧੇ ਦਿੱਲੀ ਜਾ ਸੜਕਾਂ ਤੇ ਸੁੱਤੇ। ਅੱਜ ਧਰਤੀ ਮਾਂ ਦੇ ਯੋਧੇ ਦਿੱਲੀ ਜਾ ਸੜਕਾਂ ਤੇ ਸੁੱਤੇ। ਉਹ ਵਿੱਚ ਠੰਡ ਦੇ ਪੱਕੇ ਇਰਾਦੇ, ਵਿੱਚ ਠੰਡ ਦੇ ਪੱਕੇ ਇਰਾਦੇ ਨੇ ਹੋਰ ਵੀ ਜੋਸ਼ ਚੜਾਤਾ। ਵਾਹ ਦੇਸ਼ ਦਿਆ ਕਿਰਸਾਨਾ ਸੈਂਟਰ ਨਾਲ ਮੱਥਾ ਲਾਤਾ। ਵਾਹ ਦੇਸ਼ ਦਿਆ ਕਿਰਸਾਨਾ ਬੈਰੀਕੇਡ ਨਹੀਂ ਪੁੱਟੇ, ਪੁੱਟ ਦਿੱਤੇ ਜ਼ੁਲਮੀ ਝੰਡੇ। ਤੂੰ ਬੈਰੀਕੇਡ ਨਹੀਂ ਪੁੱਟੇ ਬਈ, ਤੂੰ ਬੈਰੀਕੇਡ ਨਹੀਂ ਪੁੱਟੇ, ਪੁੱਟ ਦਿੱਤੇ ਜ਼ੁਲਮੀ ਝੰਡੇ। ਝੁਕਿਆ ਗੋਲੀਆਂ ਅੱਗੇ ਛਾਤੀ ਵਿੱਚ ਕਰ ਲੈ ਠੰਡੇ। ਝੁਕਿਆ ਗੋਲੀਆਂ ਅੱਗੇ ਬਈ ਨਹੀਂ, ਝੁਕਿਆ ਗੋਲੀਆਂ ਅੱਗੇ ਛਾਤੀ ਵਿੱਚ ਕਰ ਲੈ ਠੰਡੇ। ਠੰਡੇ ਪਾਣੀ ਦੀਆਂ ਬਛਾੜਾਂ, ਠੰਡੇ ਪਾਣੀ ਦੀਆਂ ਬਛਾੜਾਂ ਨੇ ਠਰਿਆ ਖੂਨ ਗਰਮਾਤਾ। ਵਾਹ ਦੇਸ਼ ਦਿਆ ਕਿਰਸਾਨਾ ਸੈਂਟਰ ਨਾਲ ਮੱਥਾ ਲਾਤਾ। ਵਾਹ ਦੇਸ਼ ਦਿਆ ਕਿਰਸਾਨਾ ਕਈ ਵਾਰ ਮੀਟਿੰਗਾਂ ਕਰਕੇ ਤੈਨੂੰ ਹਾਕਮ ਚਾਹੇ ਦੱਬਣਾ। ਕਈ ਵਾਰ ਮੀਟਿੰਗਾਂ ਕਰਕੇ ਕਈ ਵਾਰ ਮੀਟਿੰਗਾਂ ਕਰਕੇ ਤੈਨੂੰ ਹਾਕਮ ਚਾਹੇ ਦੱਬਣਾ। ਇੱਕ ਠੋਕ ਆਖਿਆ ਮਰਦਾ ਨਹੀਂ ਹੱਕ ਆਪਣਾ ਛੱਡਣਾ। ਇੱਕ ਠੋਕ ਆਖਿਆ
ਮਰਦਾ ਨਹੀਂ ਹੱਕ ਆਪਣਾ ਛੱਡਣਾ। ਓ ਨਹੀਂ ਚੱਲਣੀ ਜੁਮਲੇ ਬਾਜੀ, ਨਹੀਂ ਚੱਲਣੀ ਜੁਮਲੇ ਬਾਜੀ, ਇਹ ਕਹਿ ਕੇ ਚੁੱਪ ਕਰਾਤਾ। ਵਾਹ ਦੇਸ਼ ਦਿਆ ਕਿਰਸਾਨਾ ਸੈਂਟਰ ਨਾਲ ਮੱਥਾ ਲਾਤਾ। ਵਾਹ ਦੇਸ਼ ਦਿਆ ਕਿਰਸਾਨਾ। ਤੇਰੀ ਏਕਤਾ ਤੇ ਲਿਆਕਤ ਸਿਰ ਉੱਚਾ ਕਰਤਾ ਤੇਰਾ। ਤੇਰੀ ਏਕਤਾ ਤੇ ਲਿਆਕਤ ਬਈ ਤੇਰੀ ਏਕਤਾ ਤੇ ਲਿਆਕਤ ਸਿਰ ਉੱਚਾ ਕਰਤਾ ਤੇਰਾ। ਤੇਰੇ ਉੱਤੇ ਵਿਸ਼ਵ ਦੀਆਂ ਨਜ਼ਰਾਂ ਤੂੰ ਡਟਿਆ ਰਹੀ ਦਲੇਰਾ। ਤੇਰੇ ਉੱਤੇ ਵਿਸ਼ਵ ਦੀਆਂ ਨਜ਼ਰਾਂ ਤੂੰ ਡਟਿਆ ਰਹੀ ਦਲੇਰਾ। ਦਿੱਤੇ ਸਿਰਜ ਸੁਨਹਿਰੀ ਪੰਨੇ, ਦਿੱਤੇ ਸਿਰਜ ਸੁਨਹਿਰੀ ਪੰਨੇ, ਤਵਾਰੀਖ ਨੂੰ ਸੋਚੀ ਪਾਤਾ। ਵਾਹ ਦੇਸ਼ ਦਿਆ ਕਿਰਸਾਨਾ ਸੈਂਟਰ ਨਾਲ ਮੱਥਾ ਲਾਤਾ। ਵਾਹ ਦੇਸ਼ ਦਿਆ ਕਿਰਸਾਨਾ। ਓ ਬਣ ਗਈ ਹੈ ਜਿੱਤ ਯਕੀਨੀ, ਰੱਬ ਛੇਤੀ ਆਸ ਪਗਾਵੇ। ਉਹ ਬਣ ਗਈ ਏ ਜਿੱਤ ਯਕੀਨੀ। ਬਣ ਗਈ ਏ ਜਿੱਤ ਯਕੀਨੀ, ਰੱਬ ਛੇਤੀ ਆਸ ਪਗਾਵੇ। ਕਰੇ ਅਰਜ਼ਾਂ ਦਰਗਾਹ ਪੁਰੀਆ, ਤੇਰਾ ਜਿੱਤ ਕੇ ਕਾਫਲਾ ਆਵੇ। ਕਰੇ ਅਰਜ਼ਾਂ ਦਰਗਾਹ ਪੁਰੀਆ, ਤੇਰਾ ਜਿੱਤ ਕੇ ਕਾਫਲਾ ਆਵੇ। ਮੱਖਣ ਮੱਲੀ ਤੇ ਚੀਮੇ, ਤੇਰਾ ਵੀਰ ਤਰਾਨਾ ਗਾਤਾ। ਵਾਹ ਦੇਸ਼ ਦਿਆ ਕਿਰਸਾਨਾ ਸੈਂਟਰ ਨਾਲ ਮੱਥਾ ਲਾਤਾ। ਵਾਹ ਦੇਸ਼ ਦਿਆ ਕਿਰਸਾਨਾ। ਹੋ ਗੁਰੂ ਸਾਹਿਬ ਕਿਰਪਾ ਕਰਨ, ਜਿਸ ਮਕਸਦ ਨੂੰ ਲੈ ਕੇ ਸਾਡੇ ਕਿਸਾਨ ਵੀਰ, ਮਜ਼ਦੂਰ ਵੀਰ ਧਰਨੇ ਦੇ ਉੱਤੇ ਬੈਠੇ ਹੋਏ ਨੇ, ਗੁਰੂ ਸਾਹਿਬ ਮਹਾਰਾਜ ਕਿਰਪਾ ਕਰਨ ਤੇ ਉਹਨਾਂ ਦੀ ਜਿੱਤ ਹੋਵੇ। ਆਪ ਜੀ ਸਿੱਖ ਸੰਗਤਾਂ ਦੀ ਜਿਹੜੀ ਆਵਾਜ਼ ਹੈ ਉਹ ਰੱਬ ਦੀ ਆਵਾਜ਼ ਹੈ। ਵਿੱਚ ਸੰਗਤ ਹਰ ਪ੍ਰਭ ਵਸੈ ਜੀਓ। ਸਾਰੀਆਂ ਸੰਗਤਾਂ ਆਪੋ ਆਪਣੀਆਂ ਸੁਰਤੀਆਂ ਬਿਰਤੀਆਂ ਨੂੰ ਇਕਾਗਰ ਕਰਕੇ ਤੇ ਅਰਦਾਸ ਬੇਨਤੀ ਆਪਾਂ ਕਰੀਏ। ਗੱਜ ਕੇ ਆਖੋ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਦਿੱਤਾ ਹੋਇਆ ਸਮਾਂ ਸਮਾਪਤ ਹੈ। ਗੁਰ ਇਤਿਹਾਸ ਵਿਚਾਰਾਂ ਕਰਦਿਆਂ, ਗੁਰਬਾਣੀ ਵਿਚਾਰ ਕਰਦਿਆਂ ਏਕ ਨਹੀਂ ਨੇਕ ਪ੍ਰਕਾਰ ਦੀਆਂ ਤਰੁੱਟੀਆਂ ਰਹਿ ਜਾਂਦੀਆਂ ਨੇ। ਗੁਰੂ ਸਾਹਿਬ ਜੀ ਬਖਸ਼ਣ ਯੋਗ ਨੇ ਔਰ ਸਿੱਖ ਸੰਗਤਾਂ ਬਖਸ਼ਣ ਯੋਗ ਹੈ। ਤੁਮਰਾ ਲੱਖਾਂ ਨਾ ਜਾਏ ਪਸਾਰਾ, ਕੇ ਬਿ ਸਜਾ ਪ੍ਰਥਮ ਸੰਸਾਰਾ। ਸਾਡੇ ਅਤੀ ਸਤਿਕਾਰਯੋਗ ਜਥੇਦਾਰ ਵੀਰ ਗੁਰਦੇਵ ਸਿੰਘ ਜੀ ਔਰ ਮੇਰੇ ਅਜੀਜ਼ ਸਤਿਕਾਰਯੋਗ ਸਰਦਾਰ ਗੁਰਮੀਤ ਸਿੰਘ ਜੀ, ਸਰਦਾਰ ਬਿੰਦਰ ਸਿੰਘ ਜੀ ਚੀਮਾ ਸਾਹਿਬ, ਉਹਨਾਂ ਵੱਲੋਂ ਸਾਰੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਮੈਨੂੰ ਹੁਕਮ ਲੱਗਾ ਸੀ। ਉਸ ਹੁਕਮ ਨੂੰ ਮੈਂ ਸਿਰ ਮੱਥੇ ਮੰਨਦਾ ਹੋਇਆ ਆਪ ਦੀ ਸਿੱਖ ਸੰਗਤਾਂ ਦੇ ਵਿੱਚ ਗੁਰ ਇਤਿਹਾਸ ਰਾਹੀਂ ਗੁਰੂ ਦੀ ਸੇਵਾ ਕੀਤੀ ਹੈ। ਹਾਜ਼ਰੀਆਂ ਭਰੀਆਂ ਨੇ। ਗੁਰੂ ਕਿਰਪਾ ਕਰੇ ਇਸੇ ਤਰ੍ਹਾਂ ਗੁਰੂ ਦੇ ਚਰਨਾਂ ਦੇ ਨਾਲ ਜੁੜੇ ਰਹੀਏ। ਗੁਰੂ ਆਪਣੇ ਮੁਖਾਰਬਿੰਦ ਤੋਂ ਸਾਨੂੰ ਅਸੀਸਾਂ ਬਖਸ਼ਿਸ਼ ਕਰਦਾ ਰਹੇ। ਔਰ ਜਿਹੜਾ ਜੀਵਨ ਹੈ ਇਸੇ ਤਰ੍ਹਾਂ ਜਿਹੜਾ ਸੁਖਾਲਾ ਤਾਂ ਹੀ ਹੁੰਦਾ ਹੈ ਜੇ ਗੁਰੂ ਦੇ ਦਰਬਾਰ ਵਿੱਚ ਆ ਕੇ ਗੁਰੂ ਦੇ ਹੋ ਜਾਈਏ। ਕਬੀਰ ਜੀ ਫਰਮਾਨ ਕਰਦੇ ਨੇ, ਕਬੀਰ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝਕੋ ਸੌਂਪਤੇ ਕਿਆ ਲਾਗੈ ਮੇਰਾ। ਧੰਨਵਾਦ ਹੈ ਸਿੱਖ ਸੰਗਤਾਂ ਦਾ ਔਰ ਬਾਬਾ ਜੀ ਹੋਣਾ ਦਾ, ਔਰ ਕੋਟਾਨ ਕੋਟ ਧੰਨਵਾਦ ਹੈ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਮਹਾਰਾਜ।
ਜਿਨ੍ਹਾਂ ਨੇ ਇਸ ਲਾਇਕ ਸਾਨੂੰ ਬਣਾਇਆ ਹੈ। ਆਪ ਜੀ ਸਿੱਖ ਸੰਗਤਾਂ ਦੇ ਦਰਸ਼ਨ ਦਿਦਾਰੇ ਇਸੇ ਤਰ੍ਹਾਂ ਹੁੰਦੇ ਨੇ। ਔਰ ਅੱਜ ਹਾੜ ਦੀ ਸੰਗਰਾਂਦ, ਹਾੜ ਦਾ ਮਹੀਨਾ ਆਰੰਭ ਹੋਇਆ ਹੈ। ਗੁਰੂ ਸਾਹਿਬ ਜੀ ਸਾਰਿਆਂ ਉੱਤੇ ਸੁਖ ਸ਼ਾਂਤੀ ਵਰਤਾਵੇ, ਤੰਦਰੁਸਤੀਆਂ ਦੀ ਦਾਤ ਬਖਸ਼ਿਸ਼ ਕਰੇ, ਇਲਾਕਿਆਂ ਵਿੱਚ ਚੜ੍ਹਦੀ ਕਲਾ ਬਖਸ਼ਿਸ਼ ਕਰੇ। ਇਹਨਾਂ ਹੀ ਸ਼ਬਦਾਂ ਦੇ ਨਾਲ ਦਾਸ ਗੁਰਸ਼ਰਨ ਸਿੰਘ ਚੀਮਾ, ਸਾਥੀ ਨਿਸ਼ਾਨ ਸਿੰਘ ਮੱਲੀ, ਮੱਖਣ ਸਿੰਘ ਸੰਧੂ ਫਤਿਹ ਦੀ ਇੱਕ ਵਾਰ ਗੱਜ ਕੇ ਆਵਾਜ਼ ਦਿਓ ਤੇ ਕਹਿ ਦਿਓ ਗੱਜ ਕੇ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।